ਹਾਜ਼ਰੀ ਜੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਚੈਨਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਵਿਸ਼ਾ ਟੀਵੀ। ਸਮੁੱਚੀ ਦੁਨੀਆ 'ਚ ਅਲੱਗ-ਅਲੱਗ ਢੰਗ ਤਰੀਕਿਆਂ ਨਾਲ ਦੇਖ ਲਿਓ, ਉਹਦੇ ਲਈ ਅਸੀਂ ਧੰਨਵਾਦੀ ਹਾਂ ਤੇ ਪਿਆਰ ਵੀ ਕਰਦੇ ਹਾਂ, ਉਹਦੇ ਲਈ ਵੀ ਸ਼ੁਕਰੀਆ। ਤੇ ਨਾਲ ਵੀਰ ਪਰਮਵੀਰ ਬਾਠ ਹੋਰੀ ਆ ਗਏ ਆ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਮੈਂ ਸੋਚਦਾ ਸੀ ਵੀ ਜਿੱਦਾਂ ਦਾ ਮੀਂਹ ਪੈਣ ਡਿਆ ਕੱਲ੍ਹ ਦਾ ਤੇ ਅੱਜ ਵੀ ਪਈ ਜਾਂਦਾ, ਡਾਂਗ ਜਿਹੜੀ ਹੁੰਦੀ ਕਿ ਨਹੀਂ ਵੰਝ ਵਾਲੀ 4.5 ਫੁੱਟ 5 ਫੁੱਟ ਦੀ, ਉਹ ਹੋਵੇ ਮੋਢੇ ਤੇ 5-7 ਮੱਝਾਂ 3-4 ਕੱਟੀਆਂ ਕੱਟੇ ਅੱਗੇ ਲਾਏ ਹੋਣ ਤੇ ਉਹ ਬੰਦਾ ਪਹਾੜਾਂ ਨੂੰ ਲਈ ਜਾਵੇ, ਸਿੰਘਾਂ ਤੋਂ ਕੰਨਾਂ ਤੋਂ ਚੋਂਦੀਆਂ ਜਾਣ, ਉਹ ਵੀ ਮੀਂਹ ਨਾਲ। ਫਿਰ ਬੰਦੇ ਨੂੰ ਫੀਲਿੰਗ ਆਉਂਦੀ ਵੀ ਯਾਰ ਇੱਕ ਵਾਰ ਮੈਂ ਘਰ ਪਹੁੰਚ ਗਿਆ ਨਾ, ਕਿ ਗਰਮ ਚਾਹ ਮਿਲ ਜੇ ਤੇ ਬਾਟੀ 'ਚ ਪਾ ਕੇ ਪੀਵਾਂਗੇ। ਗੱਲ ਹੋਰ ਹੋਣੀ ਆ। ਸਾਡੀਆਂ ਅੱਧੀਆਂ ਬੀਬੀਆਂ ਤੇ ਇਹ ਵੀ ਹੁੰਦਾ, ਲਾਹਾ ਹੁੰਦਾ ਨਾ, ਕਿਉਂਕਿ ਉਹ ਕਹਿੰਦੇ ਕਿ ਜਦੋਂ ਫਰਸ਼ਾਂ ਫੁਰਸ਼ਾਂ ਲੱਗੀਆਂ, ਮੀਂਹ ਆ ਗਿਆ, ਪਹਿਲਾਂ ਵਿਹੜਾ ਧੋ ਲਓ ਦਵਾ ਦਵ। ਤੇ ਕਈਆਂ ਨੂੰ ਇਹ ਵੀ ਹੁੰਦਾ ਬੰਦਿਆਂ ਨੂੰ ਕਿ ਭਾਈ ਕੋਈ ਗੱਲ ਨਹੀਂ, ਹੁਣ ਮੀਂਹ ਆ ਗਿਆ, ਐਂ ਕਰੋ ਇੱਕ ਵਾਰੀ ਬੋਰੇ ਦਾ ਝੁੰਬ ਜਿਹਾ ਮਾਰ ਕੇ ਨਾ ਉੱਪਰਲੇ ਪਾਸੇ ਖਾਦ ਵਾਲੇ ਬੋਰੇ ਦਾ ਐਂ ਕਰਦੇ ਆ, ਦੇਖ ਕੇ ਆਉਣੇ ਤੇ ਨਾਲ ਉਹਨਾਂ ਨੇ ਡਾਂਗ ਫੜ ਲੈਣੀ ਆ, ਕਹਿਣਾ ਨਾਲੀ ਸਾਫ਼ ਕਰਨ ਦਾ ਵੇਲਾ ਹੋਣੀ ਹੈ ਕਿਉਂਕਿ ਉਹ ਪਾਣੀ ਡੋਲਣਾ ਪੈਣਾ ਹੀ। ਨਹੀਂ ਮੈਂ ਵੀ ਇਹ ਡੰਗਰ ਤਾਂ ਹੀ ਬਾਹਰ ਕੱਢੇ, ਮੈਂ ਕਿਹਾ ਵੀ ਜਿਹੜਾ ਉਹ ਜੰਮਿਆ ਗੋਹਾ ਗਾਹ ਇੱਕ ਰਾਂ ਖੁਰਜ ਇੱਕ ਰਾਂ ਪਤਾ ਲੱਗੇ ਵੀ ਕਿਹੜੀ ਕਾਲੀ ਮੱਝ ਉਹ ਵਾਕਈ ਕਾਲੀ ਕਿੰਨੀ ਹੈ। ਤੇ ਜਿਹੜਾ ਜਦੋਂ ਉਹ ਕੱਟਾ ਹੋਇਆ ਸੀ ਉਦੋਂ ਤੇ 3-4 ਥਾਵਾਂ ਤੋਂ ਪੈਰਾਂ ਪੂਰਾਂ ਤੋਂ ਚਿੱਟਾ ਵੀ ਸੀਗਾ, ਬਾਅਦ ਕਦੀ ਚਿੱਟਾ ਰੰਗ ਨਜ਼ਰ ਨਹੀਂ ਆਇਆ। ਇਹ ਵੀ ਹੁੰਦਾ ਕਈਆਂ ਨੂੰ, ਇਹ ਹੁੰਦਾ ਕਿ ਉਹਨਾਂ ਨੇ ਛੇਤੀ ਦੇਖਣਾ, ਜਦੋਂ ਐਨ ਮੀਂਹ ਠੋਕ ਕੇ ਪੈਂਦਾ ਛੱਤ ਤੇ ਚੜ੍ਹਨਾ ਹੀ, ਛੱਤ ਤੇ ਚੜ੍ਹ ਕੇ ਪੈਰ ਪੂਰ ਮਾਰ ਕੇ ਜਿਹੜੀ ਪਰਾਲੀ ਕੱਖ ਕਾਣ ਜਾਂ ਪੱਤੇ ਪੁੱਤੇ ਪਨਿਆਲੇ 'ਚ ਫਸੇ ਆ, ਪਹਿਲਾਂ ਉਹ ਕੱਢਣੇ ਆ। ਕੱਢਣੇ ਦਾ ਉੱਪਰਲੇ ਪਾਸੇ ਪਾਣੀ ਜਮਾ ਹੋ ਗਿਆ, ਚੂਣ ਲਾ ਪਊ ਕੋਠਾ। ਸਹੀ ਗੱਲ। ਸੋ ਇਹ ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਜੇ ਤੁਸੀਂ ਪੰਜਾਬ 'ਚ ਦੇਖ ਰਹੇ ਹੋ ਵੀ ਯਾਰ ਇਹ ਕਿੱਥੇ ਮੀਂਹ ਪਈ ਜਾਂਦੇ। ਅਸੀਂ ਗੱਲ ਕਰਦੇ ਹਾਂ ਇਹ ਜਿਸ ਖਿੱਤੇ 'ਚ ਅਸੀਂ ਬੈਠੇ ਹਾਂ, ਵੈਨਕੂਵਰ ਦੀ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ। ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਹੁਣ ਹੜ੍ਹ ਵੀ ਆ ਗਿਆ। ਇੱਕ ਸ਼ਹਿਰ ਹੈ ਮੇਰਿਟ ਕਰਕੇ ਜੀ, ਉੱਥੇ ਹੜ੍ਹ ਆ ਗਿਆ ਤੇ ਉੱਥੇ ਉਹ ਕਹੀ ਜਾਂਦੇ ਵੀ ਭਾਈ ਸਾਹਿਬ ਆਪਣਾ ਨਿੱਕਾ ਨਿਆਣਾ ਸਾਂਭ ਸੂੰਭ ਕੇ ਤੇ ਇੱਥੋਂ ਗੱਡੀਆਂ ਲੈ ਕੇ ਵਾਪਸ ਮੁੜ ਜਾਓ ਭਾਈ। ਨਿੱਕਾ ਨਿਆਣਾ ਸਾਂਭ ਕੇ ਨਹੀਂ, ਉਹ ਕਹਿੰਦੇ ਜੁੱਲੀ ਬਿਸਤਰਾ ਚੱਕ ਲਓ। ਮੈਂ ਤਾਂ ਨਹੀਂ ਨਾਂ ਲਿਆ ਸੀ ਵੀ ਇਹ ਥੋੜਾ ਜਿਹਾ ਸਫਿਸਟੀਕੇਟਡ ਜਿਹਾ ਹੁਣ, ਜੇ ਤੁਸੀਂ ਜੁੱਲੀ ਬਿਸਤਰਾ ਚਕਾਉਣਾ ਤੇ ਵੈਸੇ ਆਰਡਰ ਤੇ ਉਹਨਾਂ ਦੇ ਇਦਾਂ ਦੇ ਹੀ ਹੈ। ਉਹ ਕਹਿੰਦੇ ਵੀ ਪਤਾ ਕੋਈ ਨਹੀਂ, ਮੀਂਹ ਰੋਕੇ ਨਾ ਰੋਕੇ ਵੀਰ ਮੇਰੇ, ਤੇ ਫਿਰ ਨਾ ਕਿ ਉਹ ਦੱਸਿਆ ਨਹੀਂ ਵੀ ਤੁਸੀਂ ਆਪਣਾ ਚੱਕ ਕੇ ਸਾਰਾ ਕੁਝ ਟਿੰਡ ਫੋੜੀ ਤੇ ਨਿਕਲ ਜਾਓ ਜੀ। ਨਹੀਂ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਇੱਥੇ ਬਹੁਤ ਸਾਰੇ ਹਾਈਵੇ ਜਿਹੜੇ ਆ ਉਹਨਾਂ ਦੇ ਵਿੱਚ ਹੀ ਆਵਾਜਾਈ ਦੀ ਜਿਹੜੀ ਉਹ ਮੁਸ਼ਕਲ ਆਈ ਹੈ, ਕਿਉਂਕਿ ਮੀਂਹ ਲਗਾਤਾਰ ਪਈ ਜਾਂਦਾ। ਇੱਕ ਹੁੰਦਾ ਨਾ ਰਚਮਾ ਜਿਹਾ ਮੀਂਹ ਪੈਂਦਾ, ਹੁਣ ਤਾਂ ਹਨੇਰੀ ਵੀ ਬਥੇਰੀ ਆਈ, ਕਈ ਜਗ੍ਹਾ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ। ਹੁਣ ਇਹ ਅੱਗ ਨਾਲ ਜੂਝ ਰਿਹਾ ਸੀ ਇਹ ਦੇਸ਼ ਕਿ ਭਾਈ ਇਸ ਪਾਸੇ ਜੰਗਲ ਨੂੰ ਅੱਗ ਲੱਗ ਗਈ, ਉਧਰ ਜੰਗਲ ਨੂੰ ਅੱਗ ਲੱਗ ਗਈ, ਤੇ ਆਹ ਹੁਣ ਹੜ੍ਹ ਦੀ ਜਿਹੜੀ ਸਥਿਤੀ ਆ ਗਈ ਆ, ਖਾਸ ਤੌਰ ਤੇ ਨੀਵੇਂ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਹੈ। ਪਰ ਇੱਕ ਗੱਲ ਪੱਕੀ ਹੈ, 2 ਦਿਨ ਪਹਿਲਾਂ ਮੌਸਮ ਵਿਭਾਗ ਨੇ ਦੱਸ ਦਿੱਤਾ ਕਿ ਭਾਈ ਮੀਂਹ ਦੀ ਵਾਰਨਿੰਗ ਹੈ। ਨਹੀਂ ਮਤਲਬ ਇਹਨਾਂ ਵਾਲਾ ਮੌਸਮ ਵਿਭਾਗ ਵਾਕਿਆ ਸਹੀ ਚੱਲਦਾ, ਆਪਣੇ ਵਾਲਾ ਵਾਂਗੂ ਨਹੀਂ ਨਾ ਵੀ ਉਧਰ ਕਹਿੰਦਾ ਵੀ ਸਵੇਰੇ ਗਰਜ ਚਮਕ ਦੇ ਨਾਲ ਛਿੱਟੇ ਪੈ ਸਕਦੇ ਨੇ ਤੇ ਸਵੇਰ ਨੂੰ ਚੰਗਾ ਭਲਾ ਸੂਰਜ ਨਿਕਲ ਆਉਂਦਾ, ਬੰਦਾ ਸੋਚਦਾ ਵੀ ਯਾਰ ਉਹ ਰਾਤ ਵਾਲੀਆਂ ਖਬਰਾਂ 'ਚ ਕੀ ਦੱਸੀ ਜਾਂਦੇ। ਪਰ ਨਹੀਂ, ਵੈਸੇ ਸੋਚਣ ਵਾਲੀ ਗੱਲ ਹੈ ਵਾਟ ਸਾਹਿਬ, ਜੇ ਮੇਰਾ ਖਿਆਲ ਜੇ ਜ਼ਿਆਦਾ ਮੈਂ ਗਲਤ ਨਹੀਂ ਤੇ ਹੁਣ ਤੋਂ 2-2.5 ਮਹੀਨੇ ਪਹਿਲਾਂ ਚਲੇ ਜੀ ਪਿੱਛੇ, ਤੇ ਉਦੋਂ ਪਾਣੀ ਲੱਭਦੇ ਫਿਰਦੇ ਵੀ ਕਿਤੇ ਪਾਣੀ ਪਵੇ ਤੇ ਆ ਜਿਹੜੀਆਂ ਅੱਗਾਂ ਬੁਝਣ। ਤੇ ਹੁਣ ਮੇਰੇ ਖਿਆਲ ਨਾਲ ਹੋ ਸਕਦਾ ਵੀ ਥੱਲਿਓਂ ਅਰਦਾਸਾਂ ਹੁੰਦੀਆਂ ਹੁਣ ਵੀ ਇਹਨੂੰ ਕਿਤੇ ਢਾਹ ਬਾਬਾ, ਕਿਤੇ ਸੂਰਜ ਸਾਰਜ ਦਿਸੇ। ਨਹੀਂ, ਕੁਦਰਤ ਨੇ ਤਾਂ ਆਪਣੇ ਰੰਗ ਦਿਖਾਉਣੇ ਆ, ਕਿਉਂਕਿ ਬੰਦੇ ਨੂੰ ਐਂ ਲੱਗਦਾ ਕਿ ਮੇਰੇ ਤੋਂ ਵੱਧ ਜ਼ੋਰਾਵਰ ਕੌਣ ਆ, ਮੈਂ ਆਹ ਵੀ ਕਰ ਲਊਂ, ਮੈਂ ਰਾਕਟ ਬਣਾ ਕੇ ਉਹ ਜਾ ਕੇ ਧੁਨੀ 'ਚ ਵੱਜਣਾ ਹੀ ਸਿੱਧਾ ਆਕਾਸ਼ ਦੀ 'ਚ। ਕਦੇ ਉਹਨੂੰ ਲੱਗਦਾ ਕਿ ਮੈਂ ਸਮੁੰਦਰ ਦੀ ਥਾਹ ਪਾ ਲੈਣੀ ਆ। ਪਰ ਜਦੋਂ ਕੁਦਰਤ ਫਿਰ ਇੱਦਾਂ ਦਾ ਰੰਗ ਦਿਖਾਉਂਦੀ ਹੈ, ਫਿਰ ਬੰਦਾ ਕਹਿੰਦਾ ਯਾਰ ਬੰਦੇ ਬਣ ਜਾਈਏ ਤਾਂ ਚੰਗਾ। ਬਣਦਾ ਕੌਣ ਹੈ ਬਸ? ਨਹੀਂ, ਆ ਦੇਖੋ ਤਾਂ ਵੱਡੇ ਮੁਲਕਾਂ ਦੇ ਮੁਖੀ ਆ ਪਿਛਲੇ ਦਿਨਾਂ 'ਚ ਜਲਵਾਯੂ ਪਰਿਵਰਤਨ ਦੇ ਮੁੱਦੇ ਤੇ ਸਿਰ ਜੋੜ ਕੇ ਬੈਠੇ ਸੀ। ਉਹ ਵੱਖਰੀ ਗੱਲ ਹੈ ਕਿ ਤੁਮ ਤਾਂ ਇੱਕ ਦੂਜੇ ਤੇ ਲਾਉਂਦੇ ਰਹੇ, ਅਤੇ ਹੋਰ ਉਹ ਕਰਨਗੇ ਹੀ ਦੱਸੋ। ਗੱਲ ਤੇ ਇਹੀ ਹੈ ਨਾ, ਹੁਣ ਜਲਵਾਯੂ ਨੂੰ ਛੱਡੋ ਤੁਸੀਂ, ਆਪਾਂ ਵੱਡੇ ਮੁਲਕਾਂ ਨੂੰ ਵੀ ਛੱਡ ਦਈਏ। ਮੁਲਕ ਆਪਣਾ ਭਾਰਤ ਦੇਸ਼ ਮਹਾਨ ਤੇ ਉਹਦੀ ਰਾਜਧਾਨੀ ਦਿੱਲੀ, ਉਹਦੇ 'ਚ ਵੀ ਤੇ ਕੋਈ ਇੱਕ ਦੂਜੇ ਦੇ ਉੱਪਰ ਹੀ ਤੁਹਮਤਾਂ ਲਾਈ ਜਾਂਦਾ। ਉਹ ਕਹਿੰਦਾ ਉਹ ਹੋ ਇਹ ਮਹਾਰਾਜ ਧੂੰਆਂ ਸਾਡਾ ਥੋੜਾ। ਇਹ ਤੇ ਪੰਜਾਬ ਦੇ ਉਹ ਕੋਨੇ ਇੱਕ ਤੇ ਨਾ ਬੰਦੇ ਨੇ ਤੀਲੀ ਲਾਈ, ਉਹਦੀ ਪਰਾਲੀ ਇਹ 1.5 ਕਿੱਲੇ ਦੀ, ਉਹ ਸੜੀ ਇਹ ਤੇ ਧੂੰਆਂ ਉੱਥੋਂ ਸਿੱਧਾ ਉਹਨੇ ਸਾਲਮ ਬੱਸ ਕਰ ਲਈ, PRTC ਵਾਲਿਆਂ ਦੇ 'ਚ ਬਹਿ ਗਿਆ ਉਹ, ਤੇ ਸਿੱਧੀ ਉਹਨੇ ਆਣ ਕੇ ਲਾਲ ਕਿਲੇ ਦੇ ਸਾਹਮਣੇ ਜਦੋਂ ਖੋਲ੍ਹੀ ਇਹ ਬਾਰੀ ਤੇ ਉਦੋਂ ਧੂੰਆਂ ਨਿਕਲਿਆ ਜੀ। ਇਹ ਦਿੱਲੀ 'ਚ ਤੇ ਧੂੰਆਂ ਹੈ ਹੀ ਨਹੀਂ, ਤੁਸੀਂ ਹੁਣ ਤੱਕ ਦੇ ਹੀ ਕਹਿੰਦੇ ਰਹੇ। ਤੁਸੀਂ ਫੇਰ ਫਸ ਜਾਣਾ। ਕਿਉਂ ਜੀ? ਉਹਨਾਂ ਨੇ ਕਹਿਣਾ ਤੁਹਾਡੀ ਬੱਸ ਦੇ ਕੋਲੇ PRTC ਕਿਹਾ ਪਰਮਿਟ ਹੀ ਬੱਸ ਅੱਡੇ ਤੱਕ ਦਾ, ਆਪਾਂ ਲਾਲ ਕਿਲੇ ਜਾਣੀ ਦੇਣੀ, ਉੱਥੋਂ ਵੀ ਆਟੋ ਕਰਕੇ ਜਾਣਾ ਪੈਣਾ ਧੂਏ ਨੂੰ। ਮੈਂ ਇਹ ਤਾਂ PRTC ਦੀ ਕਿਹਾ ਸੀ ਵੀ ਉਹ ਜਿਨ੍ਹਾਂ ਦੀਆਂ ਦੂਜੀਆਂ ਦੀਆਂ ਬੱਸਾਂ ਉਹਨਾਂ ਦਾ ਅੱਗੇ ਵਿਚਾਰਾਂ ਦਾ ਬੜਾ ਰੌਲਾ ਪਿਆ। ਉਹ ਕਹਿੰਦਾ ਯਾਰ ਭਰਾਵਾ ਸਾਡੇ ਅੱਗੇ ਪਰਮਿਟ ਰੱਦ ਕਰਾਉਣੇ, ਹੁਣ ਧੂੰਆਂ ਸਾਡੀ ਬੱਸ 'ਚ ਪਾ ਦੇ। ਮੈਂ ਤਾਂ ਨਹੀਂ ਪਾ, ਮੈਂ ਕਿਹਾ ਵੀ ਚਲੋ ਸਰਕਾਰੀ 'ਚ ਲੈ ਚੱਲਦੇ ਹਾਂ। ਨਹੀਂ ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਬਹੁਤ ਵਾਰੀ ਅਦਾਲਤਾਂ ਦੇ ਉੱਤੇ ਬਹੁਤ ਸਾਰੇ ਲੋਕ ਸਵਾਲ ਖੜੇ ਕਰਦੇ ਆ ਕਿ ਇੰਨੇ ਦਹਾਕੇ ਹੋ ਗਏ, ਇੰਨੇ ਸਾਲ ਹੋ ਗਏ, ਭਾਰਤ ਦੀਆਂ ਅਦਾਲਤਾਂ ਦੇ ਵਿੱਚੋਂ ਇਨਸਾਫ ਨਹੀਂ ਮਿਲਿਆ। ਤੇ ਗੱਲ ਉਹਨਾਂ ਦੀ ਹੁੰਦੀ ਵੀ ਠੀਕ ਹੈ,
ਇਹਦੇ ਤੋਂ ਇਲਾਵਾ ਕਈ ਵਾਰੀ ਜੱਜ ਜਿਹੜੇ ਆ ਉਹ ਮੰਤਰੀਆਂ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਆ ਕਿ ਭਾਈ ਪੋਪੂਲੇਸ਼ਨ ਵੱਧ ਗਈ ਹੈ, ਜਨਸੰਖਿਆ ਵੱਧ ਗਈ ਹੈ, ਕੇਸ ਵੱਧ ਗਏ ਨੇ, ਇਸ ਕਰਕੇ ਜੱਜਾਂ ਦੀ ਗਿਣਤੀ ਜਿੰਨੀ ਮਨਜ਼ੂਰ ਹੈ ਘੱਟੋ ਘੱਟ ਓਨੇ ਤਾਂ ਲਾ ਦਿਓ, ਅਸਾਮੀਆਂ ਖਾਲੀਆਂ ਰੱਖੋ, ਅਸੀਂ ਲੋਕਾਂ ਨੂੰ ਛੇਤੀ ਇਨਸਾਫ ਦੇਣਾ ਚਾਹੁੰਦੇ ਹਾਂ। ਇਦਾਂ ਦੇ ਵੀ ਜੱਜ ਆ ਜਿਹੜੇ ਸ਼ਨੀਵਾਰ ਐਤਵਾਰ ਛੁੱਟੀ ਵਾਲੇ ਦਿਨ ਵੀ ਕੰਮ ਕਰਕੇ ਚਾਹੁੰਦੇ ਆ ਕਿ ਥੋੜ੍ਹਾ ਜਿਹਾ ਕੇਸ ਨਿਪਟਾ ਦਈਏ, ਲੋਕਾਂ ਨੂੰ 10-10 20-20 ਸਾਲ ਅਦਾਲਤਾਂ ਦੇ ਵਿੱਚ ਧੱਕੇ ਨਾ ਖਾਣੇ ਪੈਣ। ਹਾਂ, ਬਥੇਰੇ ਹੋਰ ਤਰ੍ਹਾਂ ਦੇ ਵੀ ਹੈਗੇ ਆ, ਪਰ ਆ ਜਿਹੜਾ ਪਰਾਲੀ ਵਾਲਾ, ਧੂਏ ਵਾਲਾ, ਪ੍ਰਦੂਸ਼ਣ ਵਾਲਾ, ਕਿਸਾਨ ਦੇ ਉੱਤੇ ਤੋਹਮਤ ਦੋਸ਼ ਲਾਉਣ ਵਾਲਾ ਮਸਲਾ, ਇਹ ਸੁਪਰੀਮ ਕੋਰਟ ਦੀਆਂ 2 ਸੁਣਵਾਈਆਂ ਨੇ ਐਨ ਧੁੰਦ ਜੀ ਝਾੜ ਕੇ ਪਰੇ ਕਰ ਦਿੱਤੀ ਹੈ। ਤੁਸੀਂ ਦੇਖੋ ਕਿ ਜਦੋਂ ਪਿਛਲੀ ਵਾਰ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਦੇ ਵਿੱਚ ਫੈਲੇ ਪ੍ਰਦੂਸ਼ਣ ਦੇ ਬਾਬਤ ਸੁਣਵਾਈ ਹੋਈ ਸੀ ਤਾਂ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਭਾਈ ਕੰਮ ਦੀ ਗੱਲ ਕਰੋ, ਕੋਈ ਕਿਸਾਨਾਂ ਦੀ ਪਰਾਲੀ ਦਾ ਇੰਨਾ ਕਸੂਰ ਨਹੀਂ ਜਿੰਨਾ ਤੁਸੀਂ ਕਹੀ ਜਾਂਦੇ ਆ। ਹੁਣ ਫੇਰ ਸੁਣਵਾਈ ਹੋਈ, ਹੁਣ ਤਾਂ ਸੁਪਰੀਮ ਕੋਰਟ ਨੇ ਐਦਾਂ ਲੀਕ ਖਿੱਚ ਦਿੱਤੀ ਕਿ ਕਿਸੇ ਨੂੰ ਸਿਆਸੀ ਤੌਰ ਦੇ ਉੱਤੇ ਕਿਸਾਨਾਂ ਤੇ ਦੋਸ਼ ਲਾਉਣ ਦਾ ਮੌਕਾ ਨਹੀਂ ਮਿਲੂ। ਉਹ ਕਹਿੰਦੇ ਸਿਰਫ 10% ਦੀ ਪ੍ਰਦੂਸ਼ਣ ਜੇ ਆਪਾਂ ਵਧਾ ਕੇ ਵੀ ਮੰਨ ਲਈਏ, ਭਾਰਤ ਦੀ ਸਭ ਤੋਂ ਵੱਡੀ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ 10% ਦੀ ਪ੍ਰਦੂਸ਼ਣ ਤਾਂ ਹੋ ਸਕਦਾ ਕਿ ਖੇਤੀਬਾੜੀ ਤੋਂ, ਪਰਾਲੀ ਦੇ ਸੜਨ ਤੋਂ ਹੋਇਆ ਹੋਵੇ। ਕਹਿੰਦੇ ਇਨਕਾਰ ਨਹੀਂ ਕਰਦੇ ਪਰਾਲੀ ਸੜਦੀ ਹੈ, ਪਰ ਉਸ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਉਹਦਾ ਹਿੱਸਾ 10% ਤੋਂ ਵੱਧ ਨਹੀਂ। ਇੰਡਸਟਰੀ ਕਹਿੰਦੇ ਸਭ ਤੋਂ ਵੱਧ ਹੈ, ਟਰਾਂਸਪੋਰਟ ਦੇ ਜਿਹੜੇ ਸਾਧਨ ਨੇ ਆਵਾਜਾਈ ਦੇ ਉਹ ਸਭ ਤੋਂ ਵੱਧ ਹੈ, ਤੇ ਧੂੜ ਜਿਹੜੀ ਹੈ, ਮਿੱਟੀ, ਧੂੜ ਕਿਉਂਕਿ ਕੰਸਟਰਕਸ਼ਨ ਦਾ ਕੰਮ ਚੱਲਦਾ ਨਾ, ਕਿ ਉਹਦੇ ਤੋਂ ਜਿਹੜੀ ਧੂੜ ਉੜਦੀ ਹੈ, ਮਿੱਟੀ ਉੜਦੀ ਹੈ, ਘੱਟਾ ਉੜਦਾ ਹੈ। ਹੁਣ ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਇਹ ਕਹਿ ਦਿੰਦੀ ਹੈ ਕਿ ਭਾਈ ਉਦਯੋਗ, ਆਵਾਜਾਈ ਦੇ ਸਾਧਨ ਤੇ ਕੰਸਟਰਕਸ਼ਨ ਦੇ ਕੰਮ ਕਰਕੇ ਉੜਦੀ ਮਿੱਟੀ, ਧੂੜ, ਘੱਟਾ, ਉਹਦਾ ਸਭ ਤੋਂ ਵੱਧ ਪ੍ਰਦੂਸ਼ਣ ਹੈ, ਤੇ ਤੁਸੀਂ ਐਵੇਂ ਕਿਸਾਨਾਂ ਦੇ ਸਿਰ ਉਸ ਗੱਲ ਨੂੰ ਪਾ ਕੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੋ ਨਾ। ਉਹਨਾਂ ਨੇ ਕੇਂਦਰ ਸਰਕਾਰ ਵੀ ਰਗੜੀ, ਸੁਪਰੀਮ ਕੋਰਟ ਨੇ ਤਾਂ ਛੱਡੀ, ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਨਹੀਂ। ਨਹੀਂ ਚਾਹੀਦਾ ਵੀ ਇਦਾਂ ਸੀਗਾ, ਕਿਉਂਕਿ ਦੇਖੋ ਗੱਲ ਇਹ ਮੈਨੂੰ ਲੱਗਦਾ ਵੀ ਇਹਦੇ 'ਚ ਹੋਰ ਕਿਸੇ ਨੂੰ ਕੋਈ ਫਰਕ ਪਵੇ ਨਾ ਪਵੇ, ਆਮ ਆਦਮੀ ਪਾਰਟੀ ਵਾਲ ਨੂੰ ਪੈ ਜਾਣਾ। ਕਿਉਂਕਿ ਜਿਸ ਹਿਸਾਬ ਨਾਲ ਪਿਛਲੇ ਸਮੇਂ 'ਚ ਉਹਨਾਂ ਨੇ ਆਣ ਕੇ ਬਿਆਨ ਦਿੱਤੇ ਤੇ ਉਸ ਤੋਂ ਬਾਅਦ ਵਿਰੋਧੀਆਂ ਨੇ ਇੱਕ ਹੁੰਦਾ ਨਾ ਵੀ ਪਹਿਲਾਂ ਹੁੰਦਾ ਵੀ ਜਿਹਦਾ ਨਿੱਕੇ ਨਿਆਣੇ ਨੇ ਪਹਿਲਾਂ ਲਿਖਣਾ ਸਿਖਾਈਦਾ ਵੀ ਮੈਂ ਨਾ ਪੁੱਤ ਤੈਨੂੰ ਪਾ ਦਿੱਤੇ ਆ ਪੂਰਨੇ ਜੇ, ਫਿਰ ਤੂੰ ਤੇ ਗੂੜਾ ਗੂੜਾ ਕਰਕੇ ਲਿਖ। ਉਹ ਤੇ ਪੂਰਨੇ ਜੇ ਪਾਉਂਦੇ ਸੀਗੇ ਤੇ ਗੂੜਾ ਗੂੜਾ ਕਰਕੇ ਵਿਰੋਧੀਆਂ ਨੇ ਲਿਖਿਆ ਵੀ ਆਹ ਦੇਖੋ ਜੀ ਕੇਜਰੀਵਾਲ ਸਾਹਿਬ ਕਹਿੰਦੇ ਆ ਭਈ ਪੰਜਾਬ ਵਾਲਾ ਧੂੰਆਂ ਦਿੱਲੀ ਜਾਂਦਾ ਤੇ ਉੱਥੇ ਜਾ ਕੇ ਤੰਗ ਕਰਦਾ। ਹੁਣ ਜਦੋਂ ਆਹ ਗੱਲ ਹੋਈ ਤੇ ਮੇਰੇ ਖਿਆਲ ਨਾਲ ਸੁਪਰੀਮ ਕੋਰਟ ਦੇ ਉਸੇ ਫੈਸਲੇ ਦੀਆਂ ਫੋਟੋਆਂ ਵੱਡੇ ਵੱਡੇ ਫਲੈਕਸਾਂ ਦੇ ਉੱਪਰ ਛਾਪ ਕੇ ਤੇ ਥੱਲੇ ਕੇਜਰੀਵਾਲ ਸਾਹਿਬ ਕੀ ਕਹਿੰਦੇ ਸੀ ਕਰਕੇ ਜਦੋਂ ਵਿਰੋਧੀਆਂ ਨੇ ਲਾਈਆਂ, ਫਿਰ ਜਵਾਬ ਕੀ ਦੇਣਗੇ? ਨਹੀਂ, ਬਹੁਤ ਔਖਾ ਹੋ ਜਾਣਾ ਸੰਧਾਲੀਆ ਸਾਹਿਬ। ਜਦੋਂ ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਪੁੱਛਿਆ ਸੀ ਤਾਂ ਉਹ ਕਹਿੰਦੇ ਜੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨਸ ਨੇ ਦਿੱਲੀ ਦੀਆਂ, ਉਹਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ। ਉਹ ਕਹਿੰਦੇ ਜੀ ਉਹਨਾਂ ਨੂੰ ਅਸੀਂ ਕਿੰਨੀ ਵਾਰੀ ਕਿਹਾ ਸੜਕਾਂ ਸਾਫ਼ ਕਰਿਆ ਕਰੋ, ਸੜਕਾਂ ਸਾਫ਼ ਨਹੀਂ ਕਰਦੇ, ਉਹ ਫਿਰ ਧੂੜ ਉੜਦੀ ਰਹਿੰਦੀ ਹੈ, ਜੇ ਸੜਕਾਂ ਸਾਫ਼ ਕਰਨ ਧੂੜ ਨਾ ਉੜੇ। ਤਾਂ ਸੁਪਰੀਮ ਕੋਰਟ ਨੇ ਬੜਾ ਸਾਫ਼ ਤੇ ਸਪਸ਼ਟ ਕਿਹਾ, ਉਹ ਕਹਿੰਦੇ ਐਵੇਂ ਬੇਤੁਕੇ ਬਹਾਨੇ ਨਾ ਲਾਓ, ਬੇਤੁਕੇ ਬਹਾਨੇ ਲਾਉਣ ਦੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਸਾਰੀ ਜ਼ਿੰਮੇਵਾਰੀ ਹੈ ਤਾਂ ਜੇ ਅਸੀਂ ਤੁਹਾਡੇ ਇਸ਼ਤਿਹਾਰਬਾਜ਼ੀ ਦੀ ਇਨਕੁਆਇਰੀ ਕਰ ਲਈ ਹੈ ਨਾ ਕਿ ਤੁਸੀਂ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਇਸ਼ਤਿਹਾਰ ਸੂਬੇ 'ਚ ਤੇ ਸੂਬੇ ਤੋਂ ਬਾਹਰ ਕਿੰਨੇ ਦਿੱਤੇ ਹੈ, ਫਿਰ ਕੰਮ ਬਹੁਤ ਮਹਿੰਗਾ ਪੈ ਜਾਣਾ। ਇਸ ਕਰਕੇ ਕੰਮ ਕਰਨ ਦੀ ਲੋੜ ਹੈ, ਕੰਮ ਕਰੋ, ਇੱਕ ਦੂਜੇ ਦੇ ਉੱਤੇ ਤੋਹਮਤਾਂ ਨਾ ਲਾਓ। ਤੇ ਉਹਨਾਂ ਨੇ ਕੇਂਦਰ ਨੂੰ ਵੀ ਕਹਿ ਦਿੱਤਾ, ਉਹ ਕਹਿੰਦੇ ਐਮਰਜੈਂਸੀ ਮੀਟਿੰਗ ਸੱਦੋ, ਤੁਰੰਤ ਮੀਟਿੰਗ ਸੱਦੋ, ਤੁਹਾਨੂੰ ਕਦਮ ਚੁੱਕਣੇ ਚਾਹੀਦੇ ਆ। ਇਹ ਨਹੀਂ ਦੇਖਣਾ ਚਾਹੀਦਾ ਕਿ ਸੂਬੇ 'ਚ ਕਿਹਦੀ ਸਰਕਾਰ ਹੈ ਤਾਂ ਪਰਲੇ ਪਾਸੇ ਕਿਹਦੀ ਸਰਕਾਰ ਹੈ। ਤੁਸੀਂ ਤੁਰੰਤ ਮੀਟਿੰਗ ਸੱਦ ਕੇ ਅਸਲ ਜਿਹੜੇ ਪ੍ਰਦੂਸ਼ਣ ਦੇ ਕਾਰਨ ਨੇ, ਚਾਹੇ ਉਹ ਇੰਡਸਟਰੀ ਹੈ, ਚਾਹੇ ਉਹ ਟਰਾਂਸਪੋਰਟੇਸ਼ਨ ਹੈ, ਤੇ ਉਸ ਕਾਰਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਐਵੇਂ ਕਿਸਾਨਾਂ ਦੇ ਸਿਰ ਮੜ ਕੇ ਕੰਮ ਦੂਜੇ ਪਾਸੇ ਨਾ ਲੈ ਕੇ ਜਾਓ। ਹੁਣ ਸੰਧਾਲੀਆ ਸਾਹਿਬ ਇੱਥੇ ਦੇਖਣ ਵਾਲੀ ਗੱਲ ਜਿਹੜੀ ਹੈ ਕਿ ਉਹ ਤਾਂ ਉਪ ਰਾਜਪਾਲ ਸਾਹਿਬ ਤੁਰੀਆਂ ਜਾਂਦੀਆਂ ਫਾਈਲਾਂ ਨੂੰ ਵੀ ਬ੍ਰੇਕਾਂ ਲਾਉਂਦੇ ਆ, ਤੇ ਪ੍ਰਦੂਸ਼ਣ ਬਾਰੇ ਫਿਰ ਆਪਾਂ ਜਿਹੜਾ ਇਨੀਸ਼ੀਏਟਿਵ ਲੈਣਾ ਹੁੰਦਾ, ਜਿਹੜੀ ਆਪਾਂ ਪਹਿਲ ਕਦਮੀ ਕਰਨੀ ਹੁੰਦੀ ਹੈ, ਉਹਦੇ ਤੋਂ ਆਪਾਂ ਪਿਛਾਂਹ ਹਟ ਜਾਂਦੇ ਹਾਂ। ਹੁਣ ਉਹ ਪਹਿਲ ਕਦਮੀ ਜੇ ਅੱਜ ਵੀ ਹੁਣ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਐਮਪੀ ਰਹਿੰਦੇ ਆ, ਦਿੱਲੀ ਦੇ ਵਿੱਚ ਭਾਰਤ ਦੀ ਤਕਰੀਬਨ ਹਰ ਸਟੇਟ ਦੇ ਲੋਕ ਰਹਿੰਦੇ ਆ, ਹਰ ਸੂਬੇ ਦੇ, ਉਹਨਾਂ ਸਾਰਿਆਂ ਦੀ ਜਾਨ ਬਚਾਉਣੀ ਹੈ, ਉਹਨਾਂ ਸਾਰਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ, ਉਹਨਾਂ ਸਾਰਿਆਂ ਨੂੰ ਲੋਕਡਾਊਨ ਤੋਂ ਬਚਾਉਣਾ ਹੈ, ਉਹਨਾਂ ਸਾਰਿਆਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਬਚਾਉਣਾ ਹੈ। ਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਜੇ ਕੇਂਦਰ ਦੀ ਸਰਕਾਰ, ਦਿੱਲੀ ਦੀ ਸੂਬਾ ਸਰਕਾਰ ਤੇ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਜਿਹੜੇ ਮੇਅਰ ਪ੍ਰਧਾਨ ਨੇ ਜੇ ਇਕੱਠੇ ਨਹੀਂ ਹੋ ਸਕਦੇ, ਫਿਰ ਉਹਨੇ ਭਾਰਤ 'ਚ ਅਨੇਕਤਾ ਜੇਕਤਾ ਕਰਤੀ ਹੈ। ਨਹੀਂ ਜੇ ਅਜੇ ਵੀ ਨਾ ਇਕੱਠੇ ਹੋਣ ਤੇ ਫਿਰ ਉੱਥੇ ਜਾ ਕੇ ਮੇਰਾ ਖਿਆਲ ਇੱਕ ਗਰਾਊਂਡ 'ਚ ਇਕੱਠੇ ਹੋਣ, ਉਦੋਂ ਬਾਅਦ ਸਾਹ ਲੈਣ ਸਾਰੇ ਜੀ, ਤੇ ਫਿਰ ਆਖਣ ਵੀ ਹਾਂ ਬਈ ਮੈਂ ਆਪਣੇ ਹਿੱਸੇ ਦੀ ਸਾਹ ਲਿਆ ਤੇ ਤੇਰੇ ਅੰਦਰ ਹਵਾ ਹੋਰ ਗਈ ਹੈ ਤੇ ਉਹਦੇ ਅੰਦਰ ਹੋਰ ਗਈ ਹੈ ਨਾ। ਤੇ ਉਦੋਂ ਬਾਅਦ ਇੱਕ ਧੂਫ ਲਾ ਲੈਣ ਜਾਂ ਕੋਈ ਵੈਸੇ ਉੱਥੇ ਕੋਈ ਮੁਸ਼ਕ ਲਾ ਲੈਣ ਤੇ ਫਿਰ ਆਖਣ ਵੀ ਇਹ ਨਾ ਜਿਹੜਾ ਮੁਸ਼ਕ ਸਿਰਫ ਫਲਾਨੇ ਦੀਆਂ ਨਾਸਾਂ 'ਚ ਵੜਨਾ, ਦੂਜੀ ਦੀਆਂ 'ਚ ਨਹੀਂ ਵੜਨਾ, ਹੈ ਨਾ। ਸ਼ਾਇਦ ਉਦੋਂ ਸਮਝ ਆਵੇ ਵੀ ਭਾਈ ਜੇ ਕੁਦਰਤ ਨਹੀਂ ਤੁਹਾਡੇ ਨਾਲ ਭੇਦਭਾਵ ਕਰਦੀ ਤੇ ਅਸੀਂ ਕਿਉਂ ਕਰਦੇ ਹਾਂ।
ਇੱਕ ਚੀਜ਼ ਜ਼ਰੂਰ ਆਪਾਂ ਆਮ ਆਦਮੀ ਪਾਰਟੀ ਦੇ ਹੱਕ ਦੀ ਵੀ ਗੱਲ ਕਰਦੀ ਹੈ, ਕਿਸੇ ਵੇਲੇ ਗੁੱਸਾ ਕਰ ਜਾਂਦੇ, ਫਿਰ ਸਾਡੀ ਗੱਲ ਨਹੀਂ ਕਰਦੇ। ਮੁਸ਼ਕਲ ਇਹ ਆ ਵੀ ਜਿੰਨੀ ਵਾਰ ਉਹ ਜਿਹੜੀ ਚੀਜ਼ ਦਾ ਵੀ ਇਨੀਸ਼ੀਏਟਿਵ ਲੈਂਦੇ ਆ, ਪਹਿਲ ਕਰਦੇ ਆ, ਇਹਦੇ ਕੋਲ ਨੂੰ ਸਿਆਣ ਪਿਆ, ਪਰ ਮੁੜ ਕੇ ਉਹਨੂੰ ਚੁੱਕਦੇ ਨਹੀਂ। ਮੇਰਾ ਖਿਆਲ ਤੁਹਾਨੂੰ ਯਾਦ ਹੋਣਾ, ਜਦੋਂ ਸ਼ੁਰੂ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਸੀ ਤਾਂ ਇਹਨਾਂ ਨੇ ਇੱਕ ਔਡ ਈਵਨ ਦਾ ਫਾਰਮੂਲਾ ਦਿੱਤਾ ਵੀ ਦਿੱਲੀ ਦੇ ਵਿੱਚ ਇੱਕ ਦਿਨ 1 ਨੰਬਰ ਦੀਆਂ ਗੱਡੀਆਂ ਚੱਲਣਗੀਆਂ, ਅਗਲੇ ਦਿਨ 2 ਨੰਬਰ ਦੀਆਂ ਗੱਡੀਆਂ ਚੱਲਣਗੀਆਂ। ਉਹਦਾ ਵਿਰੋਧ ਜੇ ਸਭ ਤੋਂ ਵੱਧ ਕੀਤਾ ਤੇ ਬੀਜੇਪੀ ਵਾਲਿਆਂ ਕੀਤਾ। ਜਿੱਦਣ ਉਹ ਕਹਿੰਦੇ ਸੀ ਵੀ ਨਹੀਂ ਚਲਾਉਣੀਆਂ, ਉਹ ਬਦੋ ਬਦੇ ਚਲਾਏ, ਹਮ ਤੋਂ ਚਲਾਏਂਗੇ, ਚਲਾਨ ਕੱਟਣੇ ਕੱਟੋ ਹੀ ਚਲਾਉਣੀ ਹੈ। ਹਾਂ, ਇਹਨਾਂ ਉਹ ਸਾਰਾ ਕੁਝ ਹੋਇਆ। ਉਦੋਂ ਮੇਰੇ ਖਿਆਲ ਮੀਡੀਆ ਨੇ ਵੀ ਕਵਰ ਕੀਤਾ, ਹਰ ਥਾਂ ਤੇ ਗੱਲ ਪਹੁੰਚੀ। ਉਹ ਸਾਰੇ ਵਿਰੋਧ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਹੁਣ ਸਵਾਲ ਇਹ ਆ ਵੀ ਜੇ ਏਡੀ ਵੱਡੀ ਅਦਾਲਤ ਦੇ ਵਿੱਚ ਜਾ ਕੇ ਇਸ ਵਕਤ ਲੜਾਈ ਲੜੀ ਜਾ ਰਹੀ ਆ, ਤੇ ਜਿਹੜੀ ਤੁਸੀਂ ਅੱਗੇ ਗੱਲ ਕਹੀ ਵੀ ਜਦੋਂ ਅਦਾਲਤ ਨੇ ਕਿਹਾ ਵੀ ਹਾਂ ਭਾਈ ਸਾਹਿਬ ਮਸ਼ੀਨਾਂ ਘੱਟ ਨੇ, ਤੇ ਉਹ ਕਹਿੰਦੇ ਜੀ ਸਾਰੀਆਂ 70 ਤੇ ਮਸ਼ੀਨਾਂ ਨੇ, ਦੱਸੋ ਜੀ ਏਡੀ ਵੱਡੀ ਦਿੱਲੀ 'ਚ ਇਹ ਫਿਰ ਹੋਰ ਲਿਆਉਣ ਜੀ। ਉਹ ਕਰਨ ਨਾਲੋਂ ਇਹਨਾਂ ਨੂੰ ਚਾਹੀਦਾ ਸੀ ਵੀ ਅਸੀਂ ਆਪਣੇ ਤੌਰ ਤੇ ਮਹਾਰਾਜ ਆਹ ਫੈਸਲਾ ਕੀਤਾ ਸੀ। ਅਸੀਂ ਉਦੋਂ ਤੋਂ ਫੈਸਲਾ ਲਿਆ ਸੀ ਜਦੋਂ ਅਜੇ ਦਿੱਲੀ 'ਚ ਪੋਲਿਊਸ਼ਨ ਘੱਟ ਸੀ, ਦਿਨੋਂ ਦਿਨ ਇਹ ਸਮੱਸਿਆ ਵੱਧਦੀ ਗਈ। ਇਹਨਾਂ ਬੰਦਿਆਂ ਨੇ ਸਾਡੀ ਉਹ ਜਿਹੜੀ ਸਕੀਮ ਨਹੀਂ ਸੀ ਚੱਲਣ ਦਿੱਤੀ ਜੀ, ਪੁੱਛੋ ਇਹਨਾਂ ਨੂੰ ਜੀ। ਮਤਲਬ ਜੇ ਉੱਤੇ ਲਿਆਉਂਦੇ ਤੇ ਫਿਰ ਹੋ ਸਕਦਾ ਵੀ ਗੱਲ ਹੋਰ ਹੁੰਦੀ। ਸੰਧਾਲੀਆ ਸਾਹਿਬ, ਜਦੋਂ ਨਾ ਮਨੁੱਖੀ ਆਧਾਰ ਦੇ ਉੱਤੇ ਅਫਗਾਨਿਸਤਾਨ ਨੂੰ ਅਨਾਜ ਭੇਜਣ ਦੀ ਗੱਲ ਚੱਲੀ ਕਿ ਭਾਈ ਆਪਾਂ ਮਨੁੱਖੀ ਆਧਾਰ ਦੇ ਉੱਤੇ ਭੇਜਣਾ ਉਧਰਲੇ ਪਾਸੇ, ਕਿ ਬੰਦੇ ਮਰਨੇ ਨਹੀਂ ਚਾਹੀਦੇ ਭੁੱਖ ਦੇ ਨਾਲ, ਅਸੀਂ ਬਚਾਉਣੇ ਆ, ਚਾਹੇ ਕੂਟਨੀਤਿਕ ਸੰਬੰਧ ਉਸ ਦੇਸ਼ ਦੀ ਤਾਲਿਬਾਨ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਹੈ ਨਹੀਂ। ਬਹੁਤ ਵਧੀਆ ਗੱਲ ਹੈ, ਇਹ ਕੇਂਦਰ ਸਰਕਾਰ ਦੀ ਪਿੱਠ ਥਾਪੜਨੀ ਚਾਹੀਦੀ ਹੈ, ਚਾਹੇ ਕਿਸੇ ਕਾਰਨ ਕਰਕੇ ਸਹੀ, ਪਰ ਉਹਨਾਂ ਨੇ ਅਫਗਾਨਿਸਤਾਨ ਦੇ ਲਈ ਦਿਲ ਦੇ ਦਰਵਾਜ਼ੇ ਖੋਲ੍ਹੇ। ਪਰ ਉੱਥੇ ਲੋਕਾਂ ਨੂੰ ਭੁੱਖ ਤੋਂ ਬਚਾਉਣਾ ਤੇ ਇੱਥੇ ਬਿਮਾਰੀਆਂ ਤੋਂ ਬਚਾਉਣਾ, ਤੇ ਆਪਣੇ ਦੇਸ਼ ਦੀ ਰਾਜਧਾਨੀ ਹੈ। ਤੁਸੀਂ ਇਹ ਦੇਖੋ ਕਿ ਕਿੰਨੇ ਸਾਲ ਹੋ ਗਏ ਰੌਲਾ ਪੈਂਦੇ ਨੂੰ, ਇੰਨੇ ਸਾਲ ਜਦ ਰੌਲਾ ਪੈਂਦੇ ਨੂੰ ਹੋ ਗਏ, ਤਾਂ ਜੇ ਉਹਨਾਂ ਦੇ ਕੋਲ 70 75 ਜਾਂ 80 ਗੱਡੀਆਂ ਜਾਂ ਸਫਾਈ ਦੀਆਂ, ਤਾਂ ਬਿਨਾਂ 1 ਮਿੰਟ ਵੀ ਇੱਧਰ ਉੱਧਰ ਕੀਤਿਆਂ ਮੈਨੂੰ ਲੱਗਦਾ ਕਿ ਦੇਸ਼ ਦੀ ਰਾਜਧਾਨੀ ਦੇ ਲਈ 200 ਗੱਡੀ ਤਾਂ ਕੇਂਦਰ ਸਰਕਾਰ ਪ੍ਰਬੰਧ ਕਰ ਦੇਵੇ, ਜਾਂ ਇਹ ਕਹਿ ਦੇਵੇ ਜੀ 80% ਪੈਸੇ ਦਿੰਨੇ ਆ, 10% ਸੂਬੇ ਦੀ ਸਰਕਾਰ ਪਾਵੇ, 10% MCD ਪਾ ਦੇਵੇ, ਦਿੱਲੀ ਦੀ ਜਿਹੜੀ ਕਾਰਪੋਰੇਸ਼ਨ ਹੈ ਕਿ ਤੁਸੀਂ ਪਾ ਦਿਓ ਤੇ 80% ਅਸੀਂ ਦਿੰਨੇ ਆ। ਕਿਉਂਕਿ ਜਿਹੜੇ ਵੀ ਰਾਸ਼ਟਰਪਤੀ ਨੇ ਉਤਰਨਾ, ਜਿਹੜੇ ਵੀ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਤਰਨਾ, ਦੂਸਰੇ ਦੇਸ਼ ਦੇ ਵਫਦ ਨੇ ਉਤਰਨਾ, ਸਗੋਂ ਉਹਨਾਂ ਦੇ ਕੌਂਸੂਲੇਟ ਦਫ਼ਤਰ ਤਾਂ ਉੱਥੇ ਨੇ ਨਾ, ਉਹਨਾਂ ਦੇ ਦੂਤਾਵਾਸ ਤਾਂ ਉੱਥੇ ਨੇ, ਉਹ ਵੀ ਜਾ ਕੇ ਉੱਥੇ ਦੱਸਦੇ ਹੋਣੇ ਆ ਜੀ ਕੀ ਕਰੀਏ, ਸਮਾਨ ਦੇਖੇ ਨੂੰ ਕਈ ਦਿਨ ਹੋ ਗਏ ਕਿਉਂਕਿ ਧੂੜ ਹੀ ਦਿਸਦੀ ਆ ਇਕੱਲੀ। ਹੁਣ ਜੇ ਆਪਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਬਚਾਉਣ ਦੇ ਲਈ ਮਾਨਵੀ ਆਧਾਰ ਤੇ, ਮਨੁੱਖੀ ਆਧਾਰ ਦੇ ਉੱਤੇ ਫੈਸਲਾ ਲੈ ਸਕਦੇ ਆ, ਤਾਂ ਇੱਥੇ ਵੀ ਰੋਕਾਂ ਤੋੜ ਦੇਣੀਆਂ ਚਾਹੀਦੀਆਂ ਸੀ। ਕਿੰਨੀ ਕੁ ਵਾਰੀ ਕਿਸੇ ਨੇ ਕਿਹਾ ਕਿ ਭਾਈ ਆ ਜਾਓ ਆਪਾਂ ਇਕੱਠੇ ਬੈਠਦੇ ਹਾਂ, ਬਾਕੀ ਸਾਰੀਆਂ ਗੱਲਾਂ ਬਾਅਦ 'ਚ, ਅਗਲੇ ਸਾਲ ਤੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਨਹੀਂ ਹੋਣ ਦੇਣਾ। ਨਾ, ਆ 5-7 ਦਿਨ ਰੌਲਾ ਪੈਣਾ, ਜਿੰਨੀ ਦੇਰ ਸੁਪਰੀਮ ਕੋਰਟ ਨੇ ਧੌਣ ਦੇ ਉੱਤੇ ਗੋਡਾ ਰੱਖਣਾ, ਮਾੜੇ ਮੋਟੇ ਬਿਆਨ ਤੇ ਐਮਰਜੈਂਸੀ ਮੀਟਿੰਗਾਂ ਹੋਣੀਆਂ, ਜਿੱਦਾਂ ਮਾਨਯੋਗ ਸੁਪਰੀਮ ਕੋਰਟ ਦਾ ਧਿਆਨ ਕਿਸੇ ਹੋਰ ਪਾਸੇ ਹੋਣਾ, ਇਹਨਾਂ ਨੇ ਕੱਪੜੇ ਝੜ ਕੇ ਕੁਰਸੀਆਂ ਤੇ ਬਹਿ ਜਾਣਾ। ਇਹ ਤਾਂ ਹੈ ਇੱਕ ਵੈਸੇ ਆਈਡੀਆ ਕਿਤੇ ਕਿਤੇ ਚੱਲਦਾ ਵੀ, ਈਵਨ ਦਿੱਲੀ 'ਚ ਵੀ ਚੱਲਦਾ, ਬਾਕੀ ਸ਼ਹਿਰਾਂ 'ਚ ਵੀ ਚੱਲਦਾ, ਪਰ ਉਹ ਬੜਾ ਅਜੀਬ ਤਰੀਕੇ ਨਾਲ ਚੱਲਦਾ ਕਿ ਮੰਨ ਲਓ ਜੀ ਆਹ ਫਲਾਨੀ ਇੱਕ ਜਗ੍ਹਾ ਹੈ, ਇੱਥੇ ਅਸੀਂ ਇੱਕ ਹੋਰਡਿੰਗ ਅਲਾਓ ਕਰ ਦਿੱਤਾ, ਇਸ ਹੋਰਡਿੰਗ ਤੇ ਆਪਣੀ ਮਸ਼ਹੂਰੀ ਲਵਾ ਲਓ, ਇੰਨੇ ਪੈਸੇ ਲੱਗਣਗੇ, ਹਫ਼ਤੇ ਦੇ ਹਿਸਾਬ ਨਾਲ ਲਵਾ ਲਓ, ਮਹੀਨੇ ਦੇ ਹਿਸਾਬ ਨਾਲ ਲਵਾ ਲਓ, ਤੁਸੀਂ ਸਾਲ ਦਾ ਹੀ ਠੇਕਾ ਮਾਰਨਾ ਸਾਲ ਦਾ ਮਾਰ ਲਓ। ਮੈਨੂੰ ਲੱਗਦਾ ਵੀ ਜੇ ਉਹਨਾਂ ਨੂੰ ਜਾਪਦਾ ਵੀ ਯਾਰ ਇਸ ਵਕਤ ਸਾਨੂੰ ਲੋੜ ਹੈ ਕਿ ਵੀ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਦੇ ਵਿੱਚ ਚੰਗੀ ਹਵਾ ਆਵੇ, ਮਤਲਬ ਆ ਜੋ ਕੁਝ ਵੀ ਹੈਗਾ ਇਹਦਾ ਕੋਈ ਨਾ ਕੋਈ ਹੱਲ ਕਰੀਏ, ਤੇ ਕਿਉਂ ਨਾ ਉਹ ਜਿਹੜੇ ਮਤਲਬ ਲੋਹੇ ਦੇ ਪੋਲ ਗੱਡਣੇ ਆ ਉਹਦੀ ਥਾਂ ਤੇ ਰੁੱਖਾਂ ਵਾਲਾ ਕੰਮ ਕਰ ਲੈਣ ਵੀ ਮਹਾਰਾਜ ਆਹ ਇੱਕ ਸੜਕ ਹੈ ਜੀ, ਇਹਦੇ ਤੇ ਅਸੀਂ ਰੁੱਖ ਬੂਟੇ ਲਾਉਣ ਦੀ ਜਾਂ ਇਹਨੂੰ ਹਰਿਆਲੀ ਦੇ ਲਈ ਠੇਕਾ ਦਿੰਦੇ ਆ। ਉਹ ਜਿਹੜਾ ਵੀ ਬੰਦਾ ਇਹ ਲੈਣਾ ਚਾਹੇ ਉਹਦਾ ਪੱਕਾ ਠੇਕਾ, ਉਹ ਆਪਣੀ ਮਸ਼ਹੂਰੀ ਲਾਵੇ, ਜੋ ਮਰਜ਼ੀ ਕਰੇ, ਭਾਈ ਸਾਹਿਬ ਸਾਂਭ ਸੰਭਾਲ ਉਹਦੀ। ਹੁਣ ਇੱਕ ਤੇ ਉਹਦੇ ਨਾਲ ਇਹ ਹੋ ਜਾਊਗਾ ਵੀ ਜਿੱਥੇ ਲੋਹੇ ਦੇ ਪੋਲ ਤੇ ਕੰਕਰੀਟ ਦੇ ਖੰਭੇ ਗੱਡ ਕੇ ਤੇ ਉਦੋਂ ਬਾਅਦ ਇੱਕ ਦਿਨ ਇੱਕ ਚਾਰਟ ਲੱਗਦਾ, ਅਗਲੇ ਦਿਨ ਕੋਈ ਉੱਤੇ ਦਾਤੀ ਫੇਰ ਜਾਂਦਾ, ਪਰਸੋਂ ਆ ਜਾਂਦਾ ਵੀ ਉਹ ਨਹੀਂ ਲੀਡਰ ਸਾਹਿਬ ਦੀ ਫੋਟੋ ਐਂ ਲਾਈ ਸੀ, ਉੱਤੇ ਕੋਈ ਕਾਲਾ ਤੇਲ ਹੀ ਮਲ ਗਿਆ। ਘੱਟੋ ਘੱਟ ਉਹਦੀ ਜਗ੍ਹਾ ਦੇ ਉੱਪਰ ਲੋਕਾਂ ਨੂੰ ਇੱਕ ਸਾਫ਼ ਸੁਥਰਾ ਜਿਹਾ ਮਾਹੌਲ, ਸਾਫ਼ ਸੁਥਰੇ ਜਿਹੇ ਬੂਟੇ, ਸਾਫ਼ ਸੁਥਰਾ ਜਿਹਾ ਹਵਾ ਪਾਣੀ ਮਿਲੂਗਾ ਤਾਂ ਜ਼ਿਆਦਾ ਵਧੀਆ ਨਹੀਂ ਬਹੁਤ ਚੰਗਾ। ਜੇ ਕਿਤੇ ਇਦਾਂ ਹੋ ਜਾਵੇ ਠੀਕ ਆ, ਤੇ ਜੇ ਇਦਾਂ ਹੋ ਜਾਵੇ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਮੋਢੋ ਦਾ ਤੇਲ ਪਾਪਾ ਨਾ ਗਾਲ ਦਿਓ, ਯਾਨੀ ਵੀ ਉਹਨੂੰ ਪਹਿਲਾਂ ਹਵਾ ਜੋਗਾ ਰਹਿਣ ਦਿਓ, ਮੁੜ ਕੇ ਉਹ ਤੁਹਾਡੇ ਤੋਂ ਆਕਸੀਜਨ ਦਾ ਸਿਲੰਡਰ ਬੂਟਾ ਮੰਗੀ ਜਾਵੇ। ਤੇ ਇੱਕ ਇੱਥੇ ਬੇਨਤੀ ਹੋਰ ਸੀ, ਜੇ ਹੁਣ ਮਾਣਯੋਗ ਸੁਪਰੀਮ ਕੋਰਟ ਨੇ ਏਡੇ ਵੱਡੇ 2 ਇਨੀਸ਼ੀਏਟਿਵ ਲਏ, ਇੱਕ ਲਖੀਮਪੁਰ ਖੀਰੀ ਵਾਲੇ ਮੁੱਦੇ ਤੇ ਤਾਂ ਦੂਸਰੇ ਪਾਸੇ ਇੱਧਰ, ਜੇ ਕਿਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ, ਕਿਉਂਕਿ ਹੁਣ ਜੇ ਕਿਸਾਨਾਂ ਦਾ ਮੁੱਦਾ ਚੱਲਿਆ ਹੀ ਹੈ ਤੇ ਮਾਣਯੋਗ ਸੁਪਰੀਮ ਕੋਰਟ ਨੂੰ ਪਤਾ ਵੀ ਲੱਗ ਗਿਆ ਕਿ ਸਿਆਸੀ ਤੌਰ ਤੇ ਕਿਸਾਨਾਂ ਨੂੰ ਘੜੀਸਦੇ ਆ, ਕੰਮ ਨਹੀਂ ਕਰਦੇ ਜਿਹੜਾ ਕੰਮ ਕਰਨਾ ਚਾਹੀਦਾ। ਮਾਣਯੋਗ ਸੁਪਰੀਮ ਕੋਰਟ ਕਿਤੇ ਨਾਲ ਲੱਗਦਾ ਇੱਕ ਕੰਮ ਹੋ ਜਾਵੇ, ਮੈਂ ਕਿ ਪਰਾਲੀ ਸੜਦੀ ਕਿਉਂ ਆ, ਕਿਸਾਨ ਦਿੱਲੀ ਦੇ ਮੁੱਢ ਬੈਠੇ ਆ, ਡਿਊਟੀ ਲਾ ਦੇਣ ਕਿਸੇ ਦੀ ਕਿ ਭਾਈ ਉਹ ਬੈਠੇ ਅੰਦੋਲਨ ਕਰਦੇ ਆ, ਉਹਨਾਂ ਤੋਂ ਪੁੱਛਾਓ ਕਿ ਭਾਈ ਤੁਸੀਂ ਪਰਾਲੀ ਕਿਉਂ ਸਾੜਦੇ ਹੋ, ਚਾਹੇ 10% ਵੀ ਪੋਲਿਊਸ਼ਨ ਆ। ਉਹ ਕਹਿਣ ਜੀ ਸਾਡੇ ਕੋਲੇ ਟਰੈਕਟਰ ਨਹੀਂ ਹੈ ਵੱਡਾ, ਉਹ ਕਹਿਣ ਜੀ ਸਾਡੇ ਕੋਲੇ ਪੈਸੇ ਨਹੀਂ ਹੈ, ਸਾਨੂੰ ਡੀਜ਼ਲ ਫੂਕਣਾ ਪੈਂਦਾ, ਜੇ ਅਗਲੀ ਫਸਲ ਛੇਤੀ ਹੋ ਜਾਂਦੀ ਹੈ ਅਸੀਂ ਉਹ ਫਿਰ ਬੀਜਣੀ ਹੁੰਦੀ ਹੈ। ਉਹ ਸਾਰੀ ਰਿਪੋਰਟ ਤਿਆਰ ਕਰਕੇ ਲਿਆਉਣ ਤੇ ਮੁੜ ਕੇ ਫਿਰ ਸਰਕਾਰਾਂ ਨੂੰ ਪੁੱਛਣ ਕਿ ਭਾਈ ਆਹ ਤੁਹਾਡਾ ਕਿਸਾਨ ਹੈ,
ਕਿਉਂਕਿ ਹੁਣ ਤਾਂ ਸੁੱਖ ਨਾਲ ਪੋਰਟਲ ਦੇ ਉੱਤੇ ਆਨਲਾਈਨ ਹੀ ਸਾਰੇ ਅੰਕੜੇ ਹੈਗੇ ਕਿ ਕਿਸਾਨਾਂ ਦੇ ਕੋਲੇ ਪੰਜਾਬ 'ਚ ਕਿੰਨੀ ਜ਼ਮੀਨ ਹੈ ਤੇ ਕਿੰਨਿਆਂ ਦੇ ਉੱਤੇ ਕਰਜ਼ਾ ਹੈ ਤੇ ਕਿੰਨੇ ਹੁਣ ਵੱਡਾ ਟਰੈਕਟਰ ਲੈ ਕੇ ਫਸਲ ਜਿਹੜੀ ਹੈ ਉਹਦੀ ਰਹਿੰਦ ਖੂੰਦ ਨੂੰ ਖੇਤ ਦੇ ਵਿੱਚ ਵਾਹ ਕੇ ਗਲਾਉਣ ਦੀ ਸਮਰੱਥਾ ਰੱਖਦੇ ਆ। ਫਿਰ ਉਹਦੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੁੱਛਣ ਤੁਹਾਡੇ ਕੋਲ ਕਿਹੜਾ ਕੈਪਸੂਲ ਆਵੇ ਦੱਸੋ। ਫਿਰ ਪੰਜਾਬ ਵਾਲਿਆਂ ਨੂੰ ਵੀ ਪੁੱਛ ਲੈਣ ਕਿ ਤੁਹਾਡੇ ਕੋਲ ਕੈਪਸੂਲ ਕਿਉਂ ਹੈ ਨਹੀਂ ਦੱਸੋ। ਫਿਰ ਕੇਂਦਰ ਵਾਲਿਆਂ ਨੂੰ ਪੁੱਛ ਲੈਣ ਕਿ ਕਾਨੂੰਨ ਬਣਾਉਣਾ ਹੁੰਦਾ ਤਾਂ ਤੁਸੀਂ ਦੂਜੇ ਦੇ ਪਰਲੇ ਪਾਸੇ ਦੀ ਕੰਧ ਦੇ ਉੱਤੇ ਨੂੰ ਜਾ ਕੇ ਵੀ ਬਣਾ ਲੈਂਦੇ ਹੋ। ਜੇ ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਇੱਕ ਸੂਬੇ ਦੀ ਸਰਕਾਰ ਕਹਿੰਦੀ ਆ ਕਿ ਸਾਡੇ ਕੋਲੇ ਕੈਪਸੂਲ ਆ ਤਾਂ ਤੁਸੀਂ ਉਹਨਾਂ ਨੂੰ ਬੇਨਤੀ ਕਰੋ, ਇੱਕ ਤਾਂ ਉਹਨਾਂ ਦਾ ਧੰਨਵਾਦ ਕਰੋ, ਚਾਹ ਕੱਪ ਉਹਨਾਂ ਨੂੰ ਪਿਆਓ ਤੇ ਉਹਨਾਂ ਨੂੰ ਕਹੋ ਦੱਸੋ ਜੀ ਕੈਪਸੂਲ ਕਿੱਦਾਂ ਬਣਿਆ। ਅਸੀਂ ਉੱਤਰ ਭਾਰਤ ਦੇ ਵਿੱਚ ਜਿੱਥੋਂ ਮੁੜ ਕੇ ਨਾਸਾ ਵਾਲੇ ਤਸਵੀਰਾਂ ਭੇਜਦੇ ਹੁੰਦੇ ਅਸੀਂ ਅਗਲੀ ਵਾਰੀ ਨਾਸਾ ਦੀਆਂ ਨਾਸਾਂ ਬੰਦ ਕਰਨੀਆਂ ਕਿ ਅਸੀਂ ਆ ਕੈਪਸੂਲ ਵਾਲਾ ਕੰਮ ਚਲਾ ਦੇਣਾ ਜੀ ਠੀਕ ਹੈ ਤੇ ਅਗਲੀ ਵਾਰੀ ਅਗਲੇ ਫੋਟੋ ਖਿੱਚਣਗੇ ਤੇ ਥੱਲਿਓਂ ਪੰਜਾਬ ਦੇ ਵਿੱਚ ਜੇ ਕੋਈ ਬਜ਼ੁਰਗ ਬੰਦਾ ਡਾਂਗ ਲੈ ਕੇ ਵੀ ਤੁਰਿਆ ਜਾਂਦਾ ਤਾਂ ਅਗਲੇ ਨੂੰ ਨਾਸਾ ਵਾਲਿਆਂ ਨੂੰ ਪਤਾ ਲੱਗੇ ਭਾਈ ਕਿਹੜੀ ਰੰਗ ਦੀ ਡਾਂਗ ਲੈ ਕੇ ਜਾਂਦਾ ਜੀ। ਨਹੀਂ ਇਹ ਬੜਾ ਜ਼ਰੂਰੀ ਆ, ਪਰ ਚੱਕਰ ਪਤਾ ਕੀ ਆ WhatsApp ਇਹ ਨਾ ਤੁਸੀਂ ਸਮਝੋ ਵੀ ਕੈਪਸੂਲ ਹੈ ਨਹੀਂ। ਅੱਛਾ ਕੈਪਸੂਲ ਤੇ ਤੁਰਿਆ ਫਿਰਦਾ ਪਹਿਲਾਂ ਹੁੰਦਾ ਸੀ ਵੀ ਫਲਾਨਾ ਸਿਆ ਆਪਾਂ ਨਾ ਫਲਾਨਾ ਕੰਮ ਕਰਨਾ, ਉਹ ਕਹਿੰਦੇ ਕਰ ਦਿਆਂਗੇ ਜੀ, ਉਹ ਫਿਰ ਹੋ ਗਿਆ ਉਹ ਤੇ ਸਰ ਕੱਲ ਹੀ ਕਰ ਦਿੱਤਾ ਹੈ। ਇਹਨੂੰ ਹੁੰਦਾ ਵੀ ਅਗਲੇ ਨੇ ਗੋਲੀ ਦੇਤੀ ਵੀ ਯਾਰ ਉੱਪਰੋਂ ਜੇ ਆਰਡਰ ਆਇਆ ਤੇ ਥੱਲਿਓਂ ਕਰਨਾ ਕੁਛ ਨਹੀਂ। ਆਪਾਂ ਕਿੰਨੀ ਨਾ ਸੁਣਦੇ ਹਰਿਆਣੇ ਦੀ ਸਰਕਾਰ ਲਾ ਲਓ, ਪੰਜਾਬ ਵਾਲੀ ਲਾ ਲਓ, ਅਸੀਂ ਇੰਨਾ ਪੈਸਾ ਰੱਖ ਲਿਆ ਇਹ ਹੁਣ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਉਤਸ਼ਾਹਿਤ ਕਰਨ ਦੇ ਲਈ ਅਸੀਂ ਦੇਣਾ ਹੈ। ਲੈ ਵੀ ਕਿਸੇ ਕਿਸਾਨ ਨੂੰ ਮਿਲਿਆ ਹੋਵੇ ਤਾਂ ਟਿੱਪਣੀ ਜ਼ਰੂਰ ਕਰ ਦਿਓ ਵੀ ਮੈਨੂੰ ਸਰਕਾਰ ਨੇ ਪੈਸੇ ਦਿੱਤੇ ਵੀ ਭਾਈ ਪਰਾਲੀ ਸਾਂਭਣ ਲਈ। ਉਹ ਜਿਹੜੀਆਂ ਵੀ ਉੱਤੇ ਚੀਜ਼ਾਂ ਬਣੀਆਂ ਸਕੀਮਾਂ ਬਣੀਆਂ, ਇੱਕ ਮਿੰਟ ਮੇਰੀ ਸੁਣ ਲਓ ਪਹਿਲਾਂ ਗੱਲ, ਕੈਪਸੂਲ ਤੇ ਆਉਣ ਲੱਗਾ ਮੈਂ। ਸੁਣਦੇ ਤੁਸੀਂ ਵੀ ਨਹੀਂ ਹੁੰਨੇ? ਨਹੀਂ ਮੈਂ ਨਾ ਵੀ ਗੋਲੀ ਤੋਂ ਬਾਅਦ ਹੁਣ ਕੈਪਸੂਲ ਤੇ ਚੱਲ ਗਿਆ ਕੰਮ। ਉਹ ਜਿਹੜਾ ਕੈਪਸੂਲ ਦੇਣ ਦੀ ਬਜਾਏ ਜਿਹੜਾ ਉਹ ਗਲਾਉਣ ਵਾਲਾ ਕੈਪਸੂਲ ਉਧਰਲੇ ਪਾਸੇ ਆ ਜਾਣ ਤੇ ਮਸਲਾ ਹੱਲ ਹੋ ਜਾਊਗਾ। ਨਹੀਂ ਹੱਲ ਹੋ ਜਾਊਗਾ। ਤੁਸੀਂ ਕਹਿੰਦੇ ਨਾ ਕਿ ਕੋਈ ਦੱਸ ਦਿਓ, ਇੱਥੇ ਤਾਂ ਪੇਸ਼ ਕਰ ਦਿੱਤੇ ਸੀ ਇੱਕ ਵਾਰੀ ਕਿ ਭਾਈ ਆ ਦੇਖੋ ਜੀ ਇਹਨਾਂ ਨੂੰ ਪੈਸੇ ਮਿਲੇ ਆ, ਇਹਨਾਂ ਨੂੰ ਮਸ਼ੀਨਰੀ ਮਿਲੀ, ਤੁਹਾਨੂੰ ਯਾਦ ਆ ਗਿਆ ਕਿ ਨਹੀਂ ਆ ਗਿਆ? ਜਾਨੀ ਸਾਰੇ ਪੰਜਾਬ 'ਚ ਪਰਾਲੀ ਨੂੰ ਅੱਗਾਂ ਲੱਗੀਆਂ ਆ ਤੇ ਬੰਦੇ ਉੱਥੇ ਜਾ ਕੇ ਪਤਾ ਨਹੀਂ ਕਿਹੜੇ ਪੇਸ਼ ਕਰਦੇ ਜੀ ਇਹਨਾਂ ਨੂੰ ਅਸੀਂ ਪੈਸੇ ਦਿੱਤੇ ਆ। ਮਾਨਯੋਗ ਅਦਾਲਤ ਸਾਹਿਬ ਅਸੀਂ ਦਿੱਤੇ ਪੈਸੇ, ਹੱਥੀਂ ਜਾ ਕੇ ਦੇ ਕੇ ਗਿਣ ਕੇ ਦੇ ਕੇ ਦੱਸੋ ਨਾਲ ਨੋਟ ਕੋਈ ਪਾਟਾ ਤਾਂ ਨਹੀਂ ਸੀ। ਇਹ ਨਹੀਂ ਲਾਉਂਦੇ ਜੀ ਅੱਗ ਹੁਣ। ਅੱਛਾ ਇਹ ਵੀ ਦੱਸ ਦਈਏ, ਮੇਰਾ ਖਿਆਲ ਆ ਪਿਛਲੇ ਦਿਨ ਮੈਂ ਪਿੰਡ ਦਾ ਨਾਂ ਭੁੱਲ ਗਿਆ, ਉਹਨਾਂ ਨੂੰ 2 ਸਾਲ ਹੋ ਗਏ ਉਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਜੀ। ਸਰਕਾਰ ਨੇ ਉਹਨਾਂ ਦੀ ਬਾਂਹ ਨਹੀਂ ਫੜੀ, ਕਿਸੇ ਨੇ ਉਹਨਾਂ ਦੀਆਂ ਗੱਠਾਂ ਨਹੀਂ ਲਾਈਆਂ, ਜਿਹੜੀਆਂ ਉਹਨਾਂ ਨਾਲ ਵਾਅਦੇ ਕੀਤੇ ਸੀ ਕਿਸੇ ਪਾਸੇ ਨਹੀਂ ਚੱਲਿਆ। ਐਤਕੀਆਂ ਅਗਲਾ ਨੇ ਕਹਿ ਕੇ ਅੱਗ ਲਾਈ ਵੀ ਆ ਲਓ ਸਰਕਾਰ ਜੀ ਹੁਣ ਤੁਹਾਡੇ ਸਿਰ ਚੜ ਕੇ ਅੱਗ ਲਾਉਣ ਲੱਗਾ। ਵੀ ਅੱਗ ਲਾਈ ਤੁਹਾਡੇ ਵਾਅਦਿਆਂ ਨੂੰ, ਇਹਦੇ ਕਹਿੰਦੇ ਅੱਗ ਲਾਈ। ਇਹ ਵੀ ਕਹਿੰਦੇ ਪੱਛੀ ਲੱਗੇ ਤੁਹਾਡੇ ਵਾਅਦੇ। ਹੁਣ ਇੱਥੋਂ ਤੱਕ ਪਹੁੰਚ ਗਿਆ ਕੰਮ। ਨਹੀਂ ਇਦਾਂ ਹੀ ਆ ਸੰਧਾਲੀਆ ਸਾਹਿਬ, ਅਸਲ ਦੇ ਵਿੱਚ ਨਾ ਹਾਲਾਤ ਇਹ ਦੱਸਦੇ ਆ ਕਿ ਕਿਸਾਨ ਦੀ ਬਾਂਹ ਫੜੋ ਮਰੋੜੋ ਨਾ। ਜਾਨੀ ਇੱਕ ਬਾਂਹ ਆ, ਇੱਕ ਅਗਲੇ ਦਾ ਹੱਥ ਹੈ ਕਿ ਇੱਕ ਤਾਂ ਹੈ ਕਿ ਤੁਸੀਂ ਫੜਨੀ ਆ ਕਿ ਭਾਈ ਮੈਂ ਤੈਨੂੰ ਡਿੱਗਣ ਦਿੰਦਾ, ਦੂਸਰਾ ਵੀ ਅਗਲੇ ਦੀ ਬਾਂਹ ਮਰੋੜ ਦੇਣੀ ਹੈ। ਟੁੱਟੀ ਕਿ ਨਹੀਂ ਟੁੱਟੀ ਅਜੇ, ਜੇ ਨਹੀਂ ਟੁੱਟੀ ਕੜਕ ਇੱਕ ਵਾਰੀ ਹੋਰ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਕਲੇਸ਼, ਇੱਕ ਨਵੀਂ ਸਮੱਸਿਆ ਕਿਸਾਨ ਦੇ ਗਲ ਪੈ ਗਈ। ਬੜਾ ਚਰਚਾ ਚੱਲਦਾ ਸੀ ਕਿ ਕਿਸਾਨਾਂ ਨੂੰ ਸਰਕਾਰੀ ਪੋਰਟਲ ਦੇ ਉੱਤੇ ਆਪਣੀ ਜ਼ਮੀਨ ਚੜਵਾਉਣੀ ਪਊਗੀ ਕਿ ਤੁਸੀਂ ਕਿੰਨੀ ਜ਼ਮੀਨ ਦੇ ਮਾਲਕ ਹੋ, ਫਰਦਾਂ ਲਿਆ ਕੇ ਦਿਓ, ਜਮਾਬੰਦੀਆਂ ਲਿਆ ਕੇ ਦਿਓ, ਆੜਤੀਆ ਸਾਹਿਬ ਨੂੰ ਦੇਣੀਆਂ, ਉਹਨਾਂ ਨੇ ਮੁੜ ਕੇ ਚੜਾਉਣੀਆਂ। ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਨਾ ਦਿਓ, ਇਦਾਂ ਨਾ ਕਰੋ, ਬਹੁਤ ਦਿੱਕਤਾਂ ਬਹੁਤ ਗੁੰਝਲਾਂ ਆਉਣਗੀਆਂ। ਇੱਥੇ ਮੁਸ਼ਤਰਕੇ ਖਾਤੇ ਨੇ, ਕੋਈ ਬੰਦਾ ਵਿਦੇਸ਼ ਗਿਆ, ਤੁਸੀਂ ਮੁੜ ਕੇ ਜ਼ਮੀਨ ਦੇ ਮਾਲਕਾਂ ਦੇ ਨਾਂ ਦੇ ਉੱਤੇ ਪੈਸੇ ਪਾਓਗੇ, ਬੰਦੇ ਤਾਂ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ, ਲਿਖਤ ਪੜਤ ਕੋਈ ਨਹੀਂ ਹੁੰਦੀ, ਅਜੇ ਭਾਈਚਾਰਕ ਸਾਂਝ ਬਚੀ ਹੋਆ। ਉਹੀ ਗੱਲ ਹੋਈ, ਪੰਜਾਬ ਦੇ 11 ਲੱਖ ਤੋਂ ਵੱਧ ਕਿਸਾਨਾਂ ਨੇ ਰਜਿਸਟ੍ਰੇਸ਼ਨ ਕਰਾਤੀ ਕਿਉਂਕਿ ਅਗਰ ਅਸੀਂ ਫਸਲ ਵੇਚਣੀ ਆ ਕੱਲ੍ਹ ਨੂੰ ਮੰਡੀ 'ਚੋਂ ਵਾਪਸ ਮੋੜ ਦੇਣਗੇ ਕਿ ਭਾਈ ਤੇਰਾ ਝੋਨਾ ਨਹੀਂ ਲੈਣਾ। ਹੁਣ ਉਹਦੇ ਵਿੱਚੋਂ ਪਤਾ ਲੱਗਾ ਕਿ 70,000 ਦੇ ਕਰੀਬ ਕਿਸਾਨ ਜਿਹੜੇ ਆ ਉਹ ਲਾਲ ਲਕੀਰ ਦੇ ਅੰਦਰਲੇ ਘਰਾਂ ਦੇ ਤਾਂ ਜਿਹੜੇ ਹੁਣ ਠੇਕੇ ਠੂਕੇ ਜਾਂ ਆਮ ਬੰਦੇ ਨੂੰ ਮਿਲਣ ਲੱਗ ਪਿਆ ਮਾਲਕਾਨਾ ਹੱਕ, ਇਹ ਬੰਦੇ ਰੈੱਡ ਲਾਈਨ ਦੇ ਘੇਰੇ ਦੇ ਵਿੱਚ ਆ ਗਿਆ ਕਿ ਭਾਈ ਤੁਹਾਡੀ ਤਾਂ ਜ਼ਮੀਨ ਦਾ ਕੋਈ ਰੌਲਾ ਲੱਗਦਾ। ਹੁਣ ਜਦੋਂ ਤੁਹਾਡੀ ਜ਼ਮੀਨ ਦਾ ਰੌਲਾ ਲੱਗਦਾ, ਹੁਣ ਉਹਦੇ ਵਿੱਚ ਹੋਇਆ ਕਿ ਕਈ ਮੰਨ ਲਓ ਕਿ ਆਪਾਂ 2 ਭਾਈ ਆ, ਆਪਾਂ ਨੂੰ ਦੋਨਾਂ 1.5 ਖੇਤ ਆਉਂਦਾ, ਉਹ ਖੇਤ ਬੋਲਦਾ ਸਾਂਝਾ, ਯਾਨੀ 3 ਖੇਤ ਇੱਕ ਥਾਂ ਹੈ। ਤੁਸੀਂ ਹੋਰ ਆੜਤੀ ਕੋ ਜਾਣੇ ਬੋਲਦੇ ਆਪਾਂ ਹੈ ਨਹੀਂ, ਆਪਣਾ ਵੱਟ ਦਾ ਰੌਲਾ ਹੀ, ਤੁਸੀਂ ਵਕੀਲ ਹੋਰ ਕੀਤਾ, ਮੈਂ ਹੋਰ ਕੀਤਾ। ਹੁਣ ਉੱਥੇ ਜਾ ਕੇ ਮੈਂ ਵੀ ਲਿਖਾਤਾ ਜੀ ਆ ਇਸ ਖਾਤੇ ਵਾਲੀ ਜ਼ਮੀਨ ਮੇਰੀ, ਆੜਤੀਆ ਸਾਹਿਬ ਨੇ ਚੱਕਿਆ, ਚੱਕ ਜਾ ਕੇ ਤੁਸੀਂ ਆਪਣੇ ਆੜਤੀਏ ਨੂੰ ਕਹਿ ਦਿੱਤਾ। ਹੁਣ ਜਦੋਂ ਉੱਥੇ ਪੋਰਟਲ ਦੇ ਉੱਤੇ ਜਾ ਕੇ ਕਹਿੰਦੇ ਕਿ ਭਾਈ 2 ਬੰਦੇ ਇੱਕੋ ਹੀ ਖਾਤੇ ਦੀ ਜ਼ਮੀਨ ਦਰਜ ਕਰਾ ਗਏ, ਇਹ ਕਿਤੇ ਇਦਾਂ ਤਾਂ ਨਹੀਂ ਕਿ ਆੜਤੀਏ ਨੇ ਇੱਕ ਜ਼ਮੀਨ ਦੀ ਫਰਦ ਲਾ ਕੇ 2 ਜਗ੍ਹਾ ਦੇ ਉੱਤੇ ਤਾਂ ਇੱਕ ਬਾਹਰੋਂ ਝੋਨਾ ਮੰਗਾ ਕੇ ਉਸ ਨਾਂ ਦੇ ਉੱਤੇ ਸੁੱਟਣਾ ਹੋਵੇ। ਹੁਣ ਉਹ 70,000 ਬੰਦੇ ਨੇ ਝੋਨਾ ਤਾਂ ਵੇਚਤਾ, ਮੰਡੀ ਲਿਆ ਸੁੱਟਿਆ, ਵਿਕ ਗਿਆ, ਉਹ ਰੋਜ਼ ਖਾਤਾ ਚੈੱਕ ਕਰਦਾ ਫਿਰਦਾ ਕਿ ਮੇਰੇ ਖਾਤੇ 'ਚ ਪੈਸੇ ਕਾਹਤੋਂ ਨਹੀਂ ਆਉਂਦੇ। ਉਹ ਕਹਿੰਦੇ ਤੁਹਾਡਾ ਤਾਂ ਖਾਤਾ ਹੀ ਸ਼ੱਕੀ ਹੈ ਭਾਈ। ਮਤਲਬ ਇਹ ਇੱਕ ਨਵਾਂ ਪੰਗਾ ਪੈ ਗਿਆ। ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਰਜਿਸਟ੍ਰੇਸ਼ਨ ਦੀ, ਜੋ ਉੱਥੋਂ ਤੱਕ ਮੈਨੂੰ ਲੱਗਦਾ ਰਜਿਸਟ੍ਰੇਸ਼ਨ ਵੀ ਆਪ ਹੀ ਕਰ ਦਿੱਤੀ ਸੀ।
ਮਾਲ ਮਹਿਕਮੇ ਤੋਂ ਰਿਕਾਰਡ ਲੈ ਲਿਆ, ਆੜਤੀਆਂ ਨੂੰ ਦੱਸਤਾ ਵੀ ਹਾਂ ਭਾਈ ਸਾਹਿਬ ਇਹ ਚੜਾਉਣਾ ਪੈਗਾ, ਚੜਾ ਦਿਓ ਭਾਈ ਸਾਹਿਬ। ਕੀ ਹੈ ਗੱਲ ਕਿਹੜੀ ਆ? ਬਹੁਤੀ ਗੱਲ ਤੇ ਉੱਥੋਂ ਫੋਨ ਕਰਕੇ ਪੁੱਛ ਲੈ ਵੀ ਫਲਾਨਾ ਸਿਆ, ਉੱਦਾਂ ਫਿਰ ਪੈਸੇ ਨਹੀਂ ਆਉਣੇ, ਫਿਰ ਅਸੀਂ ਲੱਗੇ ਬਟਨ ਨੱਪਣ। ਉਹ ਕਹਿੰਦੇ ਨੱਪ ਦਿਓ ਮਹਾਰਾਜ, ਅਸੀਂ ਕਿਹੜਾ ਰੋਕ ਲੈਣਾ। ਪਰ ਆਹ ਜਿਹੜਾ ਰੇੜਕਾ, ਇਹ ਮੇਰਾ ਖਿਆਲ ਜਦੋਂ ਅਜੇ ਗੱਲ ਚੱਲਦੀ ਸੀ ਆਪਾਂ ਤੇ ਉਦੋਂ ਵੀ ਕਿਹਾ ਸੀ ਇਹ ਗੱਲ, ਉਦੋਂ ਮੇਰਾ ਖਿਆਲ ਕਿਸੇ ਨੇ ਸੁਣੀ ਨਹੀਂ। ਉਹ ਕਹਿੰਦਾ ਨਹੀਂ ਐਵੇਂ ਭੌਂਕਦੇ ਬਹਿ ਗਏ ਟੈਲੀਵਿਜ਼ਨ ਇਹਦੇ ਹੁੰਦਾ ਨਾ, ਮਤਲਬ ਥੋੜਾ ਕਰੋੜ ਕੇ ਬਾਅਦ ਫਿਰ ਥੋੜਾ ਸਵਾਦ ਜਿਹਾ ਆਉਂਦਾ। ਤੇ ਹੁਣ ਜਦੋਂ ਆਹ ਗੱਲ ਨਿਕਲ ਆਈ, ਮੈਂ ਕਹਿੰਦਾ ਜੇ 70,000 ਹੀ ਨਿਕਲੇ ਹੋਣਗੇ, ਮੈਂ ਤੇ ਤੋਂ ਜ਼ਿਆਦਾ ਐਕਸਪੈਕਟ ਕਰਦਾ ਸੀਗਾ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੰਡਾਂ ਦੀ, ਤਕਸੀਮਾਂ ਦੀ, ਕਿੰਨੀ ਕੁ ਪੈਲੀ ਜਿਹੜੀ ਕਿ ਤਕਸੀਮ ਹੋਈ ਹੁੰਦੀ ਜਾਂ ਵੰਡ ਦੀ ਆਪਾਂ ਗੱਲ ਕਰ ਲਈ, ਇੱਥੋਂ ਤੱਕ ਵੀ ਮੇਰੇ ਖਿਆਲ ਨਾਲ ਖਾਤੇ ਹੁੰਦੇ ਵੀ ਕਈ ਵਾਰ ਕੋਈ ਬੰਦਾ ਫਰਦ ਕਢਾਉਣ ਜਾਵੇ ਨਾ ਵੀ ਫਲਾਨਾ ਕਿੰਨੇ ਜ਼ਮੀਨ ਆਪਣੀ 9 ਕਨਾਲਾਂ ਜੀ, ਲਿਆ ਫੇ ਫਰਦ, ਅਗਲਾ ਬੰਦਾ 17-18 ਪੇਜ ਅੱਗੇ ਰੱਖ ਦਿੰਦਾ, ਉਹ ਤੇਰਾ ਭਲਾ ਜਾ ਕੀ। ਉਹ ਨਾ ਜੀ ਫਿਰ ਭਾਈਚਾਰਾ ਸਾਡਾ ਵੱਡਾ, ਫਿਰ ਅਜੇ ਬਜ਼ੁਰਗਾਂ ਦੇ ਨਾਂ ਨੂੰ ਤੇ ਵੀ ਹੈ ਨਾ, ਫਿਰ ਵੰਡੀ ਨਹੀਂ, ਉਹਨਾਂ ਦੇ ਨਾਂ ਨੂੰ ਵਿੱਚੇ ਬੋਲੀ ਜਾਂਦੇ ਰਹਿੰਦੇ। ਨਹੀਂ, ਉਹ ਜਿੰਨੇ ਉੱਥੇ ਨਾਂ ਹੁੰਦੇ, ਜਿੱਦਾਂ ਇੱਕੋ ਵਰਦੀ ਵਾਲਾ ਸਕੂਲ ਦੇ ਆਪਣਾ ਨਿਆਣਾ ਪਛਾਣਨਾ ਔਖਾ ਹੁੰਦਾ, ਉੱਥੋਂ ਆਪਣਾ ਨਾਂ ਨਹੀਂ ਲੱਭਦਾ ਹੁੰਦਾ। ਫਿਰ ਬੰਦਾ ਸੋਚਦਾ ਯਾਰ ਜਿਹਦੇ ਮੂਹਰੇ ਲਾਲ ਲਕੀਰ ਲਾਲ ਅੱਖਰਾਂ 'ਚ ਲਿਖਿਆ ਉਹ ਮੇਰੀ ਹੋਣੀ ਆ, ਉਹ ਮੇਰੀ ਹੋਣੀ। ਜਾਂ ਫਿਰ ਪਟਵਾਰੀ ਦਾ ਇੱਥੋਂ ਅੱਛਾ 2 ਮਰਲੇ ਇੱਧਰੋਂ, ਇੱਕ ਬੜਾ ਇੰਨਾ ਹਿੱਸਾ ਇੱਧਰੋਂ, ਇੰਨਾ ਹਿੱਸਾ, ਉਹ ਕੈਲਕੂਲੇਟਰ ਮਾਰ ਕੇ ਨਾ ਅੱਧੇ ਘੰਟੇ ਬਾਅਦ ਕਹਿੰਦਾ ਵੀ ਅਜੇ ਵੀ ਨਾ ਤੇਰੀ 8.5 ਕਨਾਲੇ ਨਿਕਲੀ, ਅੱਧਾ ਕਨਾਲੇ 'ਚ ਲੱਭੀ ਨਹੀਂ, 3 ਸਰਸਾਈਆਂ ਘਟਦੀਆਂ ਹੀ ਤੇਰੀਆਂ। ਮਤਲਬ ਇਹ ਜਿਹੜੇ ਹਾਲਾਤ ਨੇ, ਮੇਰੇ ਖਿਆਲ ਨਾਲ ਜ਼ਰੂਰ ਸਰਕਾਰਾਂ ਸੋਚਣ ਵੀ ਠੀਕ ਹੈ, ਜੇ ਆਪਾਂ ਨੂੰ ਚਾਹੀਦਾ ਵੀ ਹਰ ਪਾਸੇ ਡਿਜੀਟਾਈਜੇਸ਼ਨ ਕਰਨੀ ਆ, ਤੇ ਡਿਜੀਟਾਈਜੇਸ਼ਨ ਕਰਨ ਦੇ ਚੱਕਰ ਦੇ ਵਿੱਚ ਆਹ ਕੰਮ ਹੀ ਕਰ ਲਈਏ, ਕਿਉਂਕਿ ਉਹਨਾਂ ਦੇਸ਼ੀਆਂ ਨੂੰ ਤਾਂ ਪਤਾ ਨਹੀਂ ਵਿਚਾਰਿਆਂ ਨੂੰ ਵੀ ਕੀ ਕਰਨਾ ਕੀ ਨਹੀਂ ਕਰਨਾ। ਨਹੀਂ, ਅਗਲਿਆਂ ਨੇ ਤਾਂ ਕਾਗਜ਼ ਦੇਤਾ ਜਾਂ ਉਹਨਾਂ ਨੇ ਚੱਕ ਲਿਆ, ਤੇ ਹੁਣ ਆੜਤੀਏ ਵੀ ਗੇੜੇ ਮਾਰਦੇ ਫਿਰਦੇ ਆ, ਕਿਸਾਨ ਵੀ ਗੇੜੇ ਮਾਰਦੇ ਫਿਰਦੇ ਆ, ਤੇ ਮਾਰਕੀਟ ਕਮੇਟੀ ਵਾਲੇ ਤੰਗ ਬਹੁਤ ਆ ਕਿ ਅਸੀਂ ਤਾਂ ਸੋਚਿਆ ਸੀ ਕਿ ਝੋਨਾ ਵਿਕ ਜੂਗਾ ਤਾਂ 4 ਦਿਨ ਅਸੀਂ ਲੱਤ ਰੱਖ ਕੇ ਘੱਟੋ ਘੱਟ ਚਾਹ ਦਾ ਸੁੜਕਾ ਮਾਰਾਂਗੇ, ਤੇ ਅਸੀਂ ਤਾਂ ਬੁੱਧੂਰੇ ਫਸ ਗਏ। ਕਰਨ ਕੀ ਹੁਣ ਭਾਈ ਸਾਹਿਬ, ਤੁਸੀਂ ਇੱਕ ਗੱਲ ਆਪਾਂ ਭੁੱਲ ਨਾ ਜਾਈਏ। ਮੈਨੂੰ ਇਹ ਸੀ ਵੀ ਜਿਹੜਾ 29 ਵਾਲਾ ਕੰਮ ਆ, ਉੱਤੇ ਟਕੈਤ ਸਾਹਿਬ ਦਾ ਬਿਆਨ ਸੀ, ਮੈਂ ਕੋਟ ਕਰਕੇ ਫੇਰ ਹੀ ਕਿਸਾਨੀ ਤੋਂ ਪਾਸੇ ਚੱਲੀਏ। ਇਹ ਕਿਸਾਨੀ ਤੋਂ ਪਾਸੇ ਆਪਾਂ ਕਾਹਨੂੰ ਜਾਣਾ ਹੈ? ਅਜੇ ਤਾਂ 2-3 ਲਖੀਮਪੁਰ ਖੀਰੀ ਵਾਲੀਆਂ ਗੱਲਾਂ ਵੀ ਕਰਨੀਆਂ, ਪਰ ਟਕੈਤ ਸਾਹਿਬ ਨੇ ਇੱਕ ਗੱਲ ਅੱਜ ਕਲੀਅਰ ਕਰ ਦਿੱਤੀ, ਲੀਕ ਮਾਰਤੀ ਆ। ਉਹ ਕਹਿੰਦੇ ਕਿ ਬਹੁਤ ਸਾਰੇ ਭੁਲੇਖੇ ਨੇ, ਤੇ ਉਹ ਭੁਲੇਖੇ ਅੱਜ ਆਪਾਂ ਦੂਰ ਕਰ ਦਿੰਨੇ ਆ। ਉਹ ਕਹਿੰਦੇ 500 ਦੇ 2 ਜਥੇ ਰੋਜ਼ ਆਇਆ ਕਰਨੇ, ਇੱਕ ਗਾਜ਼ੀਪੁਰ ਤੋਂ ਚੱਲੂਗਾ, ਇੱਕ ਟਿੱਕਰੀ ਬਾਰਡਰ ਤੋਂ ਚੱਲੂਗਾ, 1000 ਕਿਸਾਨ ਜਾਇਆ ਕਰੂਗਾ, ਪਰ ਪਾਰਲੀਮੈਂਟ ਤੋਂ ਮੁੜ ਕੇ ਨਹੀਂ ਆਇਆ ਕਰੂਗਾ, ਜਾਊਗਾ ਟਰਾਲੀਆਂ ਦੇ ਵਿੱਚ। ਤੇ ਮੈਂ ਸਾਰੇ ਕਿਸਾਨਾਂ ਨੂੰ ਕਹਿੰਦੇ ਬੇਨਤੀ ਕਰਦਾ ਕਿ ਠੰਡ ਹੋ ਜਾਣੀ ਹੈ, ਕੱਪੜੇ ਗਰਮ ਆਪਣੇ ਨਾਲ ਲੈ ਕੇ ਆਓ, ਕਿਉਂਕਿ ਆਪਾਂ ਉੱਥੇ ਰੁਕਣਾ ਹੈ, ਆਪਾਂ ਜਾਣਾ ਨਹੀਂ। 15-20 ਦਿਨ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਤੇ ਰੋਜ਼ ਜੇ 1000 ਬੰਦਾ ਜਾਈ ਗਿਆ ਤੇ ਉੱਥੇ ਫਿਰ ਸੰਗਤ ਵੀ ਵਾਹਵਾ ਹੋ ਜਾਣੀ ਆ, ਤੇ ਨਾਲ ਥੋੜਾ ਜਿਹਾ ਕਹਿੰਦੇ ਅਨਾਜ ਵੀ ਲੈ ਕੇ ਜਾਣਾ, ਜੇ ਭਾਸਰ ਵਿਕਿਆ ਤਾਂ ਵੇਚ ਵੀ ਦੇਣਾ ਹੀ ਉੱਥੇ ਆਪਾਂ। ਹੁਣ ਨਾਲ ਦੀ ਨਾਲ ਉਹਨੇ ਕਹਿਤਾ ਕਿ ਜੇ ਸਾਨੂੰ ਰਾਹ 'ਚ ਰੋਕ ਲਿਆ ਉੱਥੇ ਬਹਿ ਜਾਾਂਗੇ। ਕਹਿੰਦੇ ਜਾਣਾ ਦਿੱਲੀ ਦੇ ਅੰਦਰ ਹੈਗਾ, ਤੇ 29 ਤਰੀਕ ਦਾ ਪ੍ਰੋਗਰਾਮ ਪੱਕਾ ਹੈ। ਮਤਲਬ ਇਹਦੇ 'ਚ ਜਿਹੜੀ ਚੇਂਜ ਸੀਗੀ ਹੁਣ ਤੱਕ ਇਹ ਸੀ ਵੀ 500 ਬੰਦੇ ਨੇ ਡੇਲੀ ਜਾਣਾ, ਪਰ ਹੁਣ ਇਹ ਕਲੀਅਰ ਹੋ ਗਿਆ ਵੀ 2 ਜਥਿਆਂ ਦੇ ਹਿਸਾਬ ਨਾਲ 1000 ਬੰਦੇ ਨਹੀਂ ਜਾਣਾ ਜੀ। ਤੇ ਗੱਲ ਉਹਨਾਂ ਇਹ ਵੀ ਕਲੀਅਰ ਕਰਤੀ ਵੀ ਜਿੰਨੇ ਜਾਣਾ ਉਹ ਪਹਿਲਾਂ ਆਪੋ ਆਪਣੀ ਜਿਹੜੀ ਵੀ ਜਥੇਬੰਦੀ ਨੂੰ ਬਿਲੋਂਗ ਕਰਦਾ ਉੱਥੇ ਆਪਣਾ ਨਾਂ, ਪਤਾ, ਐਡਰੈਸ ਲਿਖਾ ਦਿਓ, ਕਾਰਡ ਬਣਾ ਲਓ, ਤੇ ਉਹ ਤੁਹਾਡਾ ਸ਼ਨਾਖਤੀ ਕਾਰਡ ਤੁਹਾਡੇ ਕੋਲ ਹੋਊਗਾ, ਤਾਂ ਜੋ ਸਾਨੂੰ ਵੀ ਪਤਾ ਹੋਵੇ ਵੀ ਇਹ ਬੰਦਾ ਸਾਡਾ ਹੈ ਕਿ ਨਹੀਂ ਹੈ ਜੀ, ਹੈ ਨਾ। ਕਿਉਂਕਿ ਜੋ ਮੇਰੇ ਖਿਆਲ ਨਾਲ ਇਸ ਤੋਂ ਪਹਿਲਾਂ ਘਟਿਆ ਵਾਪਰਿਆ 26 ਜਨਵਰੀ ਵਾਲਾ, ਉਹ ਦੁਬਾਰਾ ਨੌਬਤ ਨਾ ਆਵੇ, ਇਸ ਕਰਕੇ ਕਿਸਾਨ ਜਥੇਬੰਦੀਆਂ ਤੇ ਆਪਣੇ ਵੱਲੋਂ ਜ਼ੋਰ ਲਾ ਰਹੀਆਂ। ਪਰ ਦੂਜੇ ਪਾਸੇ ਹਰਜੀਤ ਸਿੰਘ ਗਰੇਵਾਲ ਸਾਹਿਬ ਦਾ ਬਿਆਨ ਵੀ ਆਇਆ। ਉਹ ਕਹਿੰਦੇ ਮੈਂ ਜਦੋਂ ਗਿਆ ਨਾ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ, ਮੈਂ ਪੁੱਛ ਕੇ ਗਿਆ ਇਹਨਾਂ ਨੂੰ ਵੀ ਦੱਸੋ ਵੀ ਕਰਾਈਏ ਗੱਲ ਤੁਹਾਡੀ। ਉਹ ਕਹਿੰਦੇ ਇਹਨਾਂ ਦਾ ਇਰਾਦਾ ਨਹੀਂ ਹੈਗਾ ਗੱਲ ਕਰਨ ਦਾ, ਇਹ ਤਾਂ ਮੈਂ ਪੁੱਛਦਾ ਵੀ ਹਾਂਜੀ ਗੱਲ ਕਰੀਏ, ਗੱਲ ਹੀ ਨਹੀਂ ਕਰਦੇ। ਇਹ ਤੇ ਦੇਖੋ, ਅੱਛਾ ਫਿਰ ਦੂਜੇ ਪਾਸੇ ਹੋ ਜਾਂਦੇ ਆ ਕਿਸਾਨਾਂ ਦੇ ਨਾਲ ਤੇ ਅਸੀਂ ਹੈਗੇ ਆ, ਕਿਸਾਨ ਨਹੀਂ ਇਹੋ ਜਾਏਗਾ, ਕਿਸਾਨ ਚਾਹੁੰਦਾ ਨਹੀਂ, ਕਿਸਾਨ ਨੂੰ ਤੇ ਸਿਰਫ ਵਰਗਲਾਇਆ ਜਾ ਰਿਹਾ ਵੀ ਤੇਰੀ ਜ਼ਮੀਨ ਦੱਬ ਲੈਣੀ, ਜ਼ਮੀਨ ਉਹਦੀ ਕਿੰਨੇ ਦੱਬਣੀ। ਸੋ ਕਹਿੰਦੇ ਵੀ ਇਹ ਸਾਰੀ ਸਿਆਸਤ ਹੈ ਇਸ ਵਕਤ, ਕਿਸਾਨ ਨੂੰ ਰਗੜਿਆ ਜਾ ਰਿਹਾ, ਤੇ ਕਿਸਾਨਾਂ ਦੇ ਲੀਡਰ ਪਤਾ ਨਹੀਂ ਕਿਹਦੇ ਆਖੇ ਲੱਗ ਕੇ ਤੋਂ ਕਹਿੰਦੇ ਵੀ ਅਸੀਂ ਗੱਲ ਨਹੀਂ ਕਰਨੀ। ਜਦੋਂ ਪੁੱਛਿਆ ਵੀ ਹਾਂਜੀ ਮਹਾਰਾਜ ਤੁਸੀਂ ਕਹਿ ਦਿਓ ਵੀ ਮਹਾਰਾਜ ਵੀ ਅਸੀਂ ਗੱਲ ਕਰ ਲੈਣੀ, ਅਸੀਂ ਤੇ ਹੁਣੇ ਘਵਾ ਦਿੰਦੇ ਆ ਵੀ ਆਪਾਂ ਗੱਲ ਕਰਨੀ। ਮੈਨੂੰ ਸਮਝ ਨਹੀਂ ਆਈ ਵੀ ਹੁਣੇ ਘਵਾ ਦਿੰਦੇ ਆ, ਇਹ ਗੱਲ ਨੂੰ ਇੰਨੇ ਮਹੀਨੇ ਕਿਉਂ ਹੋ ਗਏ? ਦੇਖੋ ਸੰਧਾਲੀਆ ਸਾਹਿਬ, ਉਹ 2 ਗੱਲਾਂ ਬੜੀਆਂ ਕਲੀਅਰ ਕਰਦੇ, ਕਿਉਂਕਿ ਪਹਿਲਾਂ ਤਾਂ ਜਦੋਂ ਬਿਆਨ ਸਿੱਧਾ ਦੇ ਦਿੰਦੇ ਸੀ ਉਦੋਂ ਰੌਲਾ ਪੈਂਦਾ ਸੀ। ਹੁਣ ਉਹ ਕਹਿੰਦੇ ਜੀ ਇਹ ਬੰਦੇ ਗਏ ਨਹੀਂ, ਇਹਨਾਂ ਨੂੰ ਲੈ ਕੇ ਗਏ, ਵਰਗਲਾਇਆ ਗਿਆ। ਇਹਨਾਂ ਦੀ ਪਾਰਟੀ ਦੇ ਅਨਿਲ ਵਿਜ ਹਰਿਆਣੇ ਦੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਪਿਛਲੇ ਦਿਨੀ ਬਿਆਨ ਆਇਆ ਸੀ, ਕਹਿੰਦੇ ਵੇਖਿਆ ਚੰਨੀ ਸਾਹਿਬ ਆ ਗਈ ਤੁਹਾਡੀ ਕਾਂਗਰਸ ਦੀ ਸਾਜ਼ਿਸ਼ ਸਾਹਮਣੇ, 2-2 ਲੱਖ ਰੁਪਈਆ ਤੁਸੀਂ ਉਹਨਾਂ ਨੂੰ ਦੇਣ ਲੱਗੇ, ਉਹਨਾਂ ਦੇ ਉੱਤੇ ਕੇਸ ਵੀ ਦੇਸ਼ ਵਿਰੋਧੀ ਪਿਆ ਹੋਇਆ। ਹੁਣ ਮੈਨੂੰ ਲੱਗਦਾ ਕਿ ਦਿੱਲੀ ਵਾਲੀ ਧੂੜ ਚੜ ਗਈ। ਫਿਰ ਉਹ ਕਹਿੰਦੇ ਹਨਾ ਪੈਂਦਾ ਫਰਕ। ਫਿਰ ਉਹ ਕਹਿੰਦੇ ਕਿ ਇਦਾਂ ਦੀ ਗੱਲ ਹੋ ਗਈ ਕਿ ਜੇ ਆਹ ਕੁਛ ਰਿਹਾ ਤਾਂ ਜਾਂਚ ਹੋਣੀ ਚਾਹੀਦੀ ਆ। ਫਿਰ ਤੁਹਾਨੂੰ ਯਾਦ ਹੋਣਾ ਕਿ ਸੁਭਾਸ਼ ਸ਼ਰਮਾ ਹੋਰਾਂ ਨੇ ਕਿਹਾ ਸੀ ਜਾਂਚ ਹੋਣੀ ਚਾਹੀਦੀ ਹੈ। ਹੁਣ ਜੇ ਭਾਈ ਪ੍ਰਧਾਨ ਮੰਤਰੀ ਸਾਹਿਬ ਕੋ ਗਏ ਸੀ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਸੀ,
ਤਾਂ ਇਹ ਵੀ ਕਰ ਲੈਣੀ ਚਾਹੀਦੀ ਸੀ। ਉੱਥੋਂ ਸੁਨੇਹਾ ਲੈ ਕੇ ਜਾਂਦੇ ਜੇ ਇੰਨੀ ਤਰੀਕ ਨੂੰ ਤੁਹਾਡੇ ਇੱਥੇ ਮੀਟਿੰਗ ਰਖਾ ਦਿੰਨੇ ਆ, ਤੁਸੀਂ ਚੱਲੋ, ਦੱਸੋ ਕਿਹੜੇ ਕਿਹੜੇ ਬੰਦਿਆਂ ਨੇ ਜਾਣਾ। ਇਸੇ ਗੱਲ ਤੇ ਮੈਂ ਆਉਣ ਲੱਗਾ ਹਾਂ, ਤੁਸੀਂ ਪਾਣੀ ਪੀਓ ਨਜ਼ਰ, ਮੈਂ ਦੱਸ ਦਿਆਂ ਜੀ ਵੀ ਜਦੋਂ ਵਾਰ-ਵਾਰ ਇਹ ਕਿਹਾ ਜਾਂਦਾ ਵੀ ਅਸੀਂ ਮੀਟਿੰਗ ਦਾ ਟਾਈਮ ਲੈ ਦਿੰਨੇ ਆ ਜੀ, ਅਸੀਂ ਮੀਟਿੰਗ ਦਾ ਟਾਈਮ ਲੈ ਦਿੰਨੇ ਆ ਜੀ, ਆਪਾਂ ਇਸ ਚੱਕਰ 'ਚ ਪੈਂਦੇ ਨਹੀਂ, ਕਿਉਂਕਿ ਸਰਕਾਰ ਜੇ ਮੰਨ ਲਓ ਇੱਕ ਏਡੀ ਵੱਡੀ ਸਰਕਾਰ ਹੈ ਤੇ ਸਰਕਾਰ ਡਿਸਾਈਡ ਕਰ ਸਕਦੇ ਨੇ ਵੀ ਅਸੀਂ ਆਹ ਕਾਨੂੰਨ ਬਣਾਤਾ, ਇੰਨੀ ਤਰੀਕ ਨੂੰ ਪਾਰਲੀਮੈਂਟ ਸੈਸ਼ਨ ਹੋਊਗਾ, ਇੰਨੀ ਤਰੀਕ ਨੂੰ ਫਲਾਣਾ ਕੰਮ ਹੋਊਗਾ। ਉਸੇ ਤਰ੍ਹਾਂ ਇਹ ਕਹਿ ਦੇਣ ਵੀ ਆਹ ਲਓ ਜੀ ਵੀਰ ਜੀ 23 ਨਵੰਬਰ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਅਸੀਂ ਆਪਣੇ ਵੱਲੋਂ ਰੱਖਦੀ ਆ ਮੀਟਿੰਗ। ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਵੀ ਜਿੰਨੀਆਂ ਵੀ ਪਾਰਟੀਆਂ, ਜਿੰਨੇ ਵੀ ਬੰਦੇ ਨੇ, ਉਹ ਸਾਡੇ ਨਾਲ ਉੱਥੇ ਬਹਿ ਕੇ ਗੱਲ ਕਰਨ। ਇੱਕ ਮੀਡੀਆ 'ਚ ਵੀ ਗੱਲ ਆ ਗਈ, ਸਾਰੇ ਪਾਸੇ ਚੱਲ ਜੂਗਾ ਵੀ ਲਓ ਜੀ ਇਨਵੀਟੇਸ਼ਨ ਆ ਗਿਆ, ਓਫੀਸ਼ੀਅਲ ਇਨਵੀਟੇਸ਼ਨ। ਹੁਣ ਜੇ ਇੰਨੇ ਲੀਡਰਾਂ ਦੇ ਬਿਆਨ ਆ ਰਹੇ ਨੇ ਵੀ ਅਸੀਂ ਸੱਦਦੇ ਹਾਂ, ਇਹ ਨਹੀਂ ਆਉਂਦੇ, ਤੇ ਆਪੇ ਕਿਸਾਨ ਨੰਗੇ ਹੋਣਗੇ ਜਦੋਂ ਕਹਿਣਗੇ ਵੀ ਅਸੀਂ ਜਾਣਾ ਨਹੀਂ। ਉਹ ਜ਼ਿਆਦਾ ਵਧੀਆ ਨਹੀਂ ਤਰੀਕਾ? ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਨੂੰ ਕਲੀਅਰ ਹੁਣ ਕਰਾ ਲੈਣਾ ਚਾਹੀਦਾ, ਕਿਉਂਕਿ ਹੁਣ ਬਹੁਤ ਦੇਰ ਹੋ ਗਈ ਆ, ਸਾਲ ਤਾਂ ਹੋ ਚੱਲਿਆ ਤੇ ਸਾਲ ਹੋ ਚੱਲਿਆ। ਤੇ ਗਰੇਵਾਲ ਸਾਹਿਬ ਵੀ ਉਦੋਂ ਕਹਿੰਦੇ ਸੀ ਕਿ 15 ਕੁ ਦਿਨ, 15-20 ਦਿਨਾਂ ਦੇ ਵਿੱਚ ਕਹਿੰਦੇ ਨਿਕਲ ਜਾਂਦੀ ਹੁੰਦੀ ਹਵਾ, ਇੰਨਾ ਕੰਮ ਹੁੰਦਾ। ਪਰ ਹੁਣ ਤਾਂ ਸੁੱਖ ਨਾਲ 365 ਦਿਨ ਹੋ ਚੱਲੇ ਆ, ਪਤਾ ਨਹੀਂ ਕਿੰਨੇ ਕੁ ਗੁਣਾ 15 ਹੋ ਗਏ। ਵੈਸੇ ਵੀ ਜਿਸ ਤਰੀਕੇ ਕਿਸਾਨ ਮੋਰਚਿਆਂ ਦੇ ਵਿੱਚੋਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਕਿ ਭਾਈ ਆਪਾਂ 26 ਤੋਂ ਪਹਿਲਾਂ ਦਿੱਲੀ ਵਾਲੇ ਮੋਰਚਿਆਂ 'ਚ ਪਹੁੰਚਣਾ, ਇਤਿਹਾਸਕ ਇਕੱਠ ਕਰਕੇ ਦਿਖਾਉਣਾ ਹੈ, ਉਹਦੇ ਤੋਂ ਬਾਅਦ ਤਾਂ ਹੁਣ ਲੱਗਦਾ ਕਿ ਭਾਈ ਸੋਚਣਾ ਵਿਚਾਰਨਾ ਚਾਹੀਦਾ, ਕਿਉਂਕਿ ਨੁਕਸਾਨ ਬਹੁਤ ਹੋ ਗਿਆ, ਲੋਕਾਂ ਦੀ ਮੌਤ ਬਹੁਤ ਸਾਰਿਆਂ ਦੀ ਹੋ ਗਈ, ਸ਼ਹਾਦਤਾਂ ਹੋ ਗਈਆਂ। ਤੇ ਹੁਣ ਕਲੀਅਰ ਕਰਾ ਲੈਣ ਤੇ ਚੰਗਾ, ਗੋਲ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹਾਂ, ਇੱਕ ਗੱਲ ਹੈਗੀ ਹੈ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਹੌਸਲਾ ਨਹੀਂ ਛੱਡਿਆ। ਉਹ ਹੁਣ ਹਰ ਸੰਭਵ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ 'ਚ ਉਹਨਾਂ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਪੈਂਫਲੇਟ ਛਾਪ ਕੇ ਬਣਨੇ 10 ਲੱਖ ਪੰਜਾਬ 'ਚ, ਵੰਡ ਹੋਏ, ਕਿੰਨੇ ਵੰਡ ਹੋਏ ਪਤਾ ਨਹੀਂ। ਉਹਦੇ ਤੋਂ ਬਾਅਦ ਜਗ੍ਹਾ ਦੇ ਉੱਤੇ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕੀਤੀ, ਕਿਤੇ ਵਿਰੋਧ ਹੋਈ। ਫਿਰ ਉਹਨਾਂ ਨੇ ਇੱਕ ਕਿਤਾਬ ਜਿਹੜੀ ਛਾਪੀ ਸੀ ਕਿ ਭਾਈ ਦੇਖੋ ਸਿੱਖ ਭਾਈਚਾਰੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਦਾ ਤਾਲਮੇਲ ਕਿੰਨਾ ਵਧੀਆ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ ਉਹਦੇ ਵਿੱਚ ਸਭ ਤੋਂ ਅਹਿਮ ਸੀ। ਹੁਣ ਇੱਕ ਵਾਰੀ ਫਿਰ ਪੰਜਾਬ ਭਾਜਪਾ ਦੀ ਲੀਡਰਸ਼ਿਪ ਇਕੱਠੀ ਹੋ ਕੇ ਗਈ ਹੈ, ਦਇਆ ਸਿੰਘ ਸੋਢੀ ਹੋਰੀ, ਗੜੇਵਾਲ ਸਾਹਿਬ, ਚੁੱਗ ਸਾਹਿਬ, ਸਾਰੇ ਬੰਦੇ, ਰਜਿੰਦਰ ਮੋਹਨ ਸਿੰਘ ਸ਼ੀਨਾ ਸਾਹਿਬ, ਉਹ ਸਾਰੇ ਬੰਦੇ ਉੱਥੇ ਗਏ ਤੇ ਜਾ ਕੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ, ਰਾਸ਼ਟਰਪਤੀ ਸਾਹਿਬ ਨੂੰ ਮਿਲੇ, ਭਾਜਪਾ ਦੀ ਹੋਰ ਸਾਰੀ ਵੱਡੀ ਲੀਡਰਸ਼ਿਪ ਨੂੰ ਮਿਲੇ, ਚੰਗੇ ਚੋਖੇ ਸਮੇਂ ਉਹਨਾਂ ਨੂੰ ਮਿਲੇ ਤੇ ਕਹਿੰਦੇ ਅਸੀਂ ਬੇਨਤੀ ਕੀਤੀ ਹੈ ਕਿ ਭਾਈ ਗੁਰੂ ਮਹਾਰਾਜ ਦਾ ਦਿਨ ਆ ਰਿਹਾ, ਦਿਹਾੜਾ ਆ ਰਿਹਾ, ਦਿਨ ਥੋੜੇ ਰਹਿੰਦੇ ਆ, ਕਿ ਪ੍ਰਧਾਨ ਮੰਤਰੀ ਸਾਹਿਬ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਏ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਹੁਣ ਖੋਲ੍ਹ ਦਿਓ ਤੇ ਚੰਗਾ। ਕੋਵਿਡ ਦੇ ਉੱਤੇ ਤੁਸੀਂ ਬਹੁਤ ਚੰਗੇ ਤਰੀਕੇ ਕਾਬੂ ਪਾਇਆ, ਕੋਵਿਡ ਕਰਕੇ ਬੰਦ ਕੀਤਾ ਸੀ, ਇੱਕ ਵਾਰੀ ਦਿਖਾਓ ਖੋਲ੍ਹ ਦਿੱਲੀ ਜਰਾ। ਨਹੀਂ, ਵਧੀਆ ਗੱਲ ਹੈ। ਇਹਦਾ ਮਤਲਬ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਜਦੋਂ ਇੰਨੀਆਂ ਵੱਡੇ ਲੈਵਲ ਤੇ ਖਬਰਾਂ ਆ ਗਈਆਂ ਤੇ ਮਤਲਬ ਇਹ ਹੋ ਗਿਆ ਵੀ ਅੱਜ ਹੋ ਜੇ ਐਲਾਨ, ਕੱਲ੍ਹ ਹੋ ਜੇ, ਲਾਂਘਾ ਹੁਣ ਖੁੱਲ੍ਹ ਜਾਣਾ ਜੀ। ਪਰ ਮੇਰੇ ਖਿਆਲ ਨਾਲ ਜੇ ਇਸ ਮੌਕੇ ਦੇ ਉੱਪਰ ਇੱਕ ਫਰਾਖਦਿਲੀ ਹੋਰ ਵਿਖਾਈ ਜਾਵੇ, ਕਿਉਂਕਿ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਫਿਰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਵੀ ਉਹਨਾਂ ਨੇ ਖੁਦ ਖੇਤੀ ਕੀਤੀ, ਕਿੰਨੇ ਸਾਲ ਕੀਤੀ, ਤੇ ਜਿਸ ਬਾਬੇ ਨਾਨਕ ਨੇ ਆਪ ਖੁਦ ਖੇਤੀ ਕੀਤੀ, ਉਸੇ ਖੇਤੀ ਨਾਲ ਸੰਬੰਧਿਤ ਜਾਂ ਉਸ ਕਾਰੋਬਾਰ ਨਾਲ, ਕੰਮਕਾਰ ਨਾਲ ਸੰਬੰਧਿਤ ਲੋਕ ਉੱਥੇ ਬੈਠੇ, ਉਹ ਵੀ ਤੋਹਫਾ ਦੇ ਦੇਣਾ ਚਾਹੀਦਾ। ਨਹੀਂ, ਮੈਨੂੰ ਤਾਂ ਹੋਰ ਵੀ ਲੱਗਦਾ ਕਿ ਇਹ ਵੀ ਕਦੇ ਕਦੇ ਹੁੰਦਾ ਨਾ ਕਿ ਕਿਹਦੇ ਹੱਕ 'ਚ ਬੰਦਾ ਭੁਗਤਦਾ। ਉਹਨਾਂ ਨੇ ਤਾਂ ਵਪਾਰ ਵੀ ਕੀਤਾ ਸੀ ਤਾਂ ਬਰਾਬਰ ਤੋਲਿਆ ਸੀ, ਜਾਣੀ ਵਪਾਰ ਵੀ ਕੀਤਾ ਸੀ ਤਾਂ ਬਰਾਬਰ ਤੋਲਿਆ ਸੀ। ਤੇ ਫਿਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਭਾਈ ਤੁਸੀਂ ਥੋੜਾ ਜਿਹਾ ਧੰਦਾ ਛੋਟਾ ਕਰ ਲਓ। ਕਿਹੜੀ ਗੱਲ ਆ ਕਿ ਭਾਈ ਆਪਾਂ ਕਿਸਾਨਾਂ ਦਾ ਵੀ ਮਾੜਾ ਮੋਟਾ ਦੇਖ ਲਈਏ, ਕਿਸਾਨ ਕੁਝ ਬੀਜਣਗੇ, ਉਪਜਾਉਣਗੇ, ਮੰਡੀ 'ਚ ਆਊਗਾ ਤਾਂ ਤੁਹਾਡਾ ਵਪਾਰ ਚੱਲਣਾ ਹੈ, ਹੋਰ ਕਿਸੇ ਤਰੀਕੇ ਤਾਂ ਚੱਲਣਾ ਹੀ ਨਹੀਂ। ਬਿਲਕੁਲ ਸਹੀ। ਤੇ ਇਧਰਲੇ ਪਾਸੇ ਨੂੰ ਵੀ ਜੇ ਦੇਖ ਲੈਣ ਤਾਂ ਵਧੀਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੱਲਾ ਇਹੀ ਨਹੀਂ, 2-4 ਹੋਰ ਕੇਂਦਰ ਸਰਕਾਰ ਵੱਲੋਂ ਵੱਡੇ ਐਲਾਨ ਹੋ ਸਕਦੇ ਆ, ਤੇ ਜਿਨ੍ਹਾਂ ਐਲਾਨਾਂ ਤੋਂ ਬਾਅਦ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਯਤਨ ਇੱਕ ਵਾਰੀ ਫਿਰ ਤੇਜ਼ ਕਰੇ। ਨਹੀਂ, ਕਰਨਾ ਬਣਦਾ ਵੀ, ਅਗਲੇ ਵੀ ਪਾਰਟੀ ਹੈ, ਅਗਲੀ ਵੱਡੀ ਪਾਰਟੀ ਹੈ, ਨਾਲੇ ਉਹ ਕਹਿੰਦੇ ਸਭ ਤੋਂ ਵੱਧ ਮੈਂਬਰ ਸਾਡੇ ਨੇ, ਤੇ ਜਦੋਂ ਮੈਂਬਰ ਉਹਨਾਂ ਦੇ ਨੇ, ਪਾਰਟੀ ਅਗਲਿਆਂ ਦੀ ਵੱਡੀ ਆ, ਪਾਵਰ ਉਹਨਾਂ ਦੇ ਕੋਲ ਆ, ਤੇ ਫਿਰ ਹੋ ਸਕਦਾ ਵੀ ਪੰਜਾਬ 'ਚ 117 ਦੀਆਂ 117 ਸੀਟਾਂ ਜਿੱਤੀਆਂ ਜਾਣ। ਇੱਕ ਮੇਰੇ ਮਨ ਦੇ ਵਿੱਚ ਹੋਰ ਆਉਂਦਾ ਸੀ, ਉਹ ਆਉਂਦਾ ਸੀ ਕਿ ਦਿੱਲੀ, ਕਿਉਂਕਿ ਦਿੱਲੀ ਗਏ ਭਾਜਪਾ ਦੇ ਲੀਡਰ, ਬਹੁਤ ਵਾਰੀ ਹੁੰਦਾ ਜੀ ਸਾਡੇ 'ਚ ਦਖਲ ਦਿੰਦੀ ਆ ਦਿੱਲੀ, ਸਾਡੇ 'ਚ ਦਖਲ ਦਿੰਦੀ ਸਿੱਖ ਭਾਈਚਾਰੇ ਦੇ ਵਿੱਚ। ਪਰ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਸਾਡੀ ਲੀਡਰਸ਼ਿਪ ਸ਼ਾਇਦ ਇਹ ਕਹਿੰਦੀ ਹੈ ਜੇ ਦਖਲ ਦਿੰਦੇ ਕਿਉਂ ਨਹੀਂ ਤੁਸੀਂ, ਥੋੜ੍ਹਾ ਜਿਹਾ ਦਖਲ ਤਾਂ ਦਿਓ। 3-4 ਮਹੀਨੇ ਹੋ ਗਏ ਤੁਸੀਂ ਦਖਲ ਨਹੀਂ ਦਿੱਤਾ। ਹੁਣ ਦਿੱਲੀ ਦੇ ਵਿੱਚ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਵੱਡੇ ਵੱਡੇ ਨਾਮ ਨੇ, ਵੱਡੇ ਵੱਡੇ ਸ਼ਖਸ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇ। ਮਨਜੀਤ ਸਿੰਘ ਜੀਕੇ ਸਾਹਿਬ ਨੇ, ਸਾਬਕਾ ਪ੍ਰਧਾਨ ਨੇ, ਸਰਨਾ ਸਾਹਿਬ ਸਾਬਕਾ ਪ੍ਰਧਾਨ ਨੇ, ਸਿਰਸਾ ਸਾਹਿਬ ਫਿਰ ਹੋ ਸਕਦਾ ਫਿਰ ਪ੍ਰਧਾਨ ਬਣ। 3 ਪਾਰਟੀਆਂ ਨੇ। ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ ਕਿ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਦਿੱਲੀ ਦੇ ਵਿੱਚ ਹੋਰ ਕਿੰਨੇ ਇਤਿਹਾਸਕ ਗੁਰੂ ਘਰ ਨੇ, ਕੁਰਬਾਨੀਆਂ ਦੇ ਨਾਲ ਭਰਿਆ ਇਤਿਹਾਸ ਹੈ, ਤੇ ਉਹਨਾਂ ਇਤਿਹਾਸਕ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨ ਵਾਲੀ ਇਹ ਸੰਸਥਾ ਜਿਹੜੀ ਹੈ,
ਉਹਦੇ ਪ੍ਰਧਾਨ ਇੱਕ ਦੂਜੇ ਤੇ ਦੋਸ਼ ਕੀ ਲਾਉਂਦੇ ਆ? ਸਰਨਾ ਸਾਹਿਬ ਤੇ ਉਹਨਾਂ ਦੇ ਸਾਥੀ ਤੇ ਕੁਝ ਹੋਰ ਬੰਦੇ ਉੱਥੇ ਗਏ ਤੇ ਕਹਿੰਦੇ ਜੀ ਗੋਲਕ ਚੈੱਕ ਕਰਨੀ ਆ, ਕਰਾਓ ਚੈੱਕ ਮਾੜੀ ਜੀ ਕੀ ਹੋਇਆ। ਕਹਿੰਦੇ ਸਾਨੂੰ ਲੱਗਦਾ ਕਿ 50-60 ਲੱਖ ਰੁਪਈਆ ਇੱਧਰ ਉੱਧਰ ਕੀਤਾ ਹੈ। ਕਹਿੰਦੇ ਆ ਥੋੜੇ ਪੈਸੇ ਆ, ਕਿਹੜੇ ਜ਼ਿਆਦੇ? 50-60 ਲੱਖ ਰੁਪਈਆ ਗੁਰੂ ਕੀ ਗੋਲਕ ਦਾ, ਜਿਹਦਾ ਗਰੀਬ ਦੇ ਮੂੰਹ ਵੱਲੋਂ ਖੁੱਲਿਆ ਹੁੰਦਾ ਕੰਮ। ਉਹ ਕਹਿੰਦੇ ਜੀ ਸਾਨੂੰ ਲੱਗਦਾ ਹੈ। ਠੀਕ ਹੈ, ਸਿਰਸਾ ਸਾਹਿਬ ਆ ਗਏ ਬਾਅਦ ਵਿੱਚ। ਉਹ ਕਹਿੰਦੇ ਮੈਂ ਬਾਹਰ ਸੀ ਕਿਤੇ, ਸਾਡੇ ਜਨਰਲ ਸਕੱਤਰ ਸਾਹਿਬ ਵੀ ਬਾਹਰ ਸੀ ਕਿਤੇ, ਤੇ ਮਗਰੋਂ ਆਏ ਆ ਤੇ ਸਾਡੇ ਬੰਦੇ ਕਹਿੰਦੇ ਜੀ ਦੇਖ ਲਓ। ਉਹ ਕਹਿੰਦੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਅਸੀਂ ਵੀਡੀਓ ਰਿਲੀਜ਼ ਕਰਤੀਆਂ ਉਹਨਾਂ ਨੇ। ਜਾਣੀ ਉਹ ਸਿਰਸਾ ਸਾਹਿਬ ਹੋਰਨਾਂ ਵਾਲੀ ਕਮੇਟੀ ਦੇ ਦੋਸ਼ ਲਾਉਂਦੇ ਆ ਕਿ 50-60 ਲੱਖ ਰੁਪਈਆ ਖੁਰਦ-ਬੁਰਦ ਕਰਤਾ, ਤੇ ਦੂਜੇ ਪਾਸੇ ਉਹ ਕਹਿੰਦੇ ਜੀ ਇੱਥੇ ਆ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ। ਤੇ ਤੀਸਰੇ ਪਾਸੇ ਇੱਕ ਦੋਸ਼ 2 ਸਾਲ ਪਹਿਲਾਂ ਹੋਰ ਲੱਗਾ ਸੀ, ਕਹਿੰਦੇ ਜੀ ਜਦੋਂ ਨੋਟਬੰਦੀ ਹੋਈ ਆ ਪੁਰਾਣੇ ਨੋਟ ਲਿਆ ਕੇ ਗੁਲਕ 'ਚ ਰੱਖਦੇ, ਉੱਥੋਂ ਨਵੇਂ ਚੱਕ ਲਏ। ਇਹਨਾਂ 'ਚੋਂ ਇੱਕ ਵੀ ਦੋਸ਼ ਸਾਬਿਤ ਹੁੰਦਾ ਹੈ ਨਹੀਂ ਹੁੰਦਾ ਉਹ ਪਤਾ ਨਹੀਂ। ਹੋਰ ਦੇਖੋ ਇੱਕ ਨਵੀਂ ਗੱਲ ਆਈ, ਉਹ ਕਹਿੰਦੇ ਜੇ ਅਸੀਂ ਗਏ ਪੁੱਛਣ, ਉਹ ਕਹਿੰਦੇ ਪੈਸੇ ਦਾ ਸਵੇਰੇ ਕੱਢ ਕੇ 10:30 ਵਜੇ ਬੈਂਕ ਜਮ੍ਹਾਂ ਕਰਾਤੇ ਆ। ਉਹ ਕਹਿੰਦੇ ਬੈਂਕ 'ਚ ਫੋਨ ਕੀਤਾ, ਉਹ ਕਹਿੰਦੇ ਸਾਡੀ ਤਾਂ ਛੁੱਟੀ ਹੈ, ਸਾਨੂੰ ਨਹੀਂ ਪਤਾ। ਵੀ ਜਾਣੀ ਇਹ ਗੁਰੂ ਘਰ ਦੀ ਗੱਲ ਹੈ, ਬੜੇ ਹੱਥ ਜੋੜ ਕੇ, ਬੜੇ ਨਿਮਰਤਾ ਸਹਿਤ, ਬੜੇ ਸੰਕੋਚ ਕੇ, ਬੜੇ ਦੱਬ ਕੇ, ਬੜੇ ਸੋਚ ਕੇ ਸ਼ਬਦ ਆਪਾਂ ਬੋਲ ਰਹੇ ਹਾਂ। ਪਰ ਜਦੋਂ ਤਿੰਨੋਂ ਧਿਰਾਂ, ਸਾਨੂੰ ਨਹੀਂ ਪਤਾ ਕੌਣ ਗਲਤ ਹੈ ਕੌਣ ਸਹੀ ਹੈ, ਸਾਨੂੰ ਤਾਂ ਇੱਕ ਗੱਲ ਦਾ ਪਤਾ ਕਿ ਦਿੱਲੀ ਦੇ ਉਹਨਾਂ ਗੁਰੂ ਘਰਾਂ 'ਚ ਜਾਣ ਵਾਲੀ ਸੰਗਤ ਜਿਹੜੀ ਹੈ ਅੱਜ ਸੋਚਦੀ ਕੀ ਹੋਊਗੀ। ਕੋਈ ਕਹਿੰਦਾ ਜੀ 50-60 ਲੱਖ ਕੱਢ ਕੇ ਲੈ ਗਏ, ਕੋਈ ਕਹਿੰਦਾ ਜੀ ਨਵੇਂ ਪੁਰਾਣੇ ਨੋਟ ਕਰ ਲੈ, ਕੋਈ ਕਹਿੰਦੇ ਉੱਥੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ। ਫਿਰ ਭਲਕ ਨੂੰ ਇਹਨਾਂ ਨੇ ਕਹਿਣਾ ਜੀ ਦਖਲ ਦਿੰਦੇ ਆ, ਤੇ ਪੁਲਿਸ ਉੱਥੇ ਗਈ ਹੈ ਨਾਲ। ਨਹੀਂ ਉਹ ਤਾਂ ਜਾਏਗੀ। ਮੇਰਾ ਖਿਆਲ ਜਦੋਂ ਆ ਲੰਘੀਆਂ ਸੀ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਵਾਲੀਆਂ ਇਲੈਕਸ਼ਨਾਂ ਜੀ, ਉਦੋਂ ਆਪਾਂ ਅੰਕੜੇ ਕੱਢ ਕੇ ਦੱਸ ਹੀ ਦਿੱਤੇ ਸੀ ਵੀ ਕਿੰਨੇ ਕੁ % ਵੋਟਾਂ ਪੈਂਦੀਆਂ ਨੇ। ਮਤਲਬ ਬਣਾਈਆਂ ਬਹੁਤ ਨੇ, ਪਰ ਉਹਦੇ ਚੋਂ ਕਿੰਨੇ ਕੁ % ਵੋਟਾਂ ਪੋਲ ਹੋਈਆਂ। ਮੇਰਾ ਖਿਆਲ ਉਤੋਂ ਹੀ ਅੰਦਾਜ਼ਾ ਲੱਗ ਜਾਣਾ ਚਾਹੀਦਾ ਵੀ ਜਿਹੜਾ ਇੱਕ ਸਿੱਖ ਆ ਉਹਦਾ ਇਸ ਮੈਨੇਜਮੈਂਟ ਕਮੇਟੀ ਨੂੰ ਚੁਣਨ ਦੇ ਵਿੱਚ ਕਿੰਨਾ ਕੁ ਧਿਆਨ ਹੈ ਵੀ ਯਾਰ ਮੈਨੂੰ ਬਹੁਤ ਜ਼ਰੂਰੀ ਹੈ ਬੰਦੇ ਚਾਹੀਦੇ। ਦੂਜੀ ਰਹੀ ਗੱਲ, ਤੁਸੀਂ ਵੀ ਜਦੋਂ ਆਹ ਖਬਰ ਵੀ ਆਈ ਹੋਣੀ ਆ ਤੇ ਉਦੋਂ ਬਾਅਦ ਲੋਕ ਕੀ ਸੋਚਦੇ ਹੋਣਗੇ, ਮੈਨੂੰ ਪਤਾ ਕੀ ਸੋਚਦੇ ਹੋਣਗੇ। ਬਜ਼ੁਰਗ ਜੋੜਾ ਉਸੇ ਤਰ੍ਹਾਂ ਉਹ ਗਏ ਹੋਣੇ ਉੱਥੇ ਵੀ ਆਪਾਂ ਉੱਥੇ ਜਾਣਾ ਬਾਬੇ ਦੇ ਘਰ ਮੱਥਾ ਟੇਕ ਆਈਏ, ਤੇ ਉੱਥੇ ਹੋ ਸਕਦਾ ਕਿਸੇ ਨੇ ਗੱਲ ਚਲਾਈ ਹੋਵੇ, ਤੁਹਾਨੂੰ ਪਤਾ ਲੱਗਾ ਸਰਦਾਰ ਜੀ ਇੱਥੇ ਇੱਦਾਂ ਹੋਇਆ। ਉਹਨਾਂ ਫਿਰ ਸ਼ਰਧਾ ਨਾਲ ਨੋਟ ਪਾਏ ਹੋਣੇ ਵਿੱਚ, ਤੇ ਕਹਿਣਾ ਵੀ ਮਹਾਰਾਜ ਆਪ ਵੇਂਦਾ ਇਹਨਾਂ ਨੂੰ, ਅਸੀਂ ਇਹਨਾਂ 'ਚ ਨਹੀਂ ਪੈਣਾ। ਮੇਰਾ ਖਿਆਲ ਇਹੀ ਇੱਕ ਕਾਰਨ ਆ ਜਿਹਦਾ ਕਰਕੇ ਜਿਹੜੀ ਸਿੱਖੀ ਆ ਉਹ ਤੇ ਆਪਣੇ ਹਿਸਾਬ ਨਾਲ ਪ੍ਰਫੁੱਲਤ ਹੋਈ ਜਾਂਦੀ। ਪਰ ਜਿਹੜੇ ਕਹਿੰਦੇ ਵੀ ਅਸੀਂ ਹੁਣ ਸੇਵਾ ਕਰਨੀ, ਉਹ ਸਾਨੂੰ ਇਹਦਾ ਮੌਕਾ ਦੇ ਦਿਓ ਥੋੜਾ ਸੇਵਾ ਦਾ, ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਅੰਦਰ ਝਾਤੀ ਮਾਰਦੇ। ਨਹੀਂ ਮੁਸ਼ਕਿਲ ਹੋ ਜਾਣੀ ਹੈ। ਹੋ ਸਕਦਾ ਕਿ ਕੱਲ ਨੂੰ ਲੀਡਰ ਵੀ ਆਵਾਜ਼ ਮਾਰਿਆ ਕਰਨ ਗੁਰੂ ਘਰ ਮੱਥਾ ਟੇਕਣ, ਕਿਸੇ ਨੂੰ ਆਇਓ ਸਾਜ ਮਾਰਿਆ, ਕਹਿੰਦਾ ਨਹੀਂ ਯਾਰ ਮੈਨੂੰ ਜਾਲਣ ਤੁਸੀਂ ਲੜਨਾ ਹੀ ਆ। ਵੈਸੇ ਗੱਲ ਇਹ ਹੈ ਨਾ ਵੀ ਮੈਂ ਇੱਥੋਂ ਹੀ ਠੀਕ ਹਾਂ, ਮੈਂ ਇੱਦਾਂ ਆਇਆ ਜੋੜੇ ਘਰ ਦੇ ਵਿੱਚ ਜੋੜਾ ਰੱਖਿਆ, ਮੁੜ ਕੇ ਪੈਰ ਧੋਤੇ ਆ, ਹੱਥ ਧੋਤੇ ਆ, ਉਹਦੇ ਤੋਂ ਬਾਅਦ ਅੱਗੇ ਉਹ ਤੁਰਦੇ ਮੈਟ ਦੇ ਉੱਤੇ ਮੈਂ ਅੱਗੇ ਜਾ ਕੇ ਤਾਂ ਜਿੰਨਾ ਕੁ ਚੜਾ ਕੇ ਮੱਥਾ ਟੇਕਿਆ, ਗੁਰੂ ਘਰ 'ਚ ਪ੍ਰਸ਼ਾਦ ਛਕਿਆ। ਮੈਨੂੰ ਤੁਸੀਂ ਜਾ ਹੀ ਲੈਣ ਦਿਓ। ਪਰਲੇ ਪਾਸੇ ਰੁਪਈਏ ਇੱਧਰ ਉੱਧਰ ਕਰਨ ਦਾ, ਗਾਣਾ ਕੱਢਣ ਦਾ, ਇੱਕ ਦੂਜੇ ਤੇ ਖੁਰਦ-ਬੁਰਦ ਕਰਨ ਦੇ ਦੋਸ਼ ਲਾਉਣ ਦਾ, ਉਹ ਤੁਹਾਡਾ ਮਹਿਕਮਾ ਵੱਖਰਾ ਹੈ, ਸਾਡਾ ਮਹਿਕਮਾ ਗੁਰੂ ਵਾਲਾ ਹੈ। ਨਹੀਂ ਮੈਨੂੰ ਤਾਂ ਲੱਗਦਾ ਉਹ ਵੀ ਕਿਸੇ ਵੇਲੇ ਜੇ ਮੰਨ ਲਓ ਅਹੁਦੇਦਾਰ ਕਿਤੇ ਜਿੱਦਣ ਵੇਖਿਆ ਨਾ ਵੀ ਸਵੇਰੇ ਗਏ ਸਰਦਾਰ ਜੀ ਵੀ ਮੈਂ ਟਾਈਮ ਨਾਲ ਮੱਥਾ ਟੇਕ ਕੇ ਆ ਗਿਆ, ਲਓ, ਤੇ ਅਜੇ ਬਾਹਰੋਂ ਅੰਦਰ ਜੋੜਾ ਲਾ ਕੇ ਤੇ ਵੜ ਨਹੀਂ ਲੱਗੇ, ਤੇ ਉਹ ਸਾਹਮਣੇ ਉਹ ਤੇਰਾ ਪੁਲਾ ਜੇ ਸਰਦਾਰ ਫੇਰ ਇਕੱਠੇ ਸਾਰੇ, ਚਲੋ ਮਹਾਰਾਜ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰ ਲਿਓ। ਕਿਸੇ ਨੇ ਆਵਾਜ਼ ਮਾਰੇ ਸਰਦਾਰ ਜੀ ਕੀ ਗੱਲ ਮੁੜ ਚੱਲੇ, ਨਹੀਂ ਤੁਸੀਂ ਲੱਗੇ ਰਹੋ ਤਗੜੇ ਹੋ ਗਏ। ਮੈਂ ਬਾਬੇ ਨੂੰ ਪਤਾ ਲੱਗ ਗਿਆ ਵੀ ਮੈਂ ਆਇਆ ਤੇ ਤੁਸੀਂ ਆ ਗਏ, ਸਾਡਾ ਹੁਣ ਕੰਮ ਕੋਈ ਨਹੀਂ ਅਸੀਂ। ਚਲੋ ਸੰਧਾਲੀਆ ਸਾਹਿਬ, ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਚਰਚਾ ਕਰ ਲਈਏ, 2-3 ਦਿਨ ਹੋ ਗਏ ਗੱਲ ਨਹੀਂ ਕੀਤੀ। ਨਹੀਂ ਕਰੀਏ, ਅਗਲੇ ਹੁਣ ਭੁੱਖ ਹੜਤਾਲ ਕਰਕੇ ਬੈਠੇ ਆ, ਕਿਉਂਕਿ ਜੋ ਕਹਿੰਦੇ ਜੇਲ੍ਹ 'ਚ ਵਰਤਾਰਾ ਜਾਂ ਉਹਨਾਂ ਦੀ ਹਿਰਾਸਤ 'ਚ ਵਰਤਾਰਾ ਉਹਨਾਂ ਦੇ ਨਾਲ ਹੋ ਰਿਹਾ ਉਹ ਠੀਕ ਨਹੀਂ। ਸੰਧਾਲੀ ਸਾਹਿਬ ਈਡੀ ਨੇ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ। ਪਹਿਲਾਂ ਤਾਂ ਪਰਿਵਾਰ ਕਹਿੰਦੇ ਸੀ ਕਿ ਜਿੱਦਣ ਗ੍ਰਿਫਤਾਰ ਕੀਤਾ ਉਦੋਂ ਤਾਂ ਸੱਦਿਆ ਵੀ ਨਹੀਂ ਸੀ। ਖਹਿਰਾ ਸਾਹਿਬ ਵੀ ਕਹਿੰਦੇ ਜੇ ਪੁੱਛਗਿੱਛ ਰਹਿ ਗਈ ਹੈ ਤਾਂ ਮੈਂ ਫੇਰ ਆ ਜਾਣਾ, ਤੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਉਹਦੇ ਤੋਂ ਬਾਅਦ ਫਿਰ 1 ਦਿਨ ਦਾ ਰਿਮਾਂਡ ਮਿਲਿਆ। ਫਿਰ ਚਰਚਾ ਇਹ ਸੀ ਕਿ ਈਡੀ ਨੂੰ ਹੁਣ 5-7 ਦਿਨ ਦਾ ਰਿਮਾਂਡ ਮਿਲ ਗਿਆ ਲੰਬਾ, ਤੇ ਹੁਣ ਦਿੱਲੀ ਲੈ ਕੇ ਜਾਣਗੇ, ਪਰ ਉਹ ਚੰਡੀਗੜ੍ਹ ਹੀ ਸੀ। ਉਹ ਕਹਿੰਦੇ ਜੀ ਸਵੇਰੇ ਹੀ ਈਡੀ ਦੇ ਦਫ਼ਤਰ ਉਹਨਾਂ ਨੂੰ ਲੈ ਆਉਂਦੇ ਆ, ਸਾਰਾ ਦਿਨ ਉਹਨਾਂ ਦੇ ਬੇਟੇ ਨੇ ਕਿਹਾ, ਮਹਿਤਾਬ ਸਿੰਘ ਖਹਿਰਾ ਨੇ, ਉਹ ਭਲਾਥੇ ਦੇ ਵਿੱਚ ਵੀ ਘੁੰਮ ਰਹੇ ਆ, ਸਾਰਾ ਕੋਈ ਵਕੀਲ ਨੇ ਖੁਦ। ਉਹ ਕਹਿੰਦੇ ਜੀ ਸਵੇਰੇ ਈਡੀ ਦੇ ਦਫ਼ਤਰ ਲੈ ਆਉਂਦੇ ਆ, ਰਾਤ ਨੂੰ ਫਿਰ ਸੈਕਟਰ 19 ਚੰਡੀਗੜ੍ਹ ਪੁਲਿਸ ਦਾ ਜਿਹੜਾ ਥਾਣਾ ਹੈ ਉਹ ਰਾਤ ਨੂੰ ਉੱਥੇ ਛੱਡਿਆ ਆਉਂਦੇ ਕਿ ਰਾਤ ਉਹ ਰੱਖਣਗੇ, ਸਵੇਰੇ ਫਿਰ ਈਡੀ ਵਾਲੇ ਲੈ ਜਾਂਦੇ ਕਿ ਭਾਈ ਤੁਹਾਡੇ ਤੋਂ ਪੁੱਛ ਕੇ ਸ਼ੁਰੂ ਕਰਨੀ ਹੈ, ਰਿਮਾਂਡ ਦੇ ਉੱਤੇ ਨੇ ਤਲੇ ਜਾਣਗੇ। 2 ਦੋਸ਼ ਲਾਏ। ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਇਹਨੇ ਮਾੜੇ ਹਾਲਾਤਾਂ ਦੇ ਵਿੱਚ ਰੱਖਿਆ, ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਨਫੈਕਸ਼ਨ ਹੋ ਗਈ, ਧੱਫੜ ਉਹਨਾਂ ਦੇ ਨਿਕਲਿਆ ਤੇ ਦਵਾਈ ਵੀ ਨਹੀਂ ਦੇਣ ਦਿੰਦੇ। ਦੂਸਰਾ ਦੋਸ਼ ਜਿਹੜਾ ਗੰਭੀਰ ਹੈ, ਉਹ ਕਹਿੰਦੇ ਜਦੋਂ ਪਾਂਡੇ ਸਾਹਿਬ ਨਾਂ ਦੇ ਕੋਈ ਅਧਿਕਾਰੀ ਨੇ ਤੇ ਉਹ ਉਹਨਾਂ ਨੂੰ ਬਾਰ-ਬਾਰ ਕਹਿੰਦੇ ਆ ਕਿ ਭਾਈ ਕੜਾ ਲਾ ਦਿਓ। ਉਹ ਕਹਿੰਦੇ ਹੁਣ ਉਹ ਸਿੱਖ ਬੰਦੇ ਨੇ ਸੁਖਪਾਲ ਸਿੰਘ ਖਹਿਰਾ, ਤੇ ਇਹ ਕੜਾ ਕਿੱਦਾਂ ਉਹ ਲਾ ਦੇਣ। ਇਸ ਕਰਕੇ ਉਹ ਕਹਿੰਦੇ ਕਿ ਕਿਉਂਕਿ ਉਹਨਾਂ ਨੇ ਇਹ ਗੱਲ ਆਖੀ ਹੈ
ਤੇ ਉਹਨਾਂ ਨੂੰ ਗੈਰ ਮਾਨਵੀ ਗੈਰ ਮਨੁੱਖੀ ਤਰੀਕੇ ਦੇ ਨਾਲ ਸਲੂਕ ਕੀਤਾ ਜਾ ਰਿਹਾ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਭੁੱਖ ਹੜਤਾਲ ਸ਼ੁਰੂ ਕਰਤੀ ਕਿ ਭਾਈ ਮੈਂ ਕੁਝ ਖਾਣਾ ਨਹੀਂ, ਤੇ ਉਨੀ ਦੇਰ ਭੁੱਖ ਹੜਤਾਲ ਕਹਿੰਦੇ ਜਾਰੀ ਰਹੂਗੀ ਜਿੰਨੀ ਦੇਰ ਜ਼ਿੰਮੇਵਾਰ ਅਧਿਕਾਰੀਆਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ। ਤੇ ਨਾਲ ਦੀ ਨਾਲ ਮਹਿਤਾਬ ਸਿੰਘ ਖਹਿਰਾ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਸਾਰੇ ਸਾਡੇ ਕੋਲ ਸਬੂਤ ਨੇ ਜਿਹੜੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਬੇਗੁਨਾਹੀ ਸਾਬਤ ਕਰਦੇ ਆ। ਉਹ ਕਹਿੰਦੇ ਪਿਤਾ ਜੀ ਹੋਰੀ ਯੂਆਪਾ ਦੇ ਖਿਲਾਫ ਬੋਲਦੇ ਸੀ, ਪਿਤਾ ਜੀ ਹੋਰੀ ਕਿਸਾਨ ਸੰਘਰਸ਼ ਦੇ ਹੱਕ 'ਚ ਤੇ ਕੇਂਦਰ ਸਰਕਾਰ ਦੇ 3 ਕਾਨੂੰਨਾਂ ਦੇ ਵਿਰੋਧ 'ਚ ਬੋਲਦੇ ਸੀ ਤੇ ਸਿਟਾ ਭੁਗਤਣਾ ਪਿਆ। ਨਹੀਂ ਦੇਖੋ, ਕੁੱਲ ਮਿਲਾ ਕੇ ਜੋ ਕੁਝ ਵੀ ਹੋ ਰਿਹਾ ਵਾਪਰ ਰਿਹਾ ਉਹਦੇ 'ਚ ਕਿਤੇ ਨਾ ਕਿਤੇ ਸਿਆਸਤ ਤੇ ਜਾਪਦੀ ਹੈ, ਪਰ ਉਹ ਕਿੰਨੀ ਕੁ ਕਿੰਨੀ ਕੁ ਨਹੀਂ ਆ ਇਹ ਤਾਂ ਟਾਈਮ ਦੱਸੂ। ਪਰ ਦੂਜੀ ਗੱਲ ਇਹ ਵੀ ਹੈ ਵੀ ਜਦੋਂ ਹੁਣ ਇਹ ਸਾਰੇ ਕੁਝ ਨੂੰ ਆਪਾਂ ਦੇਖਦੇ ਹਾਂ ਤੇ ਉੱਪਰੀ ਨਜ਼ਰੇ ਲਿੰਕ ਕਈ ਵਾਰਾਂ ਕੋਈ ਜੁੜਦਾ ਜੀ, ਉਹ ਇੱਕ ਪੁਰਾਣਾ ਲਿੰਕ ਸੀਗਾ ਜੀ, ਉਹ ਫੋਨ ਕਾਲਾਂ ਵਾਲਾ ਲਿੰਕ ਸੀ ਜੀ, ਉਹ ਕਹਿੰਦੇ ਨਹੀਂ ਜੀ ਉਹ ਲਿੰਕ ਹੈ ਨਹੀਂ ਗਾ, ਇਹ ਤਾਂ ਲਿੰਕ ਕੋਈ ਹੋਰ ਜੋੜਦੇ ਆ ਵੀ ਇਹ ਉਹ ਬਾਹਰ ਗਏ ਸੀਗੇ, ਉਦੋਂ ਉਹਨਾਂ ਨੇ ਚੰਦਾ ਲਿਆ ਸੀ, ਉਦੋਂ ਆਮ ਆਦਮੀ ਪਾਰਟੀ ਸੀਗੇ ਤੇ ਜਿਹੜਾ ਚੰਦਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਉਹ ਤੇ ਆਮ ਆਦਮੀ ਪਾਰਟੀ ਨੂੰ ਦੇਤਾ। ਖਹਿਰਾ ਸਾਹਿਬ ਦਾ ਤਾਂ ਉਹਦਾ ਲਿੰਕ ਕੋਈ ਨਹੀਂ, ਔਰ ਉਹ ਪੁੱਛੀ ਜਾਂਦੇ ਵੀ ਹਾਂ ਭਾਈ ਸਾਹਿਬ ਪੈਸੇ ਜੀ। ਉਧਰੋਂ ਆਮ ਆਦਮੀ ਪਾਰਟੀ ਵਾਲੇ ਆਖੀ ਜਾਂਦੇ ਵੀ ਸਾਡਾ ਤਾਂ ਲੈਣਾ ਦੇਣਾ ਕੋਈ ਨਹੀਂ ਭਾਈ ਸਾਹਿਬ, ਕਿਹੜਾ ਚੰਦਾ ਕਹਿੰਦੇ ਮੰਗਿਆ, ਸਾਡੇ ਤਾਂ ਐਵੇਂ ਵਧੋ ਵਧੀ ਘੜੀਸ ਦੇ ਨਾਂ ਵਿੱਚ। ਹੁਣ ਇਹ ਮੇਰੇ ਖਿਆਲ ਨਾਲ ਜਦ ਤੱਕ 2-4 ਦਿਨਾਂ ਦੇ ਵਿੱਚ ਕਲੀਅਰ ਨਹੀਂ ਹੁੰਦੀ ਗੱਲ, ਉਨੀ ਦੇਰ ਤੱਕ ਮੇਰੇ ਖਿਆਲ ਨਾਲ ਕੁਝ ਵੀ ਚੰਗੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਵੀ ਅਸਲ ਦੇ ਵਿੱਚ ਰੌਲਾ ਹੈ ਕਿੱਥੇ ਕਿ ਜੀ। 2 ਦਿਨ ਹੋਰ ਨੇ, ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜ਼ਮਾਨਤ ਮਿਲ ਗਈ, ਜੇ ਰਿਮਾਂਡ ਅੱਗੇ ਨਾ ਵਧਿਆ ਤੇ ਬਾਹਰ ਆ ਕੇ ਸ਼ਾਇਦ ਉਹ ਬਹੁਤ ਸਾਰੀਆਂ ਗੱਲਾਂ ਕਲੀਅਰ ਕਰ ਦੇਣਗੇ। ਕਿਉਂਕਿ ਜੇ ਜਿੱਦਾਂ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 16 ਸ਼ਹਿਰਾਂ 'ਚ ਭੇਜਿਆ ਸੀ ਉਹਨਾਂ ਨੂੰ, ਤੇ ਜਿੱਥੇ ਜਾ ਕੇ ਉਹ ਸੰਬੋਧਨ ਕਰਦੇ ਸੀ, ਕਿਉਂਕਿ ਐਨਆਰਆਈਜ਼ ਦੇ ਵਿੱਚ ਕਹਿੰਦੇ ਭੱਲ ਬੜੀ ਸੀ, ਤੇ ਲਾਗੇ ਕਹਿੰਦੇ ਆਮ ਆਦਮੀ ਪਾਰਟੀ ਇੱਕ ਟੇਬਲ ਲਾ ਲੈਂਦੀ ਸੀ ਕਿ ਭਾਈ ਇੱਥੇ ਡੋਨੇਸ਼ਨ ਦਿਓ, ਚੰਦਾ ਦਿਓ, ਆਮ ਆਦਮੀ ਪਾਰਟੀ ਦੇ ਲਈ ਇਲੈਕਸ਼ਨ ਫੰਡ ਦਿਓ, ਅਸੀਂ 2017 ਚੋਣ ਲੜਨੀ। 16 ਦੀਆਂ ਗੱਲਾਂ ਨੇ। ਉਹ ਕਹਿੰਦੇ ਉਹ ਪੈਸੇ ਦਾ ਸਾਰੇ $1.25 ਜਿਹੜਾ ਇਕੱਠਾ ਹੋਇਆ ਉਹ ਤਾਂ ਗਿਆ ਆਮ ਆਦਮੀ ਪਾਰਟੀ ਨੂੰ, ਮੇਰੇ ਬਾਪੂ ਦੀ ਜੇਬ 'ਚ $1 ਨਹੀਂ ਆਇਆ। ਤੇ ਹੁਣ ਆਮ ਆਦਮੀ ਪਾਰਟੀ ਵਾਲੇ ਇਹ ਬਾਰ-ਬਾਰ ਉਹਨਾਂ ਨੇ ਸ਼ਬਦ ਵਰਤਿਆ ਜਿੱਥੇ ਵੀ ਸੰਬੋਧਨ ਕਰਦੇ, ਉਹ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਪਾਰਟੀ ਨੂੰ ਕਿ ਪੈਸੇ ਪਾਰਟੀ ਲਈ ਇਕੱਠੇ ਕੀਤੇ, ਆਪਣਾ ਸਮਾਂ ਵੀ ਲਾਇਆ ਤੇ ਹੁਣ ਤੁਸੀਂ ਮੁੱਕਰਦੇ ਹੋ ਤੇ ਸਾਰਾ ਕੁਝ ਉਹਨਾਂ ਦੇ ਗਲ ਪਾਈ ਜਾਂਦੇ ਹੋ ਸਕਦਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਜਦੋਂ ਜ਼ਮਾਨਤ ਤੇ ਬਾਹਰ ਆਉਣ ਫੇਰ ਦੱਸਣ, ਕਿਉਂਕਿ ਰੌਲਾ ਕੱਲਾ ਇਹ ਨਹੀਂ ਹੈ ਕਿ $1.25 ਹੈ। ਸੰਧਾਲੀਆ ਸਾਹਿਬ, ਰੌਲਾ ਇਹ ਵੀ ਹੋਣਾ ਕਿ $1 ਇੰਡੀਆ 'ਚ ਪਹੁੰਚਾ ਕਿੱਦਾਂ। ਤੇ ਤੁਹਾਨੂੰ ਯਾਦ ਹੋਣਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਅਸੀਂ ਚੰਦੇ ਦੀ ਡੀਟੇਲ ਦਿੰਨੇ ਆ ਆਨਲਾਈਨ, ਕਿ ਜਿਹੜੇ ਬੰਦੇ ਨੇ ਸਾਨੂੰ ਰੁਪਈਆ ਵੀ ਦਿੱਤਾ ਅਸੀਂ ਆਨਲਾਈਨ ਪਾ ਦਈਦਾ ਕਿ ਪਾਰਟੀ ਦਾ ਅੱਜ ਫੰਡ ਸੀ ਮੰਨ ਲਓ 507 ਰੁਪਈਏ, ਗੁਰਪ੍ਰੀਤ ਸਿੰਘ ਸੰਧਾਲੀਆ ਨੇ ਦਿੱਤੇ ਨੇ 4 ਰੁਪਈਏ, ਉਹ ਕੁੱਲ ਮਿਲਾ ਕੇ ਬਣ ਗਿਆ 511 ਰੁਪਈਏ। ਤੇ ਗੁਰਪ੍ਰੀਤ ਸਿੰਘ ਸੰਧਾਲੀਆ ਦੇ ਚੰਦੇ ਦੀ ਰਸੀਦ ਹੈ ਜੀ 13,591। ਤੇ ਹੁਣ ਉਹ $1,00,000 ਇੱਕ ਦੇਸ਼ ਤੋਂ ਤੁਰ ਕੇ ਦੂਜੇ ਦੇਸ਼ ਅਪੜਿਆ ਕਿੱਦਾਂ, ਉਹਨੂੰ ਕੌਣ ਲੈ ਕੇ ਆਇਆ? ਕਿਉਂਕਿ ਤੁਹਾਨੂੰ ਯਾਦ ਹੋਣਾ 에ਅਰਪੋਰਟ ਦੇ ਉੱਤੇ ਇੱਕ ਫਾਰਮ ਭਰਵਾਉਂਦੇ ਹੁੰਦੇ ਆ ਕਿ ਤੁਹਾਡੇ ਕੋਲੇ ਨਕਦੀ ਕਿੰਨੀ ਹੈ, ਵਿਦੇਸ਼ੀ ਕਰੰਸੀ ਕਿੰਨੀ ਹੈ ਜਾਂ ਦੇਸ਼ ਦੀ ਕਰੰਸੀ ਕਿੰਨੀ ਹੈ, ਤੇ ਉਹਦੇ ਵਿੱਚ ਸਾਰਾ ਕੁਝ ਡਿਕਲੇਅਰ ਕਰਨਾ ਪੈਂਦਾ। ਕੀਤਾ ਕਿ ਨਹੀਂ ਕੀਤਾ, ਕੌਣ ਲੈ ਕੇ ਆਇਆ, ਪੈਸੇ ਕਿਹਨੇ ਦਿੱਤੇ, ਕਿਹਨੂੰ ਦਿੱਤੇ, ਜੇ ਖਹਿਰਾ ਸਾਹਿਬ ਨੇ ਵੀ ਦਿੱਤੇ ਕਿਹਨੂੰ ਜਾ ਕੇ ਫੜਾਏ, ਗੱਲਾਂ ਸਾਰੀਆਂ ਸਭ ਸਾਹਮਣੇ ਆਉਣਗੀਆਂ। ਇਹ ਤਾਂ ਹੈ, ਦੇਖੋ ਰੌਲਾ ਤੇ ਸਾਰਾ ਪੈਸੇ ਦਾ ਹੀ ਹੈ ਨਾ। ਹੁਣ ਦੇਖੋ ਪੈਸੇ ਦੇ ਰੌਲੇ ਦਾ ਕਰਕੇ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਟਵੀਟ ਕਰਨਾ ਪਿਆ। ਉਹ ਕਹਿੰਦੇ ਗੱਲ ਇਹ ਹੈ ਵੀ ਜਦੋਂ ਆਪਾਂ ਗੱਲ ਕਰਦੇ ਪੰਜਾਬ ਦੀ, ਨਾ ਉਹਨਾਂ ਫਿਰ ਨਹੀਂ ਲਿਆ ਕਿਸੇ ਦਾ ਜੀ, ਪਰ ਮੈਨੂੰ ਲੱਗਦਾ ਵੀ ਥੋੜੇ ਜਿਹੇ ਦਿਨ ਉਹ ਕੱਢਦੇ ਨੇ, ਉਦੋਂ ਬਾਅਦ ਕਹਿੰਦੇ ਵੀ ਓਕੇ ਹੁਣ ਥੋੜਾ ਜਿਹਾ ਦੇਖੋ ਵੀ ਇੱਥੋਂ ਚੂਲ ਥੋੜੀ ਜਿਹੀ ਢਿੱਲੀ ਇੱਥੇ ਫਾਲ ਠੋਕੀ ਜਾਵੇਗੀ। ਹੁਣ ਨਵੀਂ ਫਾਲ ਜਿਹੜੀ ਟਵੀਟਾਂ ਵਾਲੀ ਉਹਨਾਂ ਨੇ ਠੋਕੀ, ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਪੰਜਾਬ ਦੇ ਵਿੱਤੀ ਹਾਲਾਤਾਂ ਦੀ, ਵੀ ਕੁੱਲ ਮਿਲਾ ਕੇ ਜਿੰਨੀ ਕੁ GDP ਤੁਸੀਂ ਲਈ ਫਿਰਦੇ ਹੋ, ਕੁੱਲ ਮਿਲਾ ਕੇ ਅੱਧਾ ਬਚਤ ਦੇ ਕਰਜ਼ਾ ਹੀ ਤੁਰਿਆ ਫਿਰਦਾ ਵਿੱਚ, ਵੀ ਜਿਹੜਾ ਵੀ ਤੁਸੀਂ ਕਹਿੰਦੇ ਵੀ ਫਲਾਣੇ ਥਾਂ ਤੇ ਖਰਚਾ ਕਰਾਂਗੇ, ਕਿੱਥੋਂ ਕਰਕੇ ਕਰਜ਼ਾ ਲੈ ਕੇ ਕਰ ਲੈਂਦੇ ਆ। ਇਹ ਜਿਹੜਾ ਕਰਜ਼ਾ ਲੈ ਕੇ ਖਰਚਾ ਹੋ ਰਿਹਾ, ਇਹ ਖਰਚਾ ਕਰ ਕਰਕੇ ਨਾ ਹੋਵੇ ਪੰਜਾਬ ਹੀ ਸਾਰਾ ਖਰਚ ਹੋ ਜਾਵੇ, ਇਸ ਕਰਕੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ। ਮੈਨੂੰ ਐਂ ਲੱਗਦਾ ਹੁੰਦਾ ਕਦੇ ਕਦੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਟਰੱਕ ਡਰਾਈਵਰ ਸਮਝਦੇ ਆ ਕਿ ਪੰਜਾਬ ਜਾਂ ਕਾਂਗਰਸ ਟਰੱਕ ਆ, ਤੇ ਖਰਾਬੀ ਹੋਈ ਹੋਵੇ ਨਾ ਹੋਵੇ, ਟਰੱਕ ਡਰਾਈਵਰ ਸਾਹਿਬ ਨੇ ਜਿੱਥੇ ਵੀ ਢਾਬੇ 'ਤੇ ਜਾ ਕੇ ਟਰੱਕ ਲਾਉਣਾ, ਸਭ ਤੋਂ ਪਹਿਲਾਂ ਇੱਕ ਡੰਡਾ ਜਿਹਾ ਕੱਢ ਕੇ ਉਹਨਾਂ ਨੇ ਟਾਇਰਾਂ ਦੇ ਉੱਤੇ ਮਾਰਨਾ, ਬੱਟੀਆਂ ਬੁੱਟੀਆਂ ਵਿੱਚੋਂ ਕੱਢਣੀਆਂ ਕਿ ਹਵਾ ਠੀਕ ਹੈ, ਟਰੱਕ ਦੇ ਚਾਰੇ ਪਾਸੇ ਘੁੰਮ ਕੇ ਜਿਹੜਾ ਉਹ ਦੇਖਣਾ ਐਨ ਚੰਗੇ ਤਰੀਕੇ, ਕਿਤੇ ਤੇਲ ਤਾਂ ਨਹੀਂ ਲੀਕ ਕਰਦਾ, ਤੇ ਜੇ ਬੱਟੀਆਂ ਫਸੀਆਂ ਤਾਂ 5-7 ਮਿੰਟ ਲਾ ਦੇਣੇ, ਉਧਰ ਚਾਹ ਦਾ ਆਰਡਰ ਦੇ ਦੇਣਾ, ਜਾਂ ਇਹ ਕਹਿ ਦੇਣਾ ਕਿ ਭਾਈ ਅੱਜ ਵਧੀਆ ਪੀਲੀ ਦਾਲ ਨੂੰ ਤੜਕਾ ਵਧੀਆ ਲਾਣਾ ਹੀ, ਤੇ ਰੋਟੀਆਂ 2 ਰਾੜ ਕੇ ਜਿਹੜੀਆਂ ਉੱਥੇ ਰੱਖ ਤੇ ਮੈਂ ਆਇਆ, ਤੇ ਨਾਲ ਬੱਟੀਆਂ ਬੁੱਟੀਆਂ ਕੱਢ ਕੇ ਆਉਣੀਆਂ। ਉਹ ਦੂਜੇ ਚੌਥੇ ਦਿਨ ਮੈਨੂੰ ਐਂ ਲੱਗਦਾ ਕਿ ਇੱਕ ਤਾਂ ਟਾਇਰਾਂ ਦੇ ਉੱਤੇ ਡੰਡਾ ਮਾਰ ਕੇ ਹਵਾ ਚੈੱਕ ਕਰਦੇ, ਨਾਲੇ ਬੱਟੀਆਂ ਬੁੱਟੀਆਂ ਕੱਢ ਲੈਂਦੇ ਆ ਕਿ ਮੁੜ ਕੇ ਕੱਲ ਨੂੰ ਪਟਾਕਾ ਨਾ ਪੈ ਜਾਵੇ। ਜਿਹੜੀ ਮੇਨ ਗੱਲ ਸੁਖਪਾਲ ਸਿੰਘ ਖਹਿਰਾ ਦੇ ਟਵੀਟ ਦੇ ਵਿੱਚੋਂ ਆਈ ਹੈ, ਨਵਜੋਤ ਸਿੰਘ ਸਿੱਧੂ ਦੇ ਟਵੀਟ 'ਚ, ਸੌਰੀ ਨਵਜੋਤ ਸਿੰਘ ਸਿੱਧੂ ਦੇ, ਕਿਉਂਕਿ ਉਧਰ ਹੀ ਕੰਮ ਸੀਗਾ ਜੀ। ਨਵਜੋਤ ਸਿੰਘ ਸਿੱਧੂ ਦਾ ਟਵੀਟ ਕੀ ਕਹਿੰਦਾ? ਉਹ ਕਹਿੰਦੇ ਹਰ ਹਫ਼ਤੇ ਦਸਤਾਵੇਜ਼ ਜਾਰੀ ਹੋਣੇ ਚਾਹੀਦੇ ਆ। ਤੇ ਦਸਤਾਵੇਜ਼ ਕੀ ਜਾਰੀ ਹੋਣੇ ਚਾਹੀਦੇ ਆ ਕਿ ਸੂਬੇ ਦੇ ਕੋਲ ਜਦੋਂ ਆਹ ਮਹੀਨਾ ਸ਼ੁਰੂ ਹੋਇਆ, ਸੂਬੇ ਦੀ ਆਮਦਨ ਕਿੰਨੀ ਸੀ, ਸੂਬੇ ਦੇ ਸਿਰ ਕਰਜ਼ਾ ਕਿੰਨਾ ਸੀ, ਤੇ ਹੁਣ ਜਦੋਂ ਮਹੀਨਾ ਖਤਮ ਹੋਇਆ ਤੇ ਕਰਜ਼ਾ ਕਿੰਨਾ ਰਹਿ ਗਿਆ ਜਾਂ ਕਿੰਨਾ ਵੱਧ ਗਿਆ। ਇੱਕ ਤਾਂ ਕਹਿੰਦੇ ਇਹ ਕਲੀਅਰ ਹੋਵੇ। ਦੂਸਰੀ ਗੱਲ ਕਿ ਇਸ 1 ਮਹੀਨੇ 'ਚ
ਅਸੀਂ ਲੋਕਾਂ ਦੇ ਲਈ ਕਿੰਨੀਆਂ ਯੋਜਨਾਵਾਂ ਦਾ ਐਲਾਨ ਕੀਤਾ, ਉਹਨਾਂ ਯੋਜਨਾਵਾਂ ਦੇ ਲਈ ਪੈਸਾ ਕਿੱਥੋਂ ਆਉਣਾ, ਉਹਨਾਂ ਯੋਜਨਾਵਾਂ ਦੇ ਉੱਤੇ ਖਰਚਾ ਕਿੱਥੋਂ ਹੋਣਾ, ਜਿੰਨਾ ਖਰਚਾ ਹੋਣਾ ਉਹਦੇ ਆਮਦਨ ਦੇ ਨਵੇਂ ਸਰੋਤ ਕਿਹੜੇ ਆ, ਤੇ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਭਾਈ ਤੁਹਾਡੀ ਭਲਾਈ ਦੇ ਲਈ ਅਸੀਂ ਜਿਹੜੀਆਂ ਸਕੀਮਾਂ ਲਾਂਚ ਕਰ ਰਹੇ ਹਾਂ ਕਿਤੇ ਉਹ ਕਰਜ਼ਾ ਲੈ ਕੇ ਤਾਂ ਨਹੀਂ ਕਰ ਰਹੇ, ਕਿਉਂਕਿ ਭੜਕ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਦੇਣਾ ਪੈਣਾ। ਉਹ ਕਹਿੰਦੇ ਮੈਂ ਬਾਰ-ਬਾਰ ਇਹ ਗੱਲਾਂ ਤਾਂ ਕਰਦਾ, ਮੂਲ ਮੁੱਦਿਆਂ ਤੋਂ ਕਿਤੇ ਪੰਜਾਬ ਨੂੰ ਪਰੇ ਨਾ ਕਰ ਲਿਓ, ਕਿਉਂਕਿ ਪੰਜਾਬ ਨੂੰ ਪੈਰਾਂ ਸਿਰ ਲਿਆਉਣਾ ਜ਼ਰੂਰੀ ਹੈ। ਤੇ ਜੇ ਆਪਾਂ ਕੱਲੀਆਂ ਰਿਓੜੀਆਂ ਵੰਡੀ ਜਾਵਾਂਗੇ ਤਾਂ ਫਿਰ ਕੰਮ ਔਖਾ ਹੋ ਜੂ। ਹੁਣ ਕਈ ਲੋਕਾਂ ਨੂੰ ਲੱਗਦਾ ਕਿ ਭਾਈ ਚੰਨੀ ਸਾਹਿਬ ਬਾਰ-ਬਾਰ ਐਲਾਨ ਕਰ ਰਹੇ ਆ, ਕਦੇ ਬਿਜਲੀ ਦਾ, ਕਦੇ ਰੇਤਾ ਦਾ, ਕਦੇ ਬਕਾਏ ਮਾਫ ਕਰਨ ਦਾ, ਕਦੇ ਕੁਝ, ਤੇ ਉਹ ਜਿਹੜਾ ਐਲਾਨ ਕਰ ਰਹੇ ਆ ਉਹਨਾਂ ਦੇ ਉੱਤੇ ਪੈਸੇ ਲੱਗਣੇ ਆ, ਤੇ ਪੈਸੇ ਆਉਣੇ ਕਿੱਥੋਂ ਆ ਉਹਦਾ ਹਿਸਾਬ ਕਿਤਾਬ ਅਜੇ ਕੋਈ ਨਹੀਂ, ਕਿਉਂਕਿ ਇਲੈਕਸ਼ਨ ਜਿਹੜੇ ਕੋਈ ਵੀ ਨਹੀਂ ਦਿੰਦਾ ਹੁੰਦਾ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਇਦਾਂ ਕੰਮ ਨਹੀਂ ਚੱਲਣਾ ਐ ਆ ਭਾਈ ਕਿ ਹਿਸਾਬ ਦੇਣਾ ਪਊਗਾ। ਇਹਦੇ 'ਚ ਨਾ ਹੁਣ ਮੈਨੂੰ ਇਹ ਜਾਪਦਾ ਵੀ ਹੋ ਸਕਦਾ ਵੀ ਪਹਿਲੀ ਨਜ਼ਰੇ ਲੋਕ ਇਹਨੂੰ ਇਦਾਂ ਦੇਖਣ ਵੀ ਸ਼ਾਇਦ ਸਿੱਧੂ ਸਾਹਿਬ ਨੇ ਯਾਰ ਫੇਰ ਚੰਨੀ ਸਾਹਿਬ ਨਾਲ ਪੰਗਾ ਪਾਉਣਾ, ਪਰ ਮੈਨੂੰ ਇਹ ਗੱਲ ਥੋੜੀ ਜਿਹੀ ਇਦਾਂ ਲੱਗਦੀ ਆ ਵੀ ਉਹਨਾਂ ਨੂੰ ਇਹ ਪਤਾ ਵੀ ਹੁਣ ਆਖਰੀ ਜਿਹੜੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਰਿਆਇਤਾਂ ਤੇ ਜਾਣੀਆਂ। ਪਿਛਲੇ ਦਿਨ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆਇਆ ਸੀ ਵੀ ਇਹ ਮੈਨੂੰ ਪਤਾ ਕੀ ਕਰਨ ਡਏ ਆ, ਇੱਧਰੋਂ ਉੱਧਰੋਂ ਪੈਸੇ ਇਕੱਠੇ ਕਰਕੇ ਇਹਨਾਂ ਨੇ ਝਾੜ ਦੇਣਾ ਪੰਜਾਬ, ਵੀ ਮੁੜ ਕੇ ਅਸੀਂ ਕਢਾਉਣਾ, ਵੀ ਜਿਹੜੀ ਅਗਲੀ ਸਰਕਾਰ ਆਊਗੀ ਉਹਦੇ ਗਲ ਪਾ ਕੇ ਨਿਕਲ ਜਾਵਾਂਗੇ। ਮੈਨੂੰ ਇਹ ਲੱਗਦਾ ਵੀ ਕਿਤੇ ਸ਼ਾਇਦ ਉਸ ਗੱਲੋਂ ਉਹਨਾਂ ਨੇ ਸੋਚਿਆ ਹੋਣਾ ਵੀ ਭਾਈ ਸਾਹਿਬ ਕਿਉਂ ਨਾ ਆਪਾਂ ਹਿਸਾਬ ਕਿਤਾਬ ਦੀ ਗੱਲ ਕਰ ਦਈਏ, ਹੁਣ ਰਿਆਇਤਾਂ ਦੇਣੀਆਂ ਪੈਣੀਆਂ, ਪੈਸੇ ਚਾਹੀਦੇ ਆ। ਪੈਸੇ ਦੋ ਤਰੀਕੇ ਨਾਲ ਆ ਸਕਦੇ ਵੀ ਜਾਂ ਤੇ ਕਰਜ਼ਾ ਹੋਵੇ ਜਾਂ ਫਿਰ ਜਿਹੜੀਆਂ ਚੋਰ ਮੋਰੀਆਂ ਨੇ ਉਹ ਬੰਦ ਕੀਤੀਆਂ ਜਾਣ। ਵੀ ਜੇ ਚੋਰ ਮੋਰੀਆਂ ਬੰਦ ਕਰਨ ਵਾਲੇ ਪਾਸੇ ਹੋ ਗਏ ਤੇ ਫਿਰ ਚੂੜੀ ਜਿੱਧਰ ਟੈਟ ਹੋਣੀ ਉਹ ਸਾਰਿਆਂ ਨੂੰ ਪਤਾ, ਕਿਉਂਕਿ ਪਿਛਲੇ ਦਿਨ ਆਪਾਂ ਵੇਖਿਆ ਸੀ ਵੀ ਵੜਿੰਗ ਸਾਹਿਬ ਕਹਿੰਦੇ ਮੈਂ ਫਿਰ ਚੂੜੀ ਟੈਟ ਕੀਤੀ ਜੀ। ਹਾਂ ਹੁਣ ਇਦਾਂ ਦੀਆਂ ਜੇ ਚੂੜੀਆਂ ਟੈਟ ਕਰਨ ਦਾ ਕਰਕੇ ਉਹਨਾਂ ਨੇ ਟਵੀਟ ਕਰਕੇ ਇਸ਼ਾਰਾ ਕੀਤਾ ਤੇ ਫਿਰ ਤੇ ਭਾਰ ਪਊ ਵਿਰੋਧੀਆਂ ਤੇ। ਹੋ ਸਕਦਾ ਵੀ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਕਈ ਬੰਦਿਆਂ ਤੇ ਪਵੇ ਜਿਨ੍ਹਾਂ ਦਾ ਥੋੜਾ ਬਹੁਤ ਇੱਧਰ ਉੱਧਰ ਕਹਿੰਦਾ ਨਿੱਕੀ ਜੀ ਮੋਰੀ ਫਿਰ ਅਸੀਂ ਵੀ ਉਦੋਂ ਰੱਖੀ ਸੀ, ਕਹਿੰਦੇ ਨਾ ਉਹਦੇ ਵਿੱਚ ਵੀ ਭਾਈ ਸਾਹਿਬ ਕਾਗਜ਼ ਤੁੰਨ ਦਿਓ, ਹੁਣ ਨਹੀਂ ਇਹ ਕੰਮ ਚੱਲਣਾ। ਮਤਲਬ ਹੋ ਸਕਦਾ ਵੀ ਉਹਨਾਂ ਦਾ ਇਸ਼ਾਰਾ ਇਸ ਹਿਸਾਬ ਨਾਲ ਹੋਵੇ, ਪਰ ਜੇ ਇਹ ਚੀਜ਼ ਮੇਰੇ ਖਿਆਲ ਨਾਲ ਟਵੀਟ ਕਰਨ ਦੀ ਬਜਾਏ ਅੰਦਰ ਬਹਿ ਕੇ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜਾ ਪ੍ਰਭਾਵ ਜਾਣਾ ਵੀ ਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾ ਕੇ ਬਹਿ ਜਾਂਦੇ ਉਹ ਨਾ ਜਾਂਦਾ। ਨਹੀਂ, ਚੰਗੀ ਗੱਲ ਆ ਜੇ ਅੰਦਰ ਬੈਠ ਕੇ ਕਰਦੇ ਤਾਂ ਉਹ ਪਾਰਟੀ ਦੇ ਲੈਵਲ ਦੇ ਉੱਤੇ ਵਧੀਆ ਹੋਣਾ ਸੀ, ਪਰ ਮੈਨੂੰ ਕਦੇ ਕਦੇ ਐਂ ਵੀ ਲੱਗਦਾ ਕਿ ਭਾਈ ਜਿਹੜੀ ਗੱਲ ਪੰਜਾਬ ਦੇ ਭਲੇ ਲਈ ਹੈ ਕੋਠੇ ਤੇ ਚੜ੍ਹ ਕੇ ਚੀਕਾਂ ਮਾਰ ਕੇ ਕਰਨੀ ਚਾਹੀਦੀ। ਉਹਦਾ ਕਾਰਨ ਕੀ ਹੈ? ਜੇ ਅੰਦਰ ਬੈਠ ਕੇ ਕਰਦੇ ਲੋਕਾਂ ਨੂੰ ਹਿਸਾਬ ਨਹੀਂ ਸੀ ਲੱਗਣਾ ਕਿ ਇਦਾਂ ਵੀ ਹੋ ਸਕਦਾ। ਹੁਣ ਹੁੰਦਾ ਕੀ ਹੈ, 5 ਸਾਲ ਸਰਕਾਰ ਚੱਲਦੀ ਹੈ, ਸਰਕਾਰ ਚੱਲਦੀ ਰਹਿੰਦੀ ਹੈ, ਮੁੜ ਕੇ ਅਗਲੀ ਸਰਕਾਰ 3 ਮਹੀਨੇ ਕਹਿੰਦੀ ਕਰਜ਼ਾ ਬਹੁਤ ਚੜ੍ਹ ਗਿਆ। ਉਹ ਤਾਂ ਜੀ ਹਿਸਾਬ ਹੀ ਨਹੀਂ ਲੱਗਾ, ਫਿਰ ਉਹ ਤਾਂ ਜੀ ਸਾਨੂੰ ਹੁਣ 2 ਸਾਲ ਖਜ਼ਾਨਾ ਖਾਲੀ ਕਹਿਣਾ ਹੀ ਪੈਣਾ। ਤਾਂ ਜੇ ਮਹੀਨੇ ਬਾਅਦ ਪਤਾ ਲੱਗਦਾ ਰਹੂਗਾ ਤਾਂ ਲੋਕਾਂ ਨੂੰ ਹਿਸਾਬ ਲੱਗੂਗਾ ਕਿ ਭਾਈ ਆ ਜਿਹੜੀ ਸਾਨੂੰ ਰਿਆਇਤ ਦਿੱਤੀ ਹੈ ਉਹ ਰਿਆਇਤ ਦੇਣ ਦੇ ਲਈ ਸਾਡੇ ਉੱਤੇ ਬੋਝ ਜਿਹੜਾ ਇੰਨਾ ਜ਼ਿਆਦਾ ਨਾਲ ਦੀ ਨਾਲ ਪੈ ਵੀ ਗਿਆ। ਹੁਣ ਤੁਸੀਂ ਦੇਖੋ ਚੰਨੀ ਸਾਹਿਬ ਨਾਲ ਲੱਗਦਾ ਇੱਕ ਫੈਸਲਾ ਕਰਨ ਜਾ ਰਹੇ ਹੈ। ਉਹ ਕਹਿੰਦੇ ਜੀ ਦੇਖੋ ਜਿੱਦਾਂ ਹਰਿਆਣੇ ਵਾਲਿਆਂ ਨੇ ਫੈਸਲਾ ਕੀਤਾ ਹੈ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਸਰਕਾਰੀ ਤੇ ਗੈਰ ਸਰਕਾਰੀ ਜਿੰਨੇ ਵੀ ਧੰਦੇ ਨੇ, ਕੰਮ ਨੇ, ਨੌਕਰੀਆਂ ਨੇ, ਰੁਜ਼ਗਾਰ ਦੇ ਮੌਕੇ ਆ, ਉਹਦੇ ਵਿੱਚੋਂ ਬਹੁ ਗਿਣਤੀ ਪੰਜਾਬ ਦੇ ਨੌਜਵਾਨਾਂ ਨੂੰ ਹੀ ਮਿਲਣ, ਅਸੀਂ ਕਾਨੂੰਨ ਬਣਾ ਦੇਣਾ ਹੈ। ਹੁਣ ਹਰਿਆਣੇ ਵਾਲਿਆਂ ਨੇ ਕਿਹਾ ਸੀ ਕਿ 75% ਪ੍ਰਾਈਵੇਟ ਨੌਕਰੀਆਂ ਵੀ, ਹਰ ਉਹ ਨੌਕਰੀ ਚਾਹੇ ਉਹ ਇੰਡਸਟਰੀ ਦੇ ਵਿੱਚ ਹੈ, ਜੇ ਉਹ ਤਨਖਾਹ 50,000 ਰੁਪਈਆ ਮਹੀਨੇ ਤੱਕ ਹੈ ਤਾਂ ਉਹਦੇ ਵਿੱਚੋਂ 75% ਨੌਕਰੀਆਂ ਹਰਿਆਣੇ ਦੇ ਲੋਕਾਂ ਨੂੰ ਦੇਣੀਆਂ ਪੈਣਗੀਆਂ। ਹਾਂ, ਜੇ ਤੁਹਾਨੂੰ ਬੰਦਾ ਕਾਬਿਲ ਨਹੀਂ ਮਿਲਦਾ, ਜੇ ਉਨੀ ਯੋਗਤਾ ਪ੍ਰਾਪਤ ਜਾਂ ਉਹ ਨਿਪੁੰਨਤਾ ਦੇ ਨਾਲ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਹਰਿਆਣੇ 'ਚੋਂ ਨਹੀਂ ਮਿਲਦਾ ਤਾਂ ਆਰਜੀ ਤੌਰ ਤੇ ਬਾਹਰੋਂ ਲਾਇਆ ਜਾ ਸਕਦਾ। ਪਰ ਇਹ ਨਹੀਂ ਕਿ ਤੁਸੀਂ 50, 60, 70% ਬੰਦੇ ਜਿਹੜੇ ਆ ਉਹ ਹਰਿਆਣੇ ਤੋਂ ਬਾਹਰਲੇ ਭਰਤੀ ਕਰ ਦਿਓ। ਹੁਣ ਜੇ ਚੰਨੀ ਸਾਹਿਬ ਇਧਰਲੇ ਪਾਸਿਓਂ ਫੈਸਲਾ ਕਰ ਦੇਣਗੇ, ਹੌਸਲਾ ਕਿ ਪੰਜਾਬ ਦੇ ਮੁੰਡੇ ਕੁੜੀਆਂ ਕੁਝ ਖੁਸ਼ ਹੋ ਜਾਣ ਭਾਈ। ਇਹ ਉਹ ਤਾਂ ਗੱਲ ਹੈਗੀ ਆ। ਹੁਣੇ ਮੈਂ ਜ਼ਿਕਰ ਕੀਤਾ ਸੀ ਰਾਜਾ ਵੜਿੰਗ ਸਾਹਿਬ ਦਾ। ਹੁਣ ਰਾਜਾ ਵੜਿੰਗ ਸਾਹਿਬ ਪਹਿਲਾਂ ਬੋਲ ਹਟੇ, ਪਰ ਜਿਨ੍ਹਾਂ ਦੇ ਖਿਲਾਫ ਉਹ ਬਹੁਤਾ ਬੋਲੇ ਹੁਣ ਉਹ ਵੀ ਬੋਲੇ ਨਹੀਂ ਜੀ। ਡਿੰਪੀ ਢਿੱਲੋਂ ਨਾਲ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਫਿਰ ਉਹਨਾਂ ਨੇ ਇਹ ਦੋਸ਼ ਲਾਇਆ, ਕਹਿੰਦੇ ਵੀ ਜਾਣ ਬੁੱਝ ਕੇ ਚੂੜੀ ਟੈਟ ਕੀਤੀ ਜਾ ਰਹੀ ਐਂਡ ਉਹਦੇ ਵਿੱਚ ਵੀ ਮੈਂ, ਕਿਉਂਕਿ ਉਹਨਾਂ ਨੇ ਆਪਣੇ ਤੌਰ ਤੇ ਕਿਹਾ ਵੀ ਮੈਂ ਕਿਉਂਕਿ ਉਹਨਾਂ ਦਾ ਸਿਆਸੀ ਵਿਰੋਧੀ ਹਾਂ। ਕਿਉਂਕਿ ਗੱਲ ਇਹ ਵੀ ਗਿੱਦੜਬਾਹੇ ਤੋਂ ਉਹ ਨੇ, ਗਿੱਦੜਬਾਹੇ ਤੋਂ ਟਿਕਟ ਅਕਾਲੀ ਦਲ ਨੇ ਉਹਨਾਂ ਨੂੰ ਦੇਤੀ, ਸੋ ਆਮੋ ਸਾਹਮਣੇ ਹੋਣਾ ਦੋਵਾਂ ਨੇ। ਤੇ ਉਹ ਕਹਿੰਦੇ ਵੀ ਜਾਣ ਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ, ਨਹੀਂ ਤੇ ਤੁਸੀਂ ਆਪ ਦੱਸੋ ਵੀ ਸ਼ਾਇਦ ਜੇ ਮੈਂ ਗਲਤ ਨਹੀਂ 70 ਦੇ ਕਰੀਬ ਕਹਿੰਦੇ ਪਰਮਿਟ ਹੀ ਰੱਦ ਕਰਤੇ, ਮੇਰੇ ਸਾਰੇ ਦੇ ਸਾਰੇ ਕਰਤੇ। ਸੰਧਾਲੀਆ ਸਾਹਿਬ ਉਹਨਾਂ ਨੇ 2-3 ਦੋਸ਼ ਲਾਏ। ਉਹ ਕਹਿੰਦੇ ਜੀ ਸਾਡਾ 2.5 ਕਰੋੜ ਰੁਪਈਆ ਬਣਦਾ ਸੀ ਟੈਕਸ, ਥੋੜਾ ਹੀ ਸੀ ਯਾਰ, ਕਿੰਨਾ ਸੀ ਕਿਤੇ। ਉਹ ਕਹਿੰਦੇ ਕੋਵਿਡ ਦੇ ਵਿੱਚ ਲੱਗਦਾ ਸੀ ਮਾਫ ਕਰਨ ਦੀਆਂ ਗੱਲਾਂ ਚੱਲਦੀਆਂ ਸੀ, ਮੁੜ ਕੇ ਕਹਿੰਦੇ ਅਸੀਂ ਨਹੀਂ ਕਰਨਾ। ਫਿਰ ਕਹਿੰਦੇ ਕਿ ਅਸੀਂ ਅਧਿਕਾਰੀ ਕੋਲ ਚੱਲ ਗਏ, ਜਦੋਂ ਉਹਨਾਂ ਨੇ 4-5 ਬੱਸਾਂ ਸਾਡੀਆਂ ਫੜ ਲਈਆਂ, ਅਸੀਂ ਉਹਨਾਂ ਨੂੰ ਕਿਹਾ ਜੀ 4 ਕਿਸ਼ਤਾਂ ਕਰ ਦਿਓ, ਪੈਸੇ ਦੇ ਦਿੰਦੇ ਆ ਟੈਕਸ ਦੇ। ਉਹਨਾਂ ਨੇ ਕਹਿੰਦੇ ਸਾਨੂੰ 4 ਕਿਸ਼ਤਾਂ ਕਰਤੀਆਂ, ਸਾਡੇ ਕੋਲ ਕਾਗਜ਼। ਅਸੀਂ ਕਹਿੰਦੇ ਪਹਿਲੀ ਕਿਸ਼ਤ ਜਮ੍ਹਾਂ ਕਰਾਤੀ, ਉਹਨਾਂ ਬੱਸਾਂ ਛੱਡਤੀਆਂ। ਦੂਸਰੇ ਦਿਨ ਕਹਿੰਦੇ ਬੱਸਾਂ ਸਾਡੀਆਂ ਫੇਰ ਫੜ ਲਈਆਂ ਤੇ ਅਧਿਕਾਰੀ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਜੀ ਮੰਤਰੀ ਸਾਹਿਬ ਨਹੀਂ ਮੰਨਦੇ। ਉਹ ਕਹਿੰਦੇ ਵੀ ਇਹਦੀ ਨਹੀਂ ਉਹ ਚੱਲਣ ਦੇਣੀ। ਹਾਂ ਵੀ ਬਾਕੀ ਕੋਈ ਗੱਲ ਨਹੀਂ, ਉੱਥੇ ਟਾਂਪੂ ਜਿਹੜਾ ਮਰਜ਼ੀ ਚੱਲ ਜਾਵੇ, ਡਿੰਪੀ ਢਿੱਲੋਂ ਦੀਆਂ ਬੱਸਾਂ ਨਾ ਚੱਲਣ, ਉਹਨਾਂ ਨੇ ਕਿਹਾ ਹੀ ਨਹੀਂ ਕਹਿੰਦੇ। ਫਿਰ ਉਹ ਕਹਿੰਦੇ ਜੀ ਆ ਦੇਖੋ ਹੁਣ ਤਾਂ ਸਾਡਾ
ਉਹਨਾਂ ਨੇ ਇੱਕ ਹੋਰ ਫਰਲਾ ਜਿਹਾ ਹੱਥ ਦੇ ਵਿੱਚ ਲਿਆ ਕੇ ਫੜਾਤਾ ਵੀ ਤੁਹਾਡਾ ਤਾਂ ਕੰਮ ਨਿਬੜ ਗਿਆ, ਤੁਸੀਂ ਜਿਹੜੇ ਚਲਾਉਣੀਆਂ ਬੱਸਾਂ ਨਹੀਂ, ਹੁਣ ਆਟੋ ਪਾ ਲਓ ਆਟੋ। ਹੁਣ ਉਹ ਕਹਿੰਦੇ ਜੀ ਬਿਲਕੁਲ ਸਿਆਸੀ ਤੌਰ ਦੇ ਉੱਤੇ ਵਿਰੋਧਤਾ ਦੇ ਕਰਕੇ ਆਹ ਕੰਮ ਕੀਤਾ ਜਾ ਰਿਹਾ। ਹੁਣ ਵੜਿੰਗ ਸਾਹਿਬ ਕਹਿੰਦੇ ਜੀ ਮੈਂ ਗਲਤ ਕੰਮ ਬੰਦ ਕਰ ਰਿਹਾ, ਡਿੰਪੀ ਢਿੱਲੋਂ ਸਾਹਿਬ ਕਹਿੰਦੇ ਜੀ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਤਾਂ ਟੈਕਸ ਕਦੇ ਵੀ ਇੱਧਰ ਉੱਧਰ ਕੀਤਾ ਹੀ ਨਹੀਂ। 4 ਬੱਸਾਂ ਦੀ ਗੱਲ ਚੱਲਦੀ ਸੀ, ਉਹ ਕਹਿੰਦੇ ਮੇਰੇ ਤੋਂ 4 ਬੱਸਾਂ ਲੈ ਲਓ, ਇੱਕ ਨੰਬਰ ਲੈ ਲਓ, ਚਲਾ ਲਓ। ਅਸੀਂ ਕਹਿੰਦੇ ਕਿਲੋਮੀਟਰਾਂ ਦੇ ਉੱਤੇ ਟੈਕਸ ਦਿੰਨੇ ਆ। ਉਹਨਾਂ ਨੇ ਆਪਣੇ ਵੱਲੋਂ ਐਨ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਸੰਧਾਲੀਆ ਸਾਹਿਬ ਸਵਾਲ ਇਹ ਆ ਕਿ ਵੜਿੰਗ ਸਾਹਿਬ ਵੀ ਨੇਤਾ ਨੇ, ਡਿੰਪੀ ਢਿੱਲੋਂ ਸਾਹਿਬ ਵੀ ਨੇਤਾ ਨੇ, ਉਹ ਟਰਾਂਸਪੋਰਟਰ ਨੇ, ਵੜਿੰਗ ਸਾਹਿਬ ਟਰਾਂਸਪੋਰਟ ਮੰਤਰੀ ਨੇ। ਸਾਡਾ ਸਵਾਲ, ਸਾਨੂੰ ਨਹੀਂ ਪਤਾ ਕੌਣ ਮਾੜਾ ਕੌਣ ਇਹਨਾਂ ਚੋਂ ਚੰਗਾ, ਕਿਹਨੇ ਜਿੱਤਣਾ ਕਿਹਨੇ ਹਾਰਨਾ, ਸਾਡੇ ਲੋ ਕੋਈ ਹੋ ਜਾਏ। ਸਾਡਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬ ਰੋਡਵੇਜ਼ ਖਤਮ ਹੁੰਦੀ ਦੇਖੀ ਹੈ, ਅਸੀਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਘਟਦੀਆਂ ਦੇਖੀਆਂ, ਅਸੀਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਪੀਪੇ ਬਣਦੇ ਦੇਖੇ ਆ, ਅਸੀਂ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਵਿੱਚ ਉਹਨਾਂ ਅੱਗੇ ਹੁੰਦਾ ਸੀ ਕਿ ਬੱਸ ਜਾਂਦੀ ਸੀ ਠੀਕ ਹੋਣ, ਹੁਣ ਕਹਿੰਦੇ ਜੀ ਜਿਹੜੀ ਖਰਾਬ ਹੋ ਗਈ ਵਰਕਸ਼ਾਪ 'ਚ ਖੜਾ ਦਿਓ। ਉੱਥੇ ਬੱਸਾਂ ਗਲਦੀਆਂ ਦੇਖੀਆਂ, ਲੋਹਾ ਜਿਹੜਾ ਆ ਉਹ ਉੱਥੇ ਐਨ ਕੂੜਾ ਬਣਦਾ ਦੇਖਿਆ। ਤੁਸੀਂ ਠੀਕ ਹੈ, ਜੇ ਤਾਂ ਤੁਸੀਂ ਇਕੱਲੇ ਟਰਾਂਸਪੋਰਟਰ ਤਾਂ ਇਕੱਲੇ ਮੰਤਰੀ ਹੋਵੋ ਤਾਂ ਗੱਲ ਕਰਦੇ ਚੰਗੇ ਲੱਗਦੇ ਹੋ ਜੀ, ਮੈਂ ਠੀਕ ਆ ਜਾਂ ਮੈਂ ਠੀਕ ਆ। ਲੋਕਾਂ ਨੇ ਤਾਂ ਹਿਸਾਬ ਇਸ ਗੱਲ ਦਾ ਲੈਣਾ ਕਿ ਭਾਈ ਪੰਜਾਬ ਰੋਡਵੇਜ਼ ਕਿੱਥੇ ਗਈ ਤੇ ਪੈਪਸੂ ਕਿੱਥੇ ਗਈ, ਤੇ ਉਹਨਾਂ ਦੀਆਂ ਬੱਸਾਂ ਘਟੀਆਂ ਕਿਉਂ ਤੇ ਤੁਹਾਡੀਆਂ ਵਧੀਆਂ ਕਿਉਂ। ਹਾਂਜੀ ਇਹ ਤਾਂ ਗੱਲ ਹੈਗੀ, ਪਰ ਚਲੋ ਆਪਾਂ ਤਾਂ ਇਹ ਗੱਲ ਇਸ ਕਰਕੇ ਕਰਦੇ ਹਾਂ ਵੀ ਦੋਵਾਂ ਧਿਰਾਂ ਦੀ ਦੱਸ ਦਈਏ। ਡਿਸੀਜਨ ਮੇਕਿੰਗ ਫੈਸਲਾ ਤੇ ਜਾਂ ਗਿੱਦੜਬਾਹੀ ਵਾਲਿਆਂ ਕਰਨਾ ਜਦੋਂ ਵੋਟਾਂ ਪਈਆਂ, ਜਾਂ ਫਿਰ ਪੰਜਾਬ ਵਾਲਿਆਂ ਨੇ ਓਵਰਆਲ ਕਰਨਾ ਵੀ ਭਾਈ ਸਾਹਿਬ ਸਾਨੂੰ ਕਿਹੜਾ ਬੰਦਾ ਚਾਹੀਦਾ ਕਿਹੜਾ ਨਹੀਂ ਚਾਹੀਦਾ। ਪਰ ਇਹ ਸਾਰੇ ਕੁਝ ਦੇ ਵਿੱਚ ਰਾਮੂਵਾਲੀ ਸਾਹਿਬ ਦਾ ਐਲਾਨ ਆਇਆ ਹੈ, ਉਹ ਕਹਿੰਦੇ ਬਸ ਦਿਨ ਥੋੜੇ ਜਿਹੇ ਰੁਕ ਜਾਓ, ਇੱਕ ਵਾਰ ਆਪਾਂ ਦੁਬਾਰਾ ਨਾ ਪਾਰਟੀ ਮੁੜ ਸੁਰਜੀਤ ਕਰ ਦੇਣੀ ਆ। ਹਾਂ ਨਹੀਂ, ਕਈ ਵਾਰੀ ਹੁੰਦਾ ਨਾ ਕਿ ਬੰਦਾ ਕਹਿੰਦੇ ਕਿਵੇਂ ਆ ਹੁਣ ਜੀ, ਉਦੋਂ ਢਿੱਲੇ ਹੋ ਗਏ ਸੀ ਉਹ, ਜਾਣੀ ਕਿਸੇ ਖਬਰ ਲੈਣੀ ਨਹੀਂ ਤੁਰੇ ਫਿਰਦੇ ਆ ਹੁਣ ਤਾਂ ਸਵੇਰੇ ਆਪੇ ਉੱਠਦੇ ਆ, ਕਾਇਆ ਸੋਧਦੇ ਆ ਆਪਣੀ, ਉਸ ਤੋਂ ਬਾਅਦ ਸੈਰ ਕਰਨ ਜਾਂਦੇ ਆ। ਹੁਣ ਤਾਂ ਉਹ ਇੱਦਾਂ ਜਿੱਦਾਂ ਪਹਿਲਾਂ ਹੁੰਦੇ ਸੀ ਨਾ, ਉਹਨਾਂ ਨੂੰ ਆਦਤ ਸੀ ਕਿ ਚਾਹ ਆਪਣੀ ਵਧੀਆ ਕਰਕੇ ਪੀਣੀਆਂ, ਹੁਣ ਤਾਂ ਪਿੰਨੀ ਖਾਂਦੇ ਆ ਸਵੇਰੇ, ਉਹਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਪਵਾਈਆਂ, ਉਹ ਦੁਬਾਰਾ ਹੋ ਜਾਂਦਾ ਹੁੰਦਾ ਕੰਮ। ਹੁਣ ਰਾਮੂਵਾਲੇ ਸਾਹਿਬ ਨੇ ਕਿਹਾ 45,000 ਮੈਂਬਰ ਸੀ ਕਹਿੰਦੇ 2011-12 ਦੇ ਨੇੜੇ, ਤੇ ਉਹਦੇ ਵਿੱਚੋਂ 90% ਕਹਿੰਦੇ ਸਹਿਮਤੀ ਦੇਤੀ ਆ ਕਿ ਅਸੀਂ ਖੜੇ ਆ ਨਾਲ, ਦੁਬਾਰਾ ਸਰਗਰਮ ਹੋਵਾਂਗੇ। ਤੁਸੀਂ ਇਹ ਦੇਖੋ ਕਿ ਰਾਮੂਵਾਲੀਆ ਸਾਹਿਬ ਚਲੋ ਵੱਡੇ ਬੰਦੇ ਨੇ, ਕੇਂਦਰ ਸਰਕਾਰ ਦੇ ਵਿੱਚ ਮੰਤਰੀ ਤੱਕ ਦੇ ਰੈਂਕ, ਉਹਦੇ ਤੋਂ ਬਾਅਦ ਕਈ ਜਗ੍ਹਾ ਤੇ ਹੋਰ। ਤੁਸੀਂ ਦੇਖੋ ਕਿ ਪਹਿਲਾਂ ਲੋਕ ਭਲਾਈ ਪਾਰਟੀ ਬਣਦੀ ਹੈ, ਉਹਦੇ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਰਲੇਮਾ ਹੋ ਜਾਂਦਾ, ਇਲੈਕਸ਼ਨ ਲੜਦੇ ਆ, ਫਿਰ ਉਧਰਲੇ ਪਾਸੇ ਜਾ ਕੇ ਸਮਾਜਵਾਦੀ ਪਾਰਟੀ 'ਚ ਮੰਤਰੀ ਬਣ ਜਾਂਦੇ ਆ। ਪਿਛਲੇ ਦਿਨੀ ਫਿਰ ਉਹ ਜਦੋਂ ਕਦੇ ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਇਹ ਇਕੱਠੀਆਂ ਮੀਟਿੰਗਾਂ ਹੁੰਦੀਆਂ ਸੀ ਤਾਂ ਉੱਥੇ ਵੀ ਫਿਰ ਕਹਿੰਦੇ ਹੁੰਦੇ ਸੀ ਸਿਆਣੇ ਬੰਦੇ ਸਾਰੇ ਬੈਠੇ ਨੇ, ਕਰਨਗੇ ਕੁਝ ਪੰਜਾਬ ਲਈ। ਮੈਨੂੰ ਬਹੁਤ ਚਿਰਾਂ ਦਾ ਪਤਾ, ਪੁਰਾਣੇ ਬੰਦੇ ਆ, ਅਸੀਂ ਤਾਂ ਉੱਥੇ ਵੀ ਇਕੱਠੇ ਸੀ ਕਿ ਨਹੀਂ ਸੀ, ਇਦਾਂ ਕਹਿੰਦੇ ਹੁੰਦੇ ਹੋ। ਹੁਣ ਹੋ ਸਕਦਾ ਕਿ ਜੇ ਉਹ ਲੋਕ ਭਲਾਈ ਪਾਰਟੀ ਤੋਂ ਅਕਾਲੀ ਦਲ ਤੋਂ ਰਾਤੋਂ ਰਾਤ ਸਮਾਜਵਾਦੀ ਪਾਰਟੀ ਤੋਂ ਬਾਅਦ ਸਾਂਝੇ ਮੁਹਾਜਲ, ਤੇ ਹੁਣ ਜੇ ਦੁਬਾਰਾ ਲੋਕਾਂ ਦੀ ਭਲਾਈ ਕਰਨ ਦਾ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਤਾਂ ਗੁਰਪ੍ਰੀਤ ਸੰਧਾਲੀਏ ਦੇ ਢਿੱਡ ਸੂਲ ਕਿਉਂ ਪੈਂਦਾ? ਨਹੀਂ ਮੇਰੇ ਨਹੀਂ ਪੈਂਦਾ। ਦੇਖੋ ਰਾਮੂਵਾਲੀ ਸਾਹਿਬ ਨੂੰ ਬਿਆਨ ਵੀ ਨਹੀਂ ਬਦਲਣਾ ਪੈਣਾ ਨਾ, ਉਹਨਾਂ ਨੇ ਬਸ ਥੋੜੀ ਜਿਹੀ ਟੋਨ ਬਦਲਣੀ। ਜਿੱਦਾਂ ਉਹਨਾਂ ਨੇ ਕਿਹਾ ਨਾ ਵੀ ਮਹਾਰਾਜ ਰਾਮੂਵਾਲੀ ਸਾਹਿਬ ਤੁਸੀਂ ਤਾਂ ਉਹਨਾਂ ਦੇ ਨਾਲ ਬੈਠੇ ਸੀ, ਮੈਂ ਤੇ ਉਦੋਂ ਕਿਹਾ ਸੀ ਵੀ ਯਾਰ ਉਹ ਨਾ ਬੰਦੇ ਹੁਣ ਥੋੜੇ ਜਿਹੇ ਸਿਆਣੇ ਹੋ ਗਏ ਆ ਜੀ, ਉਹ ਫਿਰ ਹੁਣ ਥੋੜੇ ਜਿਹੇ ਸਿਆਣੇ ਜਿਹੇ ਹੋ ਗਏ ਕਰਕੇ ਫਿਰ ਉਹਨਾਂ ਨੂੰ ਮੈਂ ਕਈ ਗੱਲਾਂ ਸਮਝਾਉਣਾ, ਪਰ ਨਹੀਂ ਉਹਨਾਂ ਦੇ ਹਿਸਾਬ 'ਚ ਆਉਂਦੀਆਂ ਨੇ। ਕਿਹਾ ਫਿਰ ਮੈਂ ਸੋਚਿਆ ਵੀ ਨਹੀਂ ਯਾਰ ਤੁਸੀਂ ਮੇਰੀ ਮੰਨਣੀ, ਤੇ ਫਿਰ ਮੈਂ ਆਪਣੀ ਪਾਰਟੀ ਦੁਬਾਰਾ ਸੁਰਜੀਤ ਕਰ ਲੈਣਾ, ਤੁਹਾਨੂੰ ਕੋਈ ਤਕਲੀਫ ਆ ਕਾਕਾ? ਹੈ ਨਾ। ਪਰ ਇੱਕ ਗੱਲ ਹੈਗੀ ਆ, ਉਧਰ ਢੀਂਡਸਾ ਸਾਹਿਬ ਨੇ ਗੱਠਜੋੜ ਕਰ ਲਿਆ ਹੋਰ ਪਾਰਟੀ ਦੇ ਨਾਲ। ਉਹ ਮਲਕੀਤ ਸਿੰਘ ਬੀਰਮੀ ਹੋਰੀ 4 ਵਾਰੀ ਦੇ MLA, 1 ਵਾਰੀ ਦੇ ਮਿਨਿਸਟਰ ਨੇ ਪੰਜਾਬ ਦੇ, ਤੇ ਉਹਨਾਂ ਨੇ ਪਿਛਲੇ ਦਿਨ ਵੀ ਕਿਹਾ ਸੀ ਕਿ ਸਾਡੇ ਵਾਲੇ ਭਾਈਚਾਰੇ ਨੂੰ, OBC ਭਾਈਚਾਰੇ ਨੂੰ ਅੱਖੋਂ ਪਰੋਖੇ ਕਰ ਰਹੇ ਆ ਸਾਰੇ। ਥੋੜੇ ਦਿਨ ਪਹਿਲਾਂ ਹੀ ਬਣੀ ਸੀ ਪਾਰਟੀ, ਉਹ ਪਾਰਟੀ ਬਣੀ ਤਾਂ ਕਹਿੰਦੇ ਹੁਣ ਢੀਂਡਸਾ ਸਾਹਿਬ ਨਾਲ ਗੱਠਜੋੜ, ਤੇ ਜਦੋਂ ਬੀਰਮੀ ਸਾਹਿਬ ਦੀ ਵਾਰੀ ਆਈ ਉਹ ਕਹਿੰਦੇ ਜੀ ਸਾਡਾ ਪਹਿਲਾਂ ਵੀ ਉਹ ਹੋਇਆ ਗੱਠਜੋੜ, ਉਹ ਕਿੱਥੇ ਆਪਣੀ ਪਾਰਟੀ, ਉਹ ਇੱਕ ਹੋਰ ਪਾਰਟੀ ਸੀ ਉਹਦਾ ਨਾਂ ਵੀ ਥੋੜਾ ਜਿਹਾ ਪਹਿਲਾਂ ਹੋਰ ਤਰ੍ਹਾਂ ਲੈ ਗਿਆ, ਉਹ ਵੀ ਬੰਦੇ ਪਿੱਛੇ ਖੜੇ ਕੀਤੇ। ਇੱਕ ਹੋਰ ਕਹਿੰਦੇ ਬਹੁਤ ਵੱਡੀ ਪਾਰਟੀ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ। ਨਹੀਂ ਉਹ ਕਹਿੰਦੇ ਵੀ ਤੀਜਾ ਬਦਲ ਤੁਹਾਨੂੰ ਥੋੜੇ ਚਿਰ ਦਿਸਣ ਲੱਗ ਪੈਣਾ, ਪਰ ਮੈਨੂੰ ਇਹ ਵੀ ਇਹ ਬੰਦੇ ਕੱਢਣਾ ਪੈਣ, ਪੁੱਛ ਲੈਣ, ਕਿਉਂਕਿ ਤੀਜਾ ਬਦਲ ਵਾਲੀ ਜਗ੍ਹਾ ਦੇ ਉੱਪਰ ਇਹ ਨਾ ਹੋਵੇ ਕੈਪਟਨ ਸਾਹਿਬ ਲਿਆਣ ਕੇ ਆਪਣੀ ਪਾਰਟੀ ਸੁੱਟ ਦੇਣ, ਕਿਉਂਕਿ ਚਰਚਾ ਉਧਰ ਵੀ ਚੱਲ ਰਹੀ ਹੈ ਵੀ ਇਲੈਕਸ਼ਨ ਕਮਿਸ਼ਨ ਬਹੁਤ ਨੇੜੇ ਪਹੁੰਚ ਗਿਆ ਕਾਗਜ਼ੀ ਕਾਰਵਾਈ ਦੇ, ਤੇ ਬਹੁਤ ਜਲਦ ਪੰਜਾਬੀਆਂ ਨੂੰ ਪੰਜਾਬ ਲੋਕ ਕਾਂਗਰਸ ਜਿਹੜੀ ਹੈ ਉਹ ਇੱਕ ਨਵੀਂ ਪਾਰਟੀ ਦੇ ਤੌਰ ਤੇ ਮਿਲੂਗੀ। ਨਹੀਂ ਲੱਗਦਾ ਆ, ਕਿਉਂਕਿ ਉਹ ਥੋੜੇ ਜਿਹਾ ਤੇਜ਼ ਹੋ ਗਏ ਆ। ਪਿਛਲੇ ਦਿਨੀ ਜਦੋਂ ਬੀਬੀ ਜੀ ਗਏ ਸੀ ਚੰਡੀਗੜ੍ਹ, ਚੰਨੀ ਸਾਹਿਬ ਨੂੰ ਮਿਲੇ, ਉਸ ਤੋਂ ਬਾਅਦ ਰੌਲਾ ਪੈ ਗਿਆ ਸੀ ਕਿਤੇ ਕੈਪਟਨ ਸਾਹਿਬ ਦੀ ਘਰ ਵਾਪਸੀ ਤਾਂ ਨਹੀਂ ਹੋ ਰਹੀ। ਉਹ ਕਹਿੰਦੇ ਕੋਈ ਘਰ ਵਾਪਸੀ ਨਹੀਂ, ਮੈਂ ਤਾਂ ਭਰਾਵਾ ਜਥੇਬੰਦਕ ਢਾਂਚਾ ਬਣਾਉਣ ਡਿਆ। ਇੱਕ ਗੱਲ ਆਪਾਂ ਭੁੱਲਣਾ ਚਾਹੀਏ, ਬੜੀ ਛੇਤੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਹੋਣ ਦੀ ਚਰਚਾ, ਤੇ ਉਹਦੇ ਵਿੱਚ DAP ਖਾਦ ਦੀ ਘਾਟ ਦਾ ਮੁੱਦਾ,
ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਦਾ ਮੁੱਦਾ, ਨਰਮੇ ਦਾ ਜਿਹੜਾ ਨੁਕਸਾਨ ਗੁਲਾਬੀ ਸੁੰਡੀ ਦੇ ਕਰਕੇ ਹੋਇਆ ਉਹਦੇ ਮੁਆਵਜ਼ੇ ਦਾ ਮੁੱਦਾ, ਝੋਨੇ ਦੀ ਖਰੀਦ ਮੰਡੀਆਂ ਦੇ ਵਿੱਚ ਕਦੋਂ ਤੱਕ ਜਾਰੀ ਰਹਿਣੀ ਚਾਹੀਦੀ ਹੈ, ਕਦੋਂ ਤੱਕ ਨਹੀਂ, ਉਹਦਾ ਮੁੱਦਾ ਵਿਚਾਰੇ ਜਾਣ ਦੀ ਸੰਭਾਵਨਾ ਹੈ। ਤੇ ਹੋ ਸਕਦਾ ਕਿ ਚਰਚਾ ਫਿਰ ਉਹ ਵੀ ਚੱਲੇ ਕਿ ਭਾਈ ਫੋਨ ਤੇ ਚੱਕ ਲਿਆ ਕਰੋ। ਰਾਜਲ ਸਾਹਿਬ ਕਹਿੰਦੇ ਮੈਂ 3 ਦਿਨ ਫੋਨ ਕਰਦਾ ਰਿਹਾ। ਨਹੀਂ ਹੋ ਸਕਦਾ ਵੀ ਉਹ ਪਿਛਲੇ ਉਲਾਂਭੇ ਦਾ ਕਰਕੇ ਉਹਨਾਂ ਸੋਚਿਆ ਹੋਣਾ ਵੀ ਯਾਰ ਹੁਣ ਫੋਨ ਤੇ ਗੱਲ ਨਹੀਂ ਬਣਨੀ, ਹੁਣ ਮਿਲ ਕੇ ਗੱਲ ਕਰਨੀ ਪੈਣੀ ਹੈ। ਪਰ ਇਹ ਸਾਰੀਆਂ ਸਰਗਰਮੀਆਂ ਦੇ ਵਿੱਚ ਆਪਾਂ ਭੁੱਲ ਨਾ ਜਾਈਏ, ਬੈਂਸ ਭਰਾਵਾਂ ਨੇ ਵੀ ਕਿਹਾ ਜੀ, ਉਹ ਕਹਿੰਦੇ ਵੀ 117 ਦੀਆਂ 117 ਸੀਟਾਂ ਤੇ ਲੜਾਈ ਦੇਣੀ। ਐਤਕੀ ਨਾ ਚਰਚਾ ਬੜਾ ਚੱਲਦਾ ਸੀ ਕਿ ਬੈਂਸ ਭਰਾ ਕਾਂਗਰਸ ਚਲੇ ਜਾਣਗੇ, ਗੱਠਜੋੜ ਕਰ, ਬੜਾ ਕੁਝ ਚੱਲਿਆ। ਫਿਰ ਉਹਨਾਂ ਨੇ ਨਾ ਇੱਕ ਮੋਗੇ ਦੇ ਵਿੱਚ ਵੱਡਾ ਇਕੱਠ ਕੀਤਾ, 117 ਟੇਬਲ ਲਾਏ ਤੇ ਕੱਲੇ ਵਿਧਾਨ ਸਭਾ ਹਲਕੇ ਤੋਂ ਉਹਨਾਂ ਦੀ ਆਪਣੀ ਜਿਹੜੀ ਲੋਕ ਇਨਸਾਫ ਪਾਰਟੀ ਹੈ ਉਹਦੇ ਬੰਦੇ ਬਿਠਾਏ ਤੇ ਮੂਹਰੇ ਤਖਤੀ ਰੱਖੀ ਕਿ ਆ ਭਾਈ ਰਾਏਕੋਟ, ਆ ਭਾਈ ਸਾਹਨੇਵਾਲ, ਆ ਭਾਈ ਆਦਮਪੁਰ, ਆ ਕਰਤਾਰਪੁਰ, ਆ ਸ਼੍ਰੀ ਮੁਕਤਸਰ ਸਾਹਿਬ, ਆ ਗਿੱਦੜਬਾਹਾ, ਆ ਲੰਬੀ। ਤੇ ਉਹ ਕਹਿੰਦੇ ਜੀ ਆ ਦੇਖੋ ਲੋਕ ਇਨਸਾਫ ਪਾਰਟੀ ਜਿਹੜੀ ਕਿ 2017 ਤੱਕ ਸਾਨੂੰ ਲੱਗਦਾ ਸੀ ਕਿ ਭਾਈ ਪਤਾ ਨਹੀਂ ਕੀ ਹੋਏਗਾ, ਲੋਕ ਕਹਿੰਦੇ ਸੀ ਮਹੱਲਾ ਪਾਰਟੀ ਹੈ। ਆ ਦੇਖੋ ਅਸੀਂ ਸਾਰੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਮੇਟੀਆਂ ਬਣਾਤੀਆਂ ਤੇ ਜਦੋਂ ਸਾਰੇ ਪੰਜਾਬ ਦੇ ਵਿਧਾਨ ਸਭਾ ਹਲਕੇ 'ਚ ਕਮੇਟੀਆਂ ਬਣਾਤੀਆਂ, ਸਾਡੇ ਬੰਦੇ ਖੜੇ ਆ, ਕਹਿੰਦੇ ਹੁਣ ਅਸਲ ਲੜਾਈ ਲੜਨ ਦਾ ਸਮਾਂ ਆ ਗਿਆ ਤੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਭਾਈ ਦੱਸੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਪਾਂ ਕਿਵੇਂ ਲੜਨੀਆਂ, ਕਿਸੇ ਦੇ ਨਾਲ ਤੁਰਨਾ, ਆਪਣੇ ਬੰਦੇ ਖੜੇ ਕਰਨੇ ਆ। 5 ਵੱਡੀਆਂ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ। ਹੋ ਸਕਦਾ ਕਿ 5 ਰੈਲੀਆਂ ਕਰਕੇ ਠੋਕ ਕੇ ਇਕੱਠ ਕਰਕੇ ਸਿਮਰਜੀਤ ਸਿੰਘ ਬੈਂਸ ਹੋਰੀ ਫੇਰ ਕਹਿਣ ਕੇ ਚੱਲਣਾ। ਪਰ ਇੱਕ ਗੱਲ ਦਾ ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ, ਬਲਵਿੰਦਰ ਸਿੰਘ ਬੈਂਸ ਹੋਰਾਂ ਨੂੰ ਪੁੱਛ ਲਿਆ, ਉਹ ਕਹਿੰਦੇ ਜੀ ਪਿਛਲੇ ਵਾਰੀ ਤੁਹਾਡਾ ਇੱਕ ਵਾਰੀ ਗੱਠਜੋੜ ਹੋ ਗਿਆ ਸੀ ਆਮ ਆਦਮੀ ਪਾਰਟੀ ਦੇ ਨਾਲ, ਐਤਕੀ ਕਿਦਾਂ? ਉਹ ਕਹਿੰਦੇ ਜੀ ਉਹਨਾਂ ਦਾ ਕੀ ਕਰੀਏ, ਉਹਨਾਂ ਦਾ ਆਪਣਾ ਪੰਗਾ ਪਿਆ। ਫਿਰ ਉਹਨਾਂ ਨੇ ਪੁੱਛ ਲਿਆ, ਨਹੀਂ ਜੀ ਉਹ ਕਹਿੰਦੇ ਜੀ ਸਿੱਖ ਮੁੱਖ ਮੰਤਰੀ ਬਣਾਉਣਾ ਹੈ ਆਪਾਂ। ਉਹ ਕਹਿੰਦੇ ਭਗਵੰਤ ਮਾਨ ਤਾਮਿਲਨਾਡੂ ਤੋਂ ਆਇਆ, ਨਾਲ ਹੀ ਬੰਦਾ ਪੱਗ ਬੰਨ ਕੇ ਕੇਜਰੀਵਾਲ ਸਾਹਿਬ ਦੇ ਬੈਠਾ ਹੁੰਦਾ, ਉਹਨੂੰ ਪਤਾ ਨਹੀਂ ਕੀ ਸਮਝਦੇ ਹੋ। ਨਹੀਂ ਪਰ ਇੱਕ ਚੀਜ਼ ਆਪਾਂ ਜ਼ਰੂਰ ਦੱਸ ਦਈਏ ਵੀ ਜਦੋਂ ਆਪਾਂ ਮੋਗੇ ਦਾ ਨਾਂ ਲੈਂਦੇ ਆ ਨਾ, ਤੇ ਮੋਗਾ ਇਸ ਵਕਤ ਇੱਕ ਤਰ੍ਹਾਂ ਹੋਰ ਤਰ੍ਹਾਂ ਵੀ ਸਰਗਰਮ ਹੋਇਆ ਫਿਰਦਾ, ਕਿਉਂਕਿ ਸੋਨੂੰ ਸੂਦ ਹੋਰੀ ਆਏ ਨੇ ਐਂਡ ਸੋਨੂੰ ਸੂਦ ਹੋਰਾਂ ਨੇ ਆਪਣੀ ਜਿੱਦਾਂ ਇੱਛਾ ਜ਼ਾਹਰ ਕੀਤੀ ਵੀ ਪਰਿਵਾਰ ਚੋਂ ਭੈਣ ਜੀ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਜੀ, ਤੇ ਨਾਲ ਉਹਨਾਂ ਨੇ ਉਹਨਾਂ ਨੂੰ ਲੈ ਕੇ ਤੇ ਕੁਝ ਜਿਹੜੇ ਲੀਡਰਾਂ ਨੂੰ ਨਾਲ ਲਿਆ, ਕਹਿੰਦੇ ਵੀ ਉਹ ਕਾਂਗਰਸ ਪਾਰਟੀ ਦੇ ਨੇ। ਹੁਣ ਜੇ ਉਹਨਾਂ ਨੇ ਜੁਆਇਨ ਨਹੀਂ ਕੀਤੀ ਪਾਰਟੀ ਕੋਈ ਵੀ ਨਾ, ਉਹ ਕਹਿੰਦੇ ਵੀ ਮੈਂ ਕਿਸੇ ਪਾਰਟੀ ਵੱਲੋਂ ਹੈਗਾ। 5-7 ਪਿੰਡਾਂ ਦਾ ਦੌਰਾ ਜਿਹਾ ਕੀਤਾ ਤੇ ਉਹਦੇ ਤੋਂ ਇਹ ਤੇ ਜਾਪਣ ਲੱਗ ਪਿਆ ਵੀ ਇਹਦਾ ਮਤਲਬ ਇਹ ਹੋਗਾ ਵੀ ਮੋਗੇ ਵਾਲੀ ਸੀਟ ਦੇ ਉੱਪਰ ਤੇ ਕੁੱਲ ਮਿਲਾ ਕੇ ਸੋਨੂੰ ਸੂਦ ਹੋਰਾਂ ਦਾ ਪ੍ਰਭਾਵ ਹੈਗਾ ਤੇ ਮਨ ਉਹਨਾਂ ਨੇ ਬਣਾ ਲਿਆ। ਪਾਰਟੀ ਕਿਹੜੀ ਦਾ ਝੰਡਾ ਲੈ ਕੇ ਚੱਲਦੀ ਇਹ ਜੀ ਪਤਾ ਨਹੀਂ। ਦੇਖੋ ਸੋਨੂੰ ਸੂਦ ਹੋਰੀ ਜਿੰਨੀ ਦੇਰ ਕਿਸੇ ਸਿਆਸੀ ਪਾਰਟੀ ਸ਼ਾਮਲ ਨਹੀਂ ਹੁੰਦੇ, ਸਾਰੇ ਪੰਜਾਬ 'ਚ ਪ੍ਰਭਾਵ ਹੈ ਉਹਨਾਂ ਦਾ ਤਾਂ ਰਹੂਗਾ। ਜਿੱਦਣ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਨਾ ਹਲਕਾ ਕਲੀਅਰ ਕੀਤਾ। ਪੱਤਰਕਾਰ ਕਦੇ ਲੁਧਿਆਣੇ ਦੀ ਗੱਲ ਕਰਦੇ ਸੀ, ਉਹ ਕਹਿੰਦੇ ਸਾਰੇ ਆਪਣੇ ਹੀ ਆ, ਕਦੇ ਮੋਗੇ ਦੀ ਕਹਿੰਦੇ ਮੋਗਾ ਤਾਂ ਆਪਣਾ ਹੀ ਆ। ਹੁਣ ਉਹ ਮੋਗੇ 'ਚ ਵੀ ਰਹਿ ਸਕਦੇ, ਬਾਹਰ ਵੀ ਜਾ ਸਕਦੇ ਆ, ਉਹ ਪਾਰਟੀ ਵੀ ਕੋਈ ਵੀ ਕਰ ਸਕਦੇ ਆ। ਹਾਂ, ਕਿਉਂਕਿ ਉਹਨਾਂ ਦੀ NGO ਚੱਲਦੀ ਹੈ, ਭੈਣ ਉਹਨਾਂ ਦੀ ਸਰਗਰਮ ਹੈ, ਇਸ ਕਰਕੇ ਬੰਦੇ ਉਹ ਕਾਂਗਰਸੀ ਆ ਜਾਂ ਕਿਸੇ ਹੋਰ ਪਾਸਿਓਂ ਨਾਲ ਜੁੜਦੇ ਆ। ਅਜੇ ਥੋੜੇ ਦਿਨ ਇੰਤਜ਼ਾਰ ਕਰਨਾ ਪਊਗਾ, ਥੋੜੇ ਦਿਨਾਂ ਤੋਂ ਬਾਅਦ ਉਹਨਾਂ ਨੇ ਪੱਤੇ ਖੋਲਣੇ ਆ ਕਿ ਕਹਾਣੀ ਕਿੱਧਰ ਨੂੰ ਜਾਣੀ, ਕਿਉਂਕਿ ਉਸ ਬੰਦੇ ਦਾ ਪ੍ਰਭਾਵ ਇੱਕ ਸੀਟ ਤੱਕ ਸੀਮਤ ਨਹੀਂ ਰਹਿਣਾ। ਜਿੱਧਰਲੇ ਪਾਸੇ ਨੂੰ ਕੰਮ ਚਲੇ ਗਿਆ। ਹੁਣ ਉਹ ਪੁੱਛਿਆ ਸਵਾਲ ਤੇ ਇਹ ਵੀ ਸੀ ਕਿ ਭਾਈ ਜਿਹੜੀ ਪਾਰਟੀ ਵੱਲੋਂ ਭੈਣ ਤੁਹਾਡੀ ਚੋਣ ਲੜੂਗੀ ਫਿਰ ਪ੍ਰਚਾਰ ਵੀ ਕਰੋਗੇ? ਉਹ ਕਹਿੰਦੇ ਬੰਦੇ ਸਾਰੇ ਚੰਗੇ ਹੁੰਦੇ, ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਮੈਂ, ਕੋਈ ਗੱਲ ਨਹੀਂ। ਚੱਲੀਏ ਫਿਰ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਇੱਕੋ ਲਾਈਕ ਵਾਲਾ ਬਟਨ ਤੁਸੀਂ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।